सतनाम वाहेगुरु साहिब जी। गुर जैसा नाहि को देव, जिस मस्तक भाग सो लागा सेव। गुर दाता गुर हिवै कर, गुर दीपक तिहो लोए। अमर पदार्थ नानका, मन मान्य सुख होए। नासिरो मनसूर, गुरु गोबिंद सिंह। ईजदी मंजूर, गुरु गोबिंद सिंह। कदर कुदरत पेश, गुरु गोबिंद सिंह। इनके याद आदेश, गुरु गोबिंद सिंह। मैं हो परम पुरख को दासा, देखन आयो जगत तमाशा। कहियो प्रभु सो पाखे हो, किसु ना कान राखे हो। जो निज प्रभु मोह सो कहा, सो कहे हो जग माहे। मोह को दास तवन का जानो, जा मैं भेद न रंचक मानो। आत्म रस जे जानई, सो है खालस देव। प्रभ मैं मोह मैं तास मैं, रंचक नाहेन पेव। बेसुमार अथाह अगनत तोले, जो बुलावहो त्यों नानक दास बोले। धन धन सतगुरु गुरु गरीब निवाज, कृपा निध दया निध, करुणा निध महिमा निध सतगुरु श्री गुरु ग्रंथ साहिब जी दीन दयाल पातशाह। तिन्हां दी अपार मेहरामत है, अथाह बख्शिश है, अपार करुणा है सतगुरु साहिब जी की, जो आप सब गुरसिख सतसंगी जन पातशाह जी दी पवित्र हजूरी दे अंदर सतसंगत रूप विच जुड़ बैठ के सतगुरु की रहमत नूं माणदियां होइयां अपने मनुखा जीवन नूं सफल करन दा, सकारथ करन दा शुभ यतन कर रहे हो जी। बड़े ही सुभागशाली हो। गुरु घर दे 52 कवियां दे सरमौर रब्बी प्रीत विच रते होए महा आलम फाजल भाई नंद लाल जी
ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪ੍ਰੀਤ ਦੇ ਵਿੱਚ ਉਹਨਾਂ ਨੇ ਬੜੇ ਕਮਾਲ ਦੇ ਬਚਨ ਕਹਿਣ। ਦਸਮ ਪਾਤਸ਼ਾਹ ਦੀ ਸਿਫਤ ਨੂੰ ਉਹਨਾਂ ਨੇ ਆਪਣੀ ਗਜ਼ਲ ਦੇ ਰੂਪ ਵਿੱਚ ਕਿਹਾ ਹੈ। ਜ਼ਿਕਰ ਕਰਦੇ ਹਨ ਦੀਨੋ ਦੁਨੀਆ ਦਰ ਕਮੰਦੇ ਆਮ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਜਗ ਤਾਰ ਮੂਏ ਜ਼ਾਰ ਮਾਂ। ਦੁਨੀਆ ਦੇ ਵਿੱਚ ਸਿਫਤ ਕਥਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਾ ਮਿਸਾਲ ਗੁਰ ਸ਼ਖਸੀਅਤ ਨੂੰ ਦੇਖਣ ਵਾਲਿਆਂ ਨੇ ਆਪੋ ਆਪਣੀ ਨਜ਼ਰ ਅਨੁਸਾਰ, ਆਪੋ ਆਪਣੀ ਕਲਪਨਾ ਅਨੁਸਾਰ ਤੇ ਜਿਵੇਂ ਜਿਵੇਂ ਗੁਰੂ ਮੂਰਤ ਨੂੰ ਆਪਣੇ ਖਿਆਲ 'ਚ ਅਨੁਭਵ ਕੀਤਾ, ਉਵੇਂ ਉਵੇਂ ਸਾਰਿਆਂ ਨੇ ਸਲਾਹਿਆ ਹੈ, ਕਥਿਆ ਹੈ। ਗੁਰ ਜੀਵਨ ਦੀ ਉਸਤਤ ਦੇ ਵਿੱਚ ਆਪੋ ਆਪਣੇ ਵਾਕ ਕਹੇ ਹਨ। ਪਰ ਭਾਈ ਨੰਦ ਲਾਲ ਸਾਹਿਬ ਜੀ ਇਸ ਸਿਫਤ ਨੂੰ ਕਰਦਿਆਂ ਉਸ ਸਿਖਰ ਤੇ ਚਲੇ ਜਾਂਦੇ ਹਨ ਜਿੱਥੇ ਜਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਜੋ ਗੁਰ ਸਵਰੂਪ ਬ੍ਰਹਮੰਡੀ ਹੈ ਉਹਨੂੰ ਪ੍ਰਗਟ ਕਰਦੇ ਹਨ। ਭਾਈ ਨੰਦ ਲਾਲ ਜੀ ਕਹਿੰਦੇ ਦੀਨੋ ਦੁਨੀਆ ਦਰ ਕਮੰਦੇ ਆਮ ਪਰੀ ਰੁਖ ਸਾਰਮਾ ਹਰ ਦੋ ਆਲਮ। ਹਰ ਦੋ ਆਲਮ ਦਾ ਮਤਲਬ ਦੀਨ ਤੇ ਭਾਵ ਕੇ ਲੋਕ ਤੇ ਪਰਲੋਕ, ਧਰਤ ਤੇ ਅਸਮਾਨ। ਕੀਮਤੇ ਕਹਿੰਦੇ ਕੀਮਤ ਹੈ ਯਕ ਦਾ ਅਰਥ ਹੁੰਦਾ ਇੱਕ। ਕੀਮਤੇ ਯਕਤਾਰ ਮੂਏ, ਮੂਏ ਕਹਿੰਦੇ ਕੇਸ ਨੂੰ। ਕਹਿੰਦੇ ਦਸਵੇਂ ਪਾਤਸ਼ਾਹ ਤੁਹਾਡੀ ਸ਼ਾਨ ਇੰਨੀ ਅਜੀਮ ਹੈ ਕਿ ਆ ਜਿਹੜੇ ਦੋ ਜਹਾਨ ਨਜ਼ਰ ਆ ਰਹੇ ਹਨ, ਧਰਤ ਅਸਮਾਨ, ਕਹਿਣ ਲੱਗੇ ਇਹ ਤੁਹਾਡੇ ਕੇਸਾਂ ਦੀ ਇੱਕ ਤਾਰ ਦਾ ਵੀ ਮੁੱਲ ਨਹੀਂ ਹਨ। ਭਾਵ ਕਿ ਤੁਹਾਡੇ ਕੇਸਾਂ ਦੀ ਇੱਕ ਤਾਰ ਵੀ ਇਹਨਾਂ ਦੋਵਾਂ ਜਹਾਨਾਂ ਤੋਂ ਜ਼ਿਆਦਾ ਕੀਮਤੀ। ਉਸੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਸਿਫਤ ਦੇ ਵਿੱਚ ਭਾਈ ਨੰਦ ਲਾਲ ਜੀ ਨੇ 55 ਸ਼ੇਰ ਕਹੇ ਹਨ। ਅਥਾਹ ਸਿਫਤਾਂ ਦੇ ਮਾਲਕ ਰੱਬੀ ਪ੍ਰਕਾਸ਼ ਸਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਾਤਸ਼ਾਹ ਜੀ ਨੇ ਆਪਣੇ ਜਗਤ ਆਮਦ ਦਾ ਪ੍ਰਯੋਜਨ ਕਿਹਾ ਸੀ। ਮੈਂ ਸੋ ਪਰਮ ਪੁਰਖ ਉਦਾਸਾ ਦੇਖਣ ਆਇਓ ਜਗਤ ਤਮਾਸ਼ਾ। ਕਿ ਗੁਰੂ ਭਾਵੇਂ ਇਹਨਾਂ ਸਭ ਹਾਲਾਤਾਂ ਦੇ ਵਿਚਰ ਰਿਹਾ, ਕਿਤੇ ਜੰਗ ਦੇ ਮੈਦਾਨ ਨੂੰ ਉਲੰਘ ਕੇ ਜਾ ਰਿਹਾ ਹੈ, ਕਿਤੇ ਗੁਰੂ ਨੇ ਫਕੀਰੀ ਲਿਬਾਸ ਧਾਰਨ ਕੀਤਾ ਹੈ, ਕਿਤੇ ਗੁਰੂ ਖਾਲਸੇ ਦਾ ਤਾਬਿਆਦਾਰ ਹੋ ਰਿਹਾ ਹੈ। ਵੱਖੋ ਵੱਖ ਗੁਰੂ ਸਾਹਿਬ ਜੀ ਦੇ ਜੀਵਨ 'ਚੋਂ ਅਨੇਕਾਂ ਰੰਗ ਜਿਹੜੇ ਪ੍ਰਗਟ ਹੋ ਰਹੇ ਹਨ ਇਹਨਾਂ ਦਿਨਾਂ ਦੇ ਵਿੱਚ। ਇਹ ਸਾਰੇ ਅਸੀਂ ਜਦੋਂ ਅਸੀਂ ਸੁਣਦੇ ਹਾਂ, ਅਸੀਂ ਮਹਿਸੂਸ ਕਰਦੇ ਹਾਂ ਤਾਂ ਅਸੀਂ ਸਮਝਦੇ ਹਾਂ ਕਿ ਬੜਾ ਅਸੰਭਵ ਗੱਲ ਹੈ, ਬੜੀ ਅਜੀਬ ਗੱਲ ਹੈ, ਬੜੀ ਅਣਹੋਣੀ ਗੱਲ ਹੈ ਜਿਹੜੀਆਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਜੀਵਨ ਵਿੱਚ ਹੋਈਆਂ ਨੇ। ਪਰ ਇੱਕ ਨੁਕਤਾ ਵਿਚਾਰ ਕੇ ਦੇਖੋ ਕਿ ਜਿਸ ਪਾਤਸ਼ਾਹ ਜੀ ਦੇ ਆਪਣੇ ਬਚਨ ਹਨ ਦੇਖਣ ਆਇਓ ਜਗਤ ਤਮਾਸ਼ਾ, ਉਸ ਸਤਿਗੁਰੂ ਦੀ ਸੁਰਤ, ਉਸ ਸਤਿਗੁਰੂ ਦੇ ਹਿਰਦੇ ਦਾ ਜਿਹੜੀ ਵਿਸ਼ਾਲਤਾ ਹੈ, ਕਿੰਨੀ ਉਹ ਖੰਡਾਂ ਬ੍ਰਹਮੰਡਾਂ ਦੇ ਆਕਾਰ ਤੋਂ ਵੀ ਅਸੀਮ ਹੋਏਗੀ ਕਿ ਇਹ ਸਾਰਾ ਕੁਝ ਉਹਨਾਂ ਨੂੰ ਤਮਾਸ਼ੇ ਦਾ ਰੂਪ ਲੱਗਦਾ ਹੈ। ਸਾਡੇ ਉੱਪਰ ਕੋਈ ਘਟਨਾ ਹੋ ਜਾਏ ਤੇ 15-20 ਦਿਨ ਤੱਕ, ਮਹੀਨੇ ਤੱਕ ਉਹਦਾ ਮਨ ਤੇ ਪ੍ਰਭਾਵ ਰਹਿੰਦਾ ਹੈ। ਭੋਜਨ ਖਾਣਾ ਭੁੱਲ ਜਾਂਦਾ, ਵਸਤਰ ਪਹਿਨਣੇ ਭੁੱਲ ਜਾਂਦੇ ਨੇ, ਆਮ ਗੱਲਾਂ ਕਰਨੀਆਂ ਭੁੱਲ ਜਾਂਦੀਆਂ ਨੇ। ਪਰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 8 ਪੋਹ ਦੀ ਜੰਗ ਕਰਕੇ ਮਾਛੀਵਾੜੇ ਪੁੱਜੇ ਨੇ ਤੇ ਮਹਾਰਾਜ ਨੇ ਮਾਲਕ ਦੀ ਪ੍ਰੀਤ ਦਾ ਗੀਤ ਗਾ ਦਿੱਤਾ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਇਹ ਮਹਾਰਾਜ ਨੇ ਜਿਹੜੀ ਗੁਰ ਸੁਰਤ ਜਿਹੜੀ ਖੰਡਾਂ ਬ੍ਰਹਮੰਡਾਂ ਤੋਂ ਪਾਰ ਵਿਚਰਦੀ ਹੈ, ਜਿਹਦੇ ਉੱਪਰ ਕਾਲ ਦੀ ਮਾਰ ਦਾ 1 ਰੁਪਈਏ ਦਾ ਪ੍ਰਭਾਵ ਨਹੀਂ। ਕਾਲ ਦੀ ਮਾਰ ਕੀ ਹੁੰਦੀ ਹੈ ਜੀ? ਦੁੱਖ, ਭੁੱਖ, ਵਿਛੋੜਾ, ਮੌਤ, ਘਰ-ਬਾਰ ਲੁੱਟ ਜਾਣਾ, ਇਹ ਕਾਲ ਦੀਆਂ ਮਾਰਾਂ ਨੇ। ਅਨੰਦਪੁਰ ਸਾਹਿਬ ਨਗਰ ਛੱਡਿਆ ਗਿਆ ਮਹਾਰਾਜ ਦਾ ਵਸਾਇਆ ਹੋਇਆ ਪਿਤਾ ਪੁਰਖੀ ਨਗਰ। ਚਮਕੌਰ ਗੜੀ 'ਚ ਲਾਲ ਸ਼ਹੀਦ ਹੋ ਗਏ, ਸਾਕਾ ਸਰਹੰਦ 'ਚ ਲਾਲ ਸ਼ਹੀਦ ਹੋ ਗਏ। ਜਿਹੜਾ ਖਾਲਸਾ ਪੰਥ ਸਾਜਿਆ ਉਹ ਵੀ ਬੜੀ ਵੱਡੀ ਗਿਣਤੀ ਸ਼ਹੀਦ ਹੋ ਗਿਆ। ਇਹਦੇ ਵਿੱਚ ਵਿਛੋੜਾ ਵੀ ਵਾਪਰਿਆ ਪਰਿਵਾਰ ਦਾ, ਇਹਦੇ ਵਿੱਚ ਦੁੱਖ ਭੁੱਖ ਵੀ ਵਾਪਰੀ। ਅਨੰਦਪੁਰ ਸਾਹਿਬ ਦੇ ਘੇਰੇ 'ਚ ਨਗਰ ਵੀ ਛੱਡਿਆ ਗਿਆ, ਮੌਤ ਵੀ ਵਾਪਰੀ ਹੈ, ਸਭ ਕੁਝ ਵਾਪਰਿਆ ਕਾਲ ਦੀ ਮਾਰ ਵਾਲਾ। ਪਰ ਗੁਰੂ ਜਦੋਂ ਮਾਛੀਵਾੜੇ ਪਹੁੰਚ ਜਾਂਦੇ ਹਨ, ਆਪਣੇ ਸਰੀਰ ਤੇ ਵੀ ਕਾਲ ਦੀ ਚੋਟਾਂ ਬੜੀਆਂ ਹਨ ਸਰੀਰਕ ਤੌਰ ਤੇ, ਪਰ ਦੇਖਣ ਆਇਓ ਜਗਤ ਤਮਾਸ਼ਾ ਕਹਿਣ ਵਾਲੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਇਹ
ਦੁਨੀਆ ਦੇ ਇਤਿਹਾਸ ਦੇ ਵਿੱਚ ਜ਼ਾਹਰ ਕਰਕੇ ਵਿਖਾਇਆ ਕਿ ਗੁਰੂ ਤਾਂ ਪੂਜਨੀਕ ਹੈ, ਤਾਂ ਬਾਣੀ 'ਚ ਕਿਹਾ ਗੁਰ ਜੈਸਾ ਨਾਹੀ ਕੋ ਦੇਵ, ਕਿ ਉਹਦੇ ਬਰਾਬਰ ਕੋਈ ਦੂਜਾ ਹੋ ਨਹੀਂ ਸਕਦਾ। ਸੋ ਦਸਮ ਪਾਤਸ਼ਾਹ ਜੀ ਦੇ ਲਾਸਾਨੀ ਧਰਮਜੋਤ ਦੀ ਗਾਥਾ ਆਪ ਜੀ ਸ਼ਰਵਣ ਕਰ ਰਹੇ ਹੋ। 14 ਪੋਹ ਤੱਕ ਆਪ ਜੀ ਦੀ ਲਾਸਾਨੀ ਗਾਥਾ ਆਪ ਜੀ ਨੇ ਸ਼ਰਵਣ ਕੀਤੀ। ਸਾਹਿਬਜ਼ਾਦਿਆਂ ਜੀ ਦੀਆਂ ਸ਼ਹੀਦੀ ਦੇਹਾਂ ਦਾ ਸੰਸਕਾਰ ਸਮੇਤ ਦੀਵਾਨ ਟੋਡਰਮੱਲ ਭਾਈ ਮੋਤੀ ਰਾਮ ਜੀ ਦੀ ਅਣਥੱਕ ਤੇ ਸ਼ਹਾਦਤਾਂ ਭਰੀ ਘਾਲਣਾ ਨੂੰ ਨਮਸਕਾਰ ਕੀਤਾ। ਭਾਈ ਜੋਧ ਸਿੰਘ ਵਰਗਿਆਂ ਦੀ ਕਰਨੀ ਨੂੰ ਨਮਸਕਾਰ ਕੀਤੀ। ਤੇ ਜਦੋਂ 10 ਆਪ ਜੀ ਦੇ ਸਨਮੁਖੇ ਲੜੀਵਾਰ ਕਥਾ ਅਰਜ ਕਰ ਰਿਹਾ ਸਾਂ, ਤਾਂ ਜਿੱਦਣ 10 ਪੋਹ ਦੇ ਦਿਨ ਕਥਾ ਅਰਜ ਕੀਤੀ ਸੀ, ਤੇ ਉਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਉੱਚ ਦੇ ਪੀਰ ਤੋਂ ਲੈ ਕੇ ਰਾਏਕੋਟ ਤੱਕ ਦਾ ਸਫ਼ਰ, ਜਿਹੜਾ ਲੰਮੇ ਜੱਟਪੁਰੇ ਤੱਕ ਦਾ ਆਪ ਜੀ ਦੇ ਸਨਮੁਖ ਅਰਜ ਕੀਤਾ ਸੀ ਕਿ ਕਿਵੇਂ ਗੁਰੂ ਸਾਹਿਬ ਜੀ ਰਾਏ ਕੱਲੇ ਦੇ ਕੋਲ, ਜਿਹੜਾ ਉੱਥੋਂ ਦਾ ਚੌਧਰੀ ਸੀ ਰਾਏਕੋਟ ਦਾ, ਲੰਮੇ ਜੱਟਪੁਰੇ ਦੀ ਜਿਹਦੀ ਮਲਕੀਅਤ ਸੀ, ਉੱਥੇ ਮਹਾਰਾਜ ਪਹੁੰਚੇ ਹਨ। ਹੁਣ ਉੱਥੇ ਮਹਾਰਾਜ ਪਹੁੰਚ ਕੇ ਇਤਿਹਾਸ ਦਾ ਸਾਰਾ ਅਗਲਾ ਵੈਣ ਪ੍ਰਵਾਹ ਕਿਵੇਂ ਚੱਲਦਾ ਹੈ, ਕਿਵੇਂ ਗੁਰੂ ਸਾਹਿਬ ਜੀ ਦੇ ਧਰਮਜੋਤ ਦੀ ਲਾਸਾਨੀ ਗਾਥਾ ਦਾ ਇੱਕ ਬੜਾ ਵੱਡਾ ਅਧਿਆਇ ਇੱਥੇ ਵੀ ਵਾਪਰਦਾ, ਜਿਹੜਾ ਬੜਾ ਹੀ ਭਾਵਨਾ ਭਰਿਆ ਹੈ, ਜਿਹੜਾ ਅਧਿਆਇ ਬੜਾ ਹੀ ਦਿਲਾਂ ਨੂੰ ਝੰਜੋੜ ਦੇਣ ਵਾਲਾ, ਤੇ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਇੱਕ ਨਿਰਾਲੀ ਹੀ ਸ਼ਖਸੀਅਤ ਦੇ ਦਰਸ਼ਨ ਕਰਾਉਂਦਾ ਹੈ। ਸੋ ਉੱਥੋਂ ਅੱਗੇ ਇਬਾਰਤ ਆਰੰਭ ਕਰਨ ਤੋਂ ਪਹਿਲਾਂ, ਲਾਸਾਨੀ ਧਰਮਜੋਤ ਦੀ ਗਾਥਾ ਕਹਿਣ ਤੋਂ ਪਹਿਲਾਂ ਬੜੇ ਅਦਬ ਸਹਿਤ ਗੁਰ ਫਤਿਹ ਨਾਲ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਬਾਣੀ 'ਚ ਨਾ ਇੱਕ ਵਾਕ ਪੜ੍ਹਦੇ ਹਾਂ, 2 ਵਾਕ ਬਾਣੀ 'ਚ, ਇੱਕ ਬਾਣੀ ਦਾ ਇੱਕ ਭਾਈ ਗੁਰਦਾਸ ਜੀ ਦਾ। ਭਾਈ ਗੁਰਦਾਸ ਜੀ ਨੇ ਕਿਹਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਆ। ਤੇ ਬਾਣੀ 'ਚ ਵਾਕ ਹੁੰਦਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਹੁਣ ਇਹ ਕਲਪਨਾ ਕਰੋ, ਥੋੜ੍ਹੀ ਚੀਜ਼ਾਂ ਨੂੰ ਥੋੜ੍ਹਾ ਰੀਵਿਜ਼ਿਟ ਜਾਣਾ, ਤਾਂ ਕਿ ਗਾਂਹ ਸਮਝ ਆਉਂਦੀਆਂ ਜਾਣ, ਸਾਨੂੰ ਗੁਰੂ ਦੀ ਕਲਾ ਸਮਝ ਆਵੇ। ਇਤਿਹਾਸ ਨੂੰ ਵਾਚਣ ਦਾ ਨਾ ਇੱਕ ਮਕਸਦ ਜ਼ਿੰਦਗੀ 'ਚ ਸਮਝ ਲਓ ਕਿ ਸਾਨੂੰ ਗੁਰੂ ਦੀ ਕਲਾ ਸਮਝ ਆਵੇ, ਗੁਰੂ ਦੀ ਅਜ਼ਮਤ ਸਮਝ ਆਵੇ, ਗੁਰੂ ਦੇ ਜਿਹੜਾ ਅਗੰਮ ਅਗੋਚਰ ਪਾਰ ਬ੍ਰਹਮ ਪਰਮੇਸ਼ਰ ਸਰੂਪ ਹੈ ਨਾ, ਉਹ ਸਮਝ ਆਵੇ। ਕਿਉਂ? ਇਹਦਾ ਕਾਰਨ ਹੈ ਕਿ ਅਸੀਂ ਗੁਰੂ ਦੀ ਸ਼ਖਸੀਅਤ ਨੂੰ, ਕਿਉਂਕਿ ਸਾਡੀਆਂ ਅੱਜ ਜਿਵੇਂ ਅੱਖਾਂ ਦੀ ਨਜ਼ਰ ਘਟ ਜਾਵੇ ਤਾਂ ਬਹੁਤ ਦੂਰੀ ਤੱਕ ਨਜ਼ਰ ਨਹੀਂ ਆਉਂਦਾ, ਸਪਸ਼ਟ ਨਜ਼ਰ ਨਹੀਂ ਨਾ ਆਉਂਦਾ। ਇੰਜ ਜਦੋਂ ਸਾਡੀ ਸੁਰਤ ਵਿੱਚੋਂ ਗੁਰੂ ਦੀਆਂ ਕਥਾ ਕਹਾਣੀਆਂ, ਗੁਰੂ ਜੀਵਨ ਦੇ ਚੋਜ, ਉਹਦੇ ਕੌਤਕ, ਉਹਦੀਆਂ ਲੀਲਾਵਾਂ ਦੇ ਪ੍ਰਸੰਗ ਨਿਕਲ ਜਾਂਦੇ ਹਨ, ਤੇ ਫਿਰ ਗੁਰੂ ਸਾਨੂੰ ਸਧਾਰਨ ਮਨੁੱਖ ਨਜ਼ਰ ਆਉਣ ਲੱਗ ਪੈਂਦਾ। ਫਿਰ ਆਪਾਂ ਕਹਿ ਲੈਂਦੇ ਸਮਾਜ ਸੁਧਾਰ ਕਰਨ ਆਏ ਸਨ ਗੁਰੂ ਸਾਹਿਬ। ਸਮਾਜ ਸੁਧਾਰਕ ਤੇ ਅੱਜ ਲੱਖਾਂ ਤੁਰੇ ਫਿਰਦੇ ਨੇ। ਇਸ ਕਰਕੇ ਇਤਿਹਾਸ ਨੂੰ ਸੁਣਨ ਦਾ ਮਤਲਬ ਇਹ ਹੁੰਦਾ, ਗੁਰੂ ਜੀਵਨ ਦੀ ਗਾਥਾ ਨੂੰ, ਵੀ ਸਾਨੂੰ ਗੁਰੂ ਦੀ ਅਜ਼ਮਤ ਪਤਾ ਲੱਗੇ। ਵੀ ਸਾਡੇ ਵਰਗਿਆਂ ਤੇ ਇੱਕ ਘਟਨਾ ਵਾਪਰ ਜਾਵੇ ਤੇ 1 ਸਾਲ ਤੱਕ ਹੰਝੂ ਡਿੱਗਣੋਂ ਨਹੀਂ ਰੁਕਦੇ, ਤੇ ਗੁਰੂ ਜੀਵਨ ਵਿੱਚ ਐਡੀਆਂ ਘਟਨਾਵਾਂ ਹੋ ਗਈਆਂ, ਤੇ ਮਹਾਰਾਜ ਜੀ ਦੀ ਅੱਖ ਵੀ ਚੰਗੀ ਤਰ੍ਹਾਂ ਨਮ ਨਹੀਂ ਹੁੰਦੀ। ਵੀ ਹੈ ਤਾਂ ਉਹ ਵੀ ਸਾਡੇ, ਜੇ ਆਪਾਂ ਕਹਿੰਦੇ ਮਨੁੱਖ ਸੀ, ਤੇ ਫਿਰ ਉਹ ਵੀ ਤਾਂ ਮਨੁੱਖ ਸੀ, ਪਰ ਉਹਨਾਂ ਦੇ ਜੀਵਨ 'ਚ ਸਾਡੇ ਵਾਂਗੂ ਕਿਉਂ ਨਾ ਵਾਪਰਿਆ। ਸਾਡਾ ਘਰ ਮਜਬੂਰੀ ਵਸ, ਜਾਂ ਇੱਥੋਂ ਤੱਕ ਕਿ ਵਿਦੇਸ਼ 'ਚ ਪੱਕੇ ਹੋਣ ਦੇ ਲਾਲਚ ਵੀ ਛੱਡਣਾ ਹੋਵੇ, ਤੇ ਸਾਰੀ ਜ਼ਿੰਦਗੀ ਘਰ ਦਾ ਮੋਹ ਸਤਾਉਂਦਾ ਰਹਿੰਦਾ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਨਗਰੀ ਛੱਡੀ ਬੜੇ ਵਿਖਮ ਹਾਲਾਤਾਂ ਦੇ ਵਿੱਚ, ਜਿੱਥੇ ਮਹਾਰਾਜ ਨੇ 5 ਕਿਲੇ ਬਣਾਏ ਸਨ ਜੀ। ਮਹਾਰਾਜ ਨੇ ਖਾਲਸੇ ਦੀ ਸਾਜਨਾ ਕੀਤੀ ਸੀ, ਸਾਰਾ ਕੁਝ ਅਨੰਦਪੁਰ ਸਾਹਿਬ ਦੀ ਅਕੱਥ ਕਹਾਣੀ ਹੈ। ਉਸ ਨਗਰ ਨੂੰ ਛੱਡਿਆ, ਕਿਤੇ ਮਹਾਰਾਜ ਨੇ ਜ਼ਿਕਰ ਆਇਆ ਦੁਬਾਰਾ? ਸਿਰਫ ਇਤਿਹਾਸ 'ਚ ਜ਼ਿਕਰ ਮਿਲਦਾ 2-3 ਥਾਵਾਂ ਤੇ ਮਹਾਰਾਜ ਜੀ ਨੇ ਜ਼ਿਕਰ ਕੀਤਾ। ਅਨੰਦਪੁਰ ਸਾਹਿਬ ਨੂੰ ਮਹਾਰਾਜ ਨੇ ਯਾਦ ਕੀਤਾ, ਉਹ ਵੀ ਨਮਸਕਾਰ ਕਰਨ ਦੇ ਭਾਵ 'ਚ, ਕੋਈ ਕਿਸੇ ਹੋਰ ਤਰ੍ਹਾਂ ਦੇ ਨਹੀਂ। ਇਸ ਕਰਕੇ ਇਤਿਹਾਸ ਸੁਣਨ ਦਾ ਮਤਲਬ ਹੈ ਸਾਨੂੰ ਗੁਰੂ ਦੀ ਕਲਾ ਸਮਝ ਆਵੇ। ਵੀ ਅਸੀਂ ਜਿਹੜਾ ਕਹਿਣ ਲੱਗ ਪਏ ਹਾਂ ਅੰਗਰੇਜ਼ਾਂ ਦੀਆਂ ਇਤਿਹਾਸ ਵਿਧੀਆਂ ਦੇ ਗੁਲਾਮ ਹੋ ਕੇ ਗੁਰੂ ਸਾਡੇ ਵਰਗਾ ਹੀ ਸੀ, ਪਰ ਹੈ ਠੀਕ ਹੈ, ਉਹ ਮਨੁੱਖੀ ਜਾਮੇ 'ਚ ਆਇਆ ਹੈ। ਸਾਡੇ ਵਰਗਾ ਜਾਮਾ ਉਹਨੇ ਜ਼ਰੂਰ ਧਾਰਨ ਕਰ ਲਿਆ ਹੈ, ਪਰ ਉਹਦੇ ਅੰਦਰ ਕਲਾ ਬੜੀ ਪਈ ਹੈ। ਜਿਵੇਂ ਹੱਥ ਦੇ ਵਿੱਚ ਹੀਰਾ ਨਿੱਕਾ ਜਿਹਾ ਫੜਿਆ ਹੋਵੇ ਨਾ, ਤੇ ਉਹ ਨਜ਼ਰ ਵੀ ਨਹੀਂ ਆਉਂਦਾ, ਪਰ ਜਦੋਂ ਉਹਦਾ ਵਣਜ ਕਰੀਏ ਨਾ, ਤੇ ਉਹਦੀ ਕਰੋੜਾਂ ਰੁਪਏ ਕੀਮਤ ਨਿਕਲਦੀ ਹੈ। ਹੱਥ ਦੇ ਵਿੱਚ ਬੀਜ ਫੜਿਆ ਹੋਵੇ ਨਾ ਬੋੜ ਦੇ ਬ੍ਰਿਸ਼ ਦਾ, ਤੇ ਉਹ ਕੁਝ ਵੀ ਨਹੀਂ ਲੱਗਦਾ। ਜ਼ਮੀਨ 'ਚ ਬੋ ਦੀ, ਤੇ ਉਹਦੇ ਵਿੱਚੋਂ ਬੋੜ ਨਿਕਲਦਾ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਅਜ਼ਮਤ ਹੈ। 10ਵੇਂ ਪਾਤਸ਼ਾਹ ਦੇ 2 ਵਾਕ ਭਾਈ ਗੁਰਦਾਸ ਜੀ ਨੇ ਤੇ ਬਾਣੀ ਨੇ ਕਹੇ ਨੇ, ਜਿੱਥੇ ਜਾਏ ਬਹਿ
ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ। ਦੁਨੀਆ ਦੇ ਕਿੰਨੇ ਸੈਨਾਪਤੀ ਹਨ, ਕਿੰਨੀਆਂ ਦੁਨੀਆ ਦੀਆਂ ਮੁਹਿੰਮਾਂ ਅੱਜ ਵੀ ਲੜੀਆਂ ਜਾ ਰਹੀਆਂ, ਲੜੀਆਂ ਜਾ ਚੁੱਕੀਆਂ ਨੇ। ਕਿੰਨੀਆਂ ਕਰੋੜਾਂ ਮਨੁੱਖਾਂ ਦੀ ਕਤਲੋ ਗਾਰਤ ਵਾਲੀਆਂ ਵਿਸ਼ਵ ਜੰਗਾਂ ਵੀ ਹੋ ਚੁੱਕੀਆਂ ਨੇ ਦੁਨੀਆ ਦੇ ਇਤਿਹਾਸ ਤੇ। ਪਰ ਕਦੇ ਇੰਜ ਸੁਣਿਆ ਆਪਾਂ ਕਿ ਕੋਈ ਹਮਲਾਵਰ, ਚਾਹੇ ਸਿਕੰਦਰ, ਬਾਬਰ, ਮੁਹੰਮਦ ਗੌਰੀ, ਗਜਨਵੀ, ਅਬਦਾਲੀ, ਜਿੰਨੇ ਵੀ ਹਮਲਾਵਰ ਭਾਰਤ ਤੇ ਆਏ ਨੇ ਅੰਗਰੇਜ਼ਾਂ ਸਮੇਤ, ਕਿ ਜਦੋਂ ਇਹ ਜੰਗਾਂ ਜਿੱਤ ਕੇ ਗਏ ਜਾਂ ਜਦੋਂ ਇਹਨਾਂ ਨੇ ਜੰਗਾਂ ਲੜੀਆਂ, ਜਿਹੜੇ ਰਾਹਾਂ ਤੇ ਇਹ ਲੰਘੇ ਉਹਨਾਂ ਰਾਹਾਂ ਦੀ ਪੂਜਾ ਹੁੰਦੀ ਹੋਵੇ? ਸੁਣਿਆ ਕਦੇ ਅਸੀਂ ਅਬਦਾਲੀ ਜਿਹੜੇ ਰਾਹਾਂ ਤੋਂ ਲੰਘ ਕੇਗਾ ਕਦੇ ਉਹਦੀ ਪੂਜਾ ਹੁੰਦੀ ਹੋਵੇ? ਪਹਿਲਾਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਗਤ ਦਾ ਅੰਧਕਾਰ ਅਗਿਆਨ ਮੇਟਣ ਦੇ ਲਈ ਉਦਾਸੀਆਂ ਦੇ ਕਦਮ ਮਾਰਗ ਚੁਣੇ। ਮਹਾਰਾਜ ਨੇ ਆਪਣੀ ਗਿਆਨ ਦੀ ਖੜਕ ਦੇ ਨਾਲ ਲੋਕਾਂ ਦਾ ਅਗਿਆਨ ਭੰਨਿਆ, ਅੰਧਕਾਰ ਭੰਨਿਆ। ਪਹਿਲਾਂ ਮਨਾਂ 'ਚੋਂ ਪਿਆ ਹੋਇਆ ਹਨੇਰਾ ਦੂਰ ਕੀਤਾ। ਸੁਰਤ ਦੇ ਅੰਦਰ ਪਏ ਹੋਏ ਭਰਮ ਦੇ ਜਾਲੇ ਮਹਾਰਾਜ ਜੀ ਨੇ ਆਪਣੀ ਗਿਆਨ ਦੀ ਖੜਗ ਨਾਲ ਕੱਟੇ। ਹੁਣ ਉਹੀ ਗੁਰੂ ਜੋਤ ਪ੍ਰਤੱਖ ਖੜਗ ਫੜ ਕੇ ਧਰਤੀ ਤੇ ਵਿਚਰ ਰਹੀ ਹੈ ਤੇ ਜ਼ੁਲਮ ਦੀਆਂ ਜੰਜੀਰਾਂ ਨੂੰ ਕੱਟ ਰਹੀ ਹੈ। ਹੁਣ ਕਲਪਨਾ ਕਰੋ ਕਿ ਜਦੋਂ 6 ਪੋਹ 7 ਪੋਹ ਨੂੰ ਮਹਾਰਾਜ ਆਨੰਦਪੁਰ ਸਾਹਿਬ ਨਗਰ ਤੋਂ ਨਿਕਲੇ ਨੇ, ਉਦੋਂ ਸਰਹੰਦ ਕੱਲੀ ਸਰਹੰਦ ਹੈ, ਉਦੋਂ ਚਮਕੌਰ ਨਗਰ ਕੱਲਾ ਚਮਕੌਰ ਹੈ, ਮਾਛੀਵਾੜਾ ਕੱਲਾ ਮਾਛੀਵਾੜਾ ਹੈ, ਹੋਰ ਜਿੰਨੀਆਂ ਥਾਵਾਂ ਨੇ ਸਾਰੀਆਂ ਉਂਝ ਹਨ। 6 ਪੋਹ 7 ਪੋਹ ਤੱਕ ਇਹਨਾਂ ਥਾਵਾਂ ਦਾ ਨਾ ਤਾਂ ਇਹਨਾਂ ਥਾਵਾਂ ਦੀ ਪੂਜਾ ਹੈ, ਨਾ ਇਹਨਾਂ ਥਾਵਾਂ ਨੂੰ ਕੋਈ ਯਾਦ ਕਰਦਾ ਹੈ, ਨਾ ਇਹਨਾਂ ਥਾਵਾਂ ਤੇ ਸ਼ਹੀਦੀ ਜੋੜ ਮੇਲੇ ਲੱਗਦੇ ਨੇ, ਨਾ ਇਹਨਾਂ ਦੇ ਕਦੇ ਇਕੱਠ ਹੁੰਦਾ। ਨਗਰੀਆਂ ਨੇ ਕੇਵਲ ਖਾਲੀ ਵਸਦੀਆਂ ਹੋਈਆਂ, ਕੁਝ ਮਨੁੱਖਾਂ ਦੀ ਆਬਾਦੀ ਵਸੋਂ ਰਹਿੰਦੀ। 6 ਪੋਹ ਦੀ ਗੱਲ ਕਰ ਰਹੇ ਜੀ, 6 ਪੋਹ ਤੱਕ 6 ਪੋਹ ਤੱਕ ਇਹਨਾਂ ਥਾਵਾਂ ਦੇ ਨਾਵਾਂ ਨਾਲ ਸਾਹਿਬ ਨਹੀਂ ਲੱਗਦਾ। ਮਾਛੀਵਾੜਾ ਮਾਛੀਵਾੜਾ, ਚਮਕੌਰ ਚਮਕੌਰ ਹੈ, ਇਸੇ ਤਰ੍ਹਾਂ ਸਰਹੰਦ ਸਰਹੰਦ ਹੈ, ਕਿਸੇ ਨਾਲ ਸਾਹਿਬ ਨਹੀਂ ਲੱਗਦਾ। ਕੋਈ ਥਾਂ ਪੂਜਨੀਕ ਨਹੀਂ ਹੈਗੀ, ਕਿਸੇ ਥਾਂ ਤੋਂ ਗੁਰੂ ਦੀ ਯਾਦ ਨਹੀਂ ਆਉਂਦੀ। ਮਾਛੀਵਾੜਾ 6 ਪੋਹ ਨੂੰ ਕੀ ਗੁਰੂ ਦੀ ਯਾਦ ਹੈ? ਉੱਥੇ ਮਾਛੀ ਰਹਿੰਦੇ ਸਨ, ਬੇੜੀਆਂ ਲਾ ਕੇ ਮੱਛੀਆਂ ਫੜ ਕੇ ਚਲੇ ਜਾਂਦੇ ਸਨ ਸ਼ਾਮਾਂ ਨੂੰ ਘਰੇ ਪੱਤਣ ਤੋਂ ਜਿਹੜੀ ਨਹਿਰ ਦਾ ਨਿਕਲਦਾ ਸੀ ਉਹ। ਚਮਕੌਰ ਦੇ ਵਿੱਚ ਲੋਕ ਰਹਿੰਦੇ ਸਨ ਰਮਾਨ ਨਾਲ। ਚਮਕੌਰ ਦੇ ਵਿੱਚ ਇੱਕੋ ਗੱਲ ਦੀ ਚਰਚਾ ਸੀ ਵੀ ਆਹ ਵੱਡੇ ਭਰਾਵਾਂ ਦੀ ਗੜੀ ਉੱਚੇ ਥਾਂ ਤੇ ਰਹਿੰਦੇ ਨੇ, ਬੜੇ ਅਮੀਰ ਨੇ, ਬੜੇ ਨਗਰ ਦੇ ਮਾਲਕ ਨੇ, ਰਾਜਪੂਤ। ਸਰਹੰਦ ਦੇ ਵਿੱਚ ਗੱਲ ਚੱਲਦੀ ਸੀ ਕਿ ਰੋਜ਼ਾ ਸ਼ਰੀਫ ਬਣਿਆ ਸ਼ੇਖ ਅਹਿਮਦ ਸਰਹੰਦੀ ਨੇ ਬਣਾਇਆ, ਜਾਂ ਵਜ਼ੀਰ ਖਾਂ ਦਾ ਦਰਬਾਰ ਲੱਗਦਾ, ਉਹਦਾ ਕਿਲਾ, ਉਹਦੇ ਬਾਗ ਨੇ, ਬਸ ਇੰਨੀ ਕੁ ਗੱਲ ਚੱਲਦੀ ਸੀ 6 ਪੋਹ ਤੱਕ। ਪਰ ਜਦੋਂ ਹੀ ਮਹਾਰਾਜ ਜੀ ਨੇ, ਸਰਸਾ ਵੀ ਉਸ ਤੋਂ ਪਹਿਲਾਂ ਨਾਲੇ ਵਾਂਗ ਵਗਦੀ ਸੀ, ਕੋਈ ਸਰਸਾ ਨੂੰ ਯਾਦ ਕਰਦਾ ਸੀ ਵੀ ਸਰਸਾ ਕੌਣ ਹੈ? ਸੋ ਥਾਨ ਸੁਹਾਵਾ ਰਾਮ ਰਾਜੇ। ਭਾਵੇਂ ਗੁਰੂ ਜੰਗਾਂ ਜੁੱਦਾਂ, ਇਸੇ ਕਰਕੇ ਗੁਰੂ ਦੀ ਜੰਗ ਧਰਤੀ ਦਾ ਵਿਨਾਸ਼ ਨਹੀਂ ਕਰਦੀ। ਗੁਰੂ ਦੀ ਜੰਗ ਜਦੋਂ ਗੁਰੂ ਦੇ ਹੱਥ 'ਚ ਜਦੋਂ ਤਲਵਾਰ ਆਉਂਦੀ ਉਹਨੂੰ ਅਸੀਂ ਕਿਰਪਾਨ ਕਹਿੰਦੇ ਹਾਂ। ਮਹਾਰਾਜ ਨੇ ਵੀ ਆਪਣੀ ਬਾਣੀ 'ਚ ਕਿਹਾ, ਅਸ ਕਿਰਪਾਨ ਖੰਡੋ ਖੜਗ। ਮਹਾਰਾਜ ਨੇ ਕਿਹਾ ਕਿ ਜਿਹੜਾ ਇਹ ਧਰਤੀ ਤੇ ਅਕਾਲ ਪੁਰਖ ਦਾ ਰਹਿਬਰ ਹੋਵੇ, ਰੱਬੀ ਰੂਪ, ਉਹ ਜੇ ਤਲਵਾਰ ਵੀ ਪਕੜਦਾ ਤੇ ਉਹ ਆਪਣੀ ਅਣਖ ਲਈ ਨਹੀਂ ਪਕੜਦਾ। ਪਹਿਲੇ ਦਿਨ ਕਥਾ 'ਚ ਇਹੀ ਨੁਕਤਾ ਅਰਜ਼ ਕੀਤਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਿਲੱਖਣਤਾ ਇਹ ਹੈ ਕਿ ਦੁਨੀਆ ਦੀਆਂ ਜੰਗਾਂ ਲੜੀਆਂ ਜਾਂਦੀਆਂ ਹਨ। ਜਦੋਂ ਵਿਸ਼ਵ ਜੰਗ ਹੋਈ ਨਾ, ਅਮਰੀਕਾ ਦਾ ਇੱਕ ਲੇਖਕ ਹੋਇਆ ਅਰਨੈਸਟ ਹਮਿੰਗਵੇ, ਉਹਨੇ ਵਤਨ ਵਾਪਸੀ ਤੇ ਕਿਸ ਲਈ ਮੌਤ ਦਾ ਸੱਦਾ, ਇਹ 2-4 ਨਾਵਲ ਵੱਡੇ ਲਿਖੇ। ਇਹਨਾਂ ਨਾਵਲਾਂ 'ਚ ਕੀ ਹੈ ਕਿ ਜੰਗ ਤੋਂ ਬਾਅਦ ਕੀ ਵਾਪਰਦਾ ਹੈ। ਇੱਕ ਤਾਂ ਜੰਗ ਵਾਪਰੀ, ਜਿਹੜੇ ਉਹਦੇ 'ਚ ਮਰੇ, ਇੱਕ ਉਸ ਤੋਂ ਬਾਅਦ ਜਿਹੜੇ ਜੰਗਾਂ 'ਚ ਮਰਨ ਵਾਲਿਆਂ ਦੇ ਪਰਿਵਾਰ ਨੇ, ਬੱਚੇ ਨੇ, ਉਹਨਾਂ ਦੇ ਸਮਾਜ ਨੇ, ਉਹਨਾਂ ਦੇ ਘਰ ਨਗਰ ਨੇ, ਉੱਥੇ ਕੀ ਵਾਪਰਦਾ ਹੈ। ਇਹ ਉਹਨੇ ਨਾਵਲ ਲਿਖੇ, ਕਦੇ ਪੜ੍ਹੋਗੇ ਤਾਂ ਪਤਾ ਲੱਗੇਗਾ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਵੀ ਜੰਗ ਕਰਨ ਲਈ ਨਿਕਲਦੇ ਹਨ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਜੰਗ ਦੇ ਵਿੱਚ ਸਭ ਤੋਂ ਪਹਿਲਾਂ ਨਿਰਭਉ ਰਹਿੰਦੇ ਨੇ, ਨਿਰਵੈਰ ਰਹਿੰਦੇ ਨੇ। ਤੇ ਜਿਹੜਾ 10ਵੇਂ ਪਾਤਸ਼ਾਹ ਜੀ ਨੇ ਆਪਣੇ ਆਗਮਨ ਸਮੇਂ 2 ਕੁੱਜੀਆਂ ਤੇ ਹੱਥ ਰੱਖਿਆ ਸੀ, ਤੇ ਉਹ ਵੀ ਮਰਜ਼ਾਦਾ ਸਲਾਮਤ ਰਹਿੰਦੀ ਹੈ। ਇਹ ਨਹੀਂ ਕਿ ਜੇ ਵਜ਼ੀਰ ਖਾਂ, ਜ਼ਬਰਦਸਤ ਖਾਂ, ਦਿਲਾਵਰ ਖਾਂ ਵਰਗੇ, ਔਰੰਗਜ਼ੇਬ ਵਰਗੇ ਗੁਰੂ ਸਾਹਿਬ ਜੀ ਦੇ ਇਸਲਾਮੀ ਵਿਰੋਧੀ ਹਨ, ਤੇ ਗਨੀ ਨਬੀ ਖਾਂ ਵਰਗੇ, ਨਿਹੰਗ ਖਾਂ ਵਰਗੇ ਬੜੇ ਗੁਰੂ ਸਾਹਿਬ ਜੀ ਦੇ ਮੁਰੀਦ ਵੀ ਹਨ। ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਜੰਗ ਲਈ ਨਿਕਲੇ, ਸਰਸਾ ਆਮ ਸਰਸਾ ਹੈ, ਮਹਾਰਾਜ ਉੱਥੋਂ ਨਿਕਲੇ, ਉੱਥੇ ਗੁਰਦੁਆਰਾ ਬਣ ਗਿਆ ਪਰਿਵਾਰ ਵਿਛੋੜਾ। ਵਿਛੋੜੇ ਨੇ ਵੀ ਸਾਨੂੰ ਗੁਰੂ ਦੀ ਯਾਦ ਦਵਾਈ। ਸਰਸਾ ਵਹਿੰਦੀ ਰਹਿਣੀ ਸੀ, ਅੱਗੇ ਵੀ ਸਰਸਾ 'ਚ ਕਈ ਵਾਰੀ ਹੜ੍ਹ ਆਏ ਹੋਣਗੇ,
बड़े लोग रुड़े होणगे, कोई याद नहीं करता, पर गुरु के सिंह रुड़े, गुरु का परिवार 3 हिस्सों 'ਚ वंडिया गया। ਅਸੀਂ उस नदी के कंढे ते गुरुद्वारा बना दिता ते उन्होंने परिवार विछोड़ा कहने। महाराज के निकलते सार ही एक नवीं थां आबाद हो गई, परिवार विछोड़ा, तो उहदे नाल उस थां नाल साडी याद जुड़ गई। महाराज ने इत्थे जंग भी लड़िया, इत्थे महाराज ने कीर्तन भी किया, ऐसे विखम समय दे विच याद बन गई। महाराज निकले उत्थों रोपड़ आए, महाराज एक रात निहंग खां की हवेली च अगे भी 3 वारी महाराज आ चुके ने, पर अज महाराज आए ने इत्थे बचित्र सिंह की शहीदी हुई है, बीबी मुमताज सिद्दक की मूरत बनी है, उन्होंने गुरुद्वारा भट्ठा साहब रोपड़ कहन लग पे, याद करन लग पे असीं उन्हां थावां नूं। महाराज लंघ के आए चमकौर नगर दे विच, पहलां ये कल्ली गढ़ी है राए जगत रूप चंद बुद्धि चंद वर्गियां दी, पर पातशाह ने युद्ध कीता ते असीं उहनूं कतलगढ़, गुरुद्वारा ताड़ी साहब, दमदमा साहब, रणजीतगढ़, गढ़ी साहब, 5 6 7 गुरधाम दा चमकौर नगर च बन गए। तो उस थां नूं नमस्कार करन लग पे लोग। माछीवाड़े जाके उतरे, आम बेड़ियां लगदियां सन, महाराज उतरे। अज उत्थे रब दी प्रीत दे गीत गाए जांदे हन। सरहंद कल्ली सरहंद है, गुरु के लालां दी शहादत होई, 3 स्थान प्रगट होए, फतेहगढ़ साहब, बिबानगढ़ साहब ते ज्योति स्वरूप साहब ते बाबा मोती राम जी की यादगार। किन्ने स्थान, इस करके गुरु की जंग विनाश नहीं करती, गुरु की जंग वाले थां नूं पूजिया जांदा। इस करके गुरु, एक कल्पना करो कि 6 पोह तो पहलां ये सारे थावां नूं कोई नहीं जानदा, कोई पूजदा नहीं, कोई मनदा नहीं, पर महाराज 14-15 पोह तक पहुँचे, सारियां थावां पूजनीक बन गईयां। हुण पातशाह जी रायकोट की धरती ते पहुँचे हैं। राय कल्ला गुरु साहब जी कोल हाज़र होया। राय कल्ला गुरु साहब जी कोल हाज़र होया। आप जी ने प्रसंग सुनिया कि वह एक नौकर सी नूरा, वो मझां चाह रहा सी। महाराज ने कहा सिर दुध पिला, कहन लगा जी सारियां तोकड़ हन, कोई नहीं देगा। महाराज कहन लगे मां अकाल पुरख का नाम लैके गुरु नानक स्वरूप नूं त्याग के थापी दे, जिन्ना को असीं सिंघां ने छकना उन्ना को मिल जाएगा। कहन लगा महाराज भांडा नहीं हैगा, महाराज ने गंगा सागर दिता उन्हें। कहन लगा महाराज छेकां वाले भांडे 'च दुध। महाराज कहते जदों ये सारी करामात उन्हें देखी, उन्हें जान लिया, वो जाके राय कल्ले नूं दस्सिया। राय कल्ले जिन्हें सारियां खबरां सुनिया सन, भज्जा भज्जा महाराज कोल चरनां ते नमस्कार कीती। अज देखिया महाराज दे नाल कलगीधर पातशाह जी की शान वल वेंदा राय कल्ला। गुरु गोबिंद सिंह साहब महाराज जी दे आले दुआले सैकड़े सूरबीर, भाई उदय सिंह वर्गे, बचित्र सिंह वर्गे, भाई जीवन सिंह वर्गे ਤਿਆਰ ਰਹਿੰਦੇ सन, ਜਿਹੜੇ हज़ारां हज़ारां दुश्मनों का आहू लाउण वाले हैं, जिन्हां दे समेत गुरु के दर्शन करके बंदे अंदर सूरबीरता का चाਅ चढ़ता सी। अज महाराज के दुआले केवल 3 सिंह ने राय कल्ले ने देखिया, दया सिंह जी, धर्म सिंह जी, मान सिंह, नाल ਜਿਹੜੇ चिराग शाह जनेरी आए हैं, ये ਜਿਹੜੇ 5 सैयद काजी ये हैं नाल महाराज दे। तो महाराज जी की जदों इत्थे महाराज जी ने गनी नबी खान भी कहते वापस भेजा हुक्मनामा दे के, इत्थों आलमगीर तो ही महाराज जी ने भेजा। रायकोट की गल है, इत्थों कहन लगा कि महाराज मेरा नेड़े पिंड, मेरा वसाया लम्मा जटपुरा, इत्थे चले जाओ, उत्थे बड़ा संगना है, बड़े आराम नाल रहो, सर्दी का मौसम। महाराज कहते चले गए उत्थे। उत्थे महाराज बैठे से, महाराज जदों दुध छका दिता तो महाराज बैठे तो बड़ियां सोचां च मगन। भाई दया सिंह, धर्म सिंह, मान सिंह भी अपनियां सोचां विच मगन हैं। राय कल्ले ने महाराज जी दे आराम करन दे लई बिस्तर आदि लिया के सब कुछ रखिया, सेवा च हाज़र होया। उन्होंने पता तो लग गया सी सारा बिरतांत। गुरु साहब जी दे नाल अपने दिली भावां दी साझ करदिआं कहण लगा राय कल्ला, कहण लगा महाराज मैं भी इस्लामी परिवार चों, मुसलमान परिवार च मेरा जन्म होया, पर मैं आनंदपुर साहब तो निकलण दे सारे बिरतांत जान लिया। मैं अपने आप नूं बड़ा होर तरह महसूस करदा, मेरे मन च बड़ी घृणा आ रही है कि मैं इहो जिहे समाज दा। महाराज कहण लगे जिहड़े बुरे मंदे सब जगह हुंदे हन, तूं इस गल दी फिक्र ना कर। ये दिन बतीत होया जदों अजे दोपहर, महाराज कहंदे इत्थे 3-4 घड़ियां महाराज मौन रहे, कुछ नहीं बोले। राय कल्ला कहण लगा महाराज मैनूं कोई बचन करो। जिहड़ी कनेच पिंड घटना वापरी सी, बीबी ने कहा सी कि बच्चे शहीद हो गए, प्रशादा छक रहे ने। महाराज कहण लगे राय कल्ला कनेच आउंदे एक गल सुनी सी छोटे लालां बारे, ते इंज कर तेरा कोई विश्वास पात्र कोई
ਉਦਮੀ ਉਤਸ਼ਾਹੀ ਨੌਕਰ ਹੋਵੇ, ਤੇਰਾ ਕੋਈ ਸੇਵਕ ਹੋਵੇ, ਉਹਨੂੰ ਸਰਹੰਦ ਭੇਜ ਤੇ ਖਬਰ ਮੰਗਾ, ਕਿਉਂਕਿ ਸੂਬੇ ਦਾ ਉਧਰ ਦਾ ਸ਼ਹਿਰ ਹੈ ਸਰਹੰਦ, ਉੱਥੋਂ ਸਾਰੀ ਖਬਰ ਪਤਾ ਲੱਗੀ ਕਿ ਸੁਣਿਆ ਰਸਤੇ ਵਿੱਚ। ਇਹ ਵੀ ਮਹਾਰਾਜ ਕਲਾ ਵਰਤਾਉਂਦੇ ਨੇ। ਇੱਕ ਹੁੰਦਾ ਦੇਖ ਕੇ ਅਣਡਿੱਠ ਕਰਨਾ, ਇੱਕ ਹੁੰਦਾ ਜਾਣ ਕੇ ਵੀ ਅਣਜਾਣ ਰਹਿਣੇ। ਬਾਣੀ 'ਚ ਅਸੀਂ ਵਾਕ ਪੜ੍ਹਦੇ ਆ ਨਾ ਕਿ ਜਿਨ ਹਰ ਪਾਇਆ ਤਿਨੇ ਛਪਾਇਆ, ਹੋਣ ਨਜੀਕ ਖੁਦਾਏ ਦੇ ਭੇਤ ਨਾ ਕਿਸੈ ਦੇਨ। ਜੇ ਦੇਖ ਕੇ ਅਣਡਿੱਠ ਕੀਤਾ, ਜਾਣ ਕੇ ਅਣਜਾਣੇ ਵੀ ਬਣੇ ਮਹਾਰਾਜ। ਪਾਰਗਾਮੀ ਦ੍ਰਿਸ਼ਟੀ ਵਾਲਾ, ਤ੍ਰੈ ਲੋਕੀ ਦ੍ਰਿਸ਼ਟੀ ਦਾ ਮਾਲਕ ਕਿਵੇਂ ਕਹਿ ਸਕਦਾ ਕਿ ਮੈਨੂੰ ਪਤਾ ਨਹੀਂ? ਜਿਹੜਾ ਕਹਿ ਰਿਹਾ ਗੁਰੂ ਸਤਿਗੁਰੂ ਕਿ ਦੇਖਣ ਆਇਓ ਜਗਤ ਤਮਾਸ਼ਾ, ਜਿਨ੍ਹਾਂ ਨੇ ਆਪਣੇ ਜੀਵਨ ਦੇ ਇਹਨਾਂ ਸਾਰੇ ਸੰਗਰਾਮਾਂ ਤੋਂ ਪਹਿਲਾਂ ਕਹਿ ਦਿੱਤਾ, ਦੁਸ਼ਟ ਸਭਨ ਕੋ ਮੂਲ ਉਪਾਰਨ, ਜਹਾਂ ਤਹਾਂ ਤੁਮ ਧਰਮ ਬਿਥਾਰੋ, ਦੁਸ਼ਟ ਦੋਖੀਆਂ ਪਕੜ ਪਛਾਰੋ। ਕੀ ਉਸ ਗੁਰੂ ਨੂੰ ਇਸ ਗੱਲ ਦਾ ਮਾਲੂਮਾਤ ਨਹੀਂ ਹੋਏਗਾ? ਨਹੀਂ ਮੁਕੰਮਲ ਪਤਾ ਹੋਵੇਗਾ। ਪਰ ਧਰਤੀ ਤੇ ਮਹਾਰਾਜ ਦਾ ਚੋਜ ਹੈ ਕਿ ਉਹ ਜਾਣ ਕੇ ਵੀ ਕੋਈ ਦਾਅਵਾ ਨਹੀਂ ਕਰਦੇ। ਇਹ ਨਹੀਂ ਕਿਹਾ ਵੀ ਮੈਨੂੰ ਇੰਝ ਹੀ ਪਤਾ ਲੱਗ ਗਿਆ ਲਾਲ ਕਿਵੇਂ ਸ਼ਹੀਦ ਹੋਏ ਨੇ। ਸਾਡੇ ਵਰਗਿਆਂ ਕੋਲੋਂ ਗੁਰੂ ਦੀ ਯਾਦ ਬਣ ਜਾਵੇ, ਉਹਨਾਂ ਥਾਵਾਂ ਤੋਂ ਉਸ ਗੱਲ ਦੀ ਮਹਿਕ ਆਵੇ। ਗੁਰੂ ਕਹਿਣ ਲੱਗੇ, ਰਾਏ ਕੱਲਾ ਕੋਈ ਨੌਕਰ ਲੱਭ ਆਪਣਾ। ਕਹਿਣ ਲੱਗਾ ਜੀ ਆਹੀ ਨੂਰਾ ਜਿਹਨੇ ਤੁਹਾਡੀ ਸੇਵਾ ਕੀਤੀ, ਇਹਦੀ ਭੈਣ ਸਰਹੰਦ ਦੇ ਨੇੜੇ ਇੱਕ ਪਿੰਡ 'ਚ ਵਿਆਹੀ ਹੋਈ ਹੈ, ਬਿਲਕੁਲ ਨੇੜੇ ਉਹਦਾ ਪਿੰਡ ਹੈ, ਇਹਨੂੰ ਭੇਜ ਦਿੰਨੇ। ਮਹਾਰਾਜ ਨੇ ਨੂਰੇ ਵੱਲ ਦੇਖਿਆ। ਮਹਾਰਾਜ ਕਹਿਣ ਲੱਗੇ ਨੂਰਿਆ ਤਿਆਰ ਹੈ? ਕਹਿਣ ਲੱਗਾ ਜੀ ਜਿਵੇਂ ਤੁਹਾਡੀ ਤੇ ਮੇਰੇ ਮਾਲਕ ਦੀ ਆਗਿਆ, ਮੈਂ ਤਿਆਰ ਹਾਂ। ਮਹਾਰਾਜ ਕਹਿਣ ਲੱਗੇ ਕਿ ਅੱਜੇ ਜਾਣਾ ਤੇ ਅੱਜੇ ਵਾਪਸ ਆਉਣਾ, ਤੇ ਇਸ ਸਮੇਂ ਤੱਕ ਦੁਪਹਿਰ ਢਲ ਚੁੱਕੀ ਸੀ। ਇਹ ਜ਼ਿਕਰ ਜ਼ਰੂਰ ਯਾਦ ਰੱਖਣਾ। ਜਦੋਂ ਮਹਾਰਾਜ ਨੇ ਇਸ ਵੇਲੇ ਤੱਕ ਦੁਪਹਿਰ ਢਲ ਚੁੱਕੀ ਸੀ, ਮਤਲਬ 11-12 ਵਜੇ ਦਾ ਸਮਾਂ ਹੋ ਚੁੱਕਿਆ ਸੀ। ਰਾਏ ਕੱਲਾ ਕਹਿਣ ਲੱਗਾ ਮਹਾਰਾਜ ਜੇ ਘੋੜੀ ਤੇ ਵੀ ਜਾਵੇਗਾ ਤੇ 80 ਕੋ ਇੱਥੋਂ ਬਣਦਾ, ਏਡੀ ਛੇਤੀ ਮੁੜਿਆ ਨਹੀਂ ਜਾਣਾ ਇਹਦੇ ਕੋਲ, ਕਿਉਂਕਿ ਵਿਸ਼ਰਾਮ ਵੀ ਕਰਨਾ ਹੁੰਦਾ, ਜਾਨਵਰ ਨੇ ਲਗਾਤਾਰ ਨਹੀਂ ਭੱਜ ਸਕਦਾ। ਮਹਾਰਾਜ ਕਹਿਣ ਲੱਗੇ ਨਹੀਂ, ਤੈਨੂੰ ਅੱਜ ਹੀ ਆਉਣਾ ਪਏਗਾ। ਪੰਚਮ ਪਾਤਸ਼ਾਹ ਦੇ ਸ਼ਬਦ ਪੜ੍ਹਦੇ ਨੇ ਅਸੀਂ ਬਾਣੀ 'ਚ। ਲਾਹੌਰ ਬਹਿ ਕੇ ਪੰਚਮ ਪਾਤਸ਼ਾਹ ਨੇ ਗੁਰੂ ਰਾਮਦਾਸ ਜੀ ਨੂੰ ਲਿਖਿਆ ਸੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪਰੇ ਤੁਧ ਭਗਵੰਤਾ। ਆਪਣੇ 2 ਲਾਲ ਤਾਂ ਸਨਮੁਖ ਸ਼ਹੀਦ ਕਰਾ ਕੇ ਆਏ ਆ। ਪਤਾ ਆ ਕਿ ਉਹ ਦੋਵੇਂ ਸੱਚਖੰਡ ਜਾ ਬਰਾਜੇ ਨੇ, 2 ਹੋਰ ਨੇ ਮੇਰੇ ਪੁੱਤਰ, ਉਹ ਸੱਚਖੰਡ ਕਿਵੇਂ ਪਹੁੰਚੇ ਨੇ ਇਹ ਅਵਾਰਤਾ ਗੁਰੂ ਨੂੰ ਪਤਾ ਹੈ। ਪਰ ਗੁਰੂ ਨੇ ਸਿੱਖਾਂ ਦੇ ਮੂੰਹ ਤੋਂ ਕਹਾਉਣੀ ਤੇ ਸੁਣਨੀ। ਇਹੀ ਤਾਂ ਗੁਰੂ ਦੀ ਕਲਾ ਹੈ ਕਿ ਸਭ ਕੁਝ ਦਾ ਮਾਲਕ ਹੋ ਕੇ ਉਹ ਕੁਝ ਨਹੀਂ ਕਰਦਾ, ਸਿੱਖਾਂ ਨੂੰ ਵਡਿਆਈ ਦਿੰਦਾ ਸਾਰੀ ਦੀ ਸਾਰੀ। ਕਿਤੇ ਪੰਚਮ ਪਾਤਸ਼ਾਹ ਨੇ ਬਿਰਹੇ ਦੇ ਵਿੱਚ ਲਿਖਿਆ ਸੀ, ਬਾਬਾ ਫਰੀਦ ਸਾਹਿਬ ਜੀ ਨੇ ਕਿਹਾ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜੇ ਤਨ ਬਿਰਹੋ ਨਾ ਉਪਜੈ ਸੋ ਤਨ ਜਾਣ ਮਸਾਨ। ਜਿਹੜੇ ਦਿਲਾਂ ਵਿੱਚ ਵਿਛੋੜੇ ਦੀ ਪੀੜ ਸੱਲ ਨਹੀਂ ਪੈਦਾ ਹੁੰਦਾ, ਬਾਬਾ ਫਰੀਦ ਸਾਹਿਬ ਜੀ ਕਹਿੰਦੇ ਉਹਨਾਂ ਦਿਲਾਂ ਦਾ ਕਰਨਾ ਕੀ ਹੈ? ਕੁਝ ਨਹੀਂ ਕਰਨਾ। ਮਹਾਰਾਜ ਕਹਿਣ ਲੱਗੇ ਨੂਰੇ ਨੂੰ ਨੂਰਿਆ ਵੀ ਜਲਦੀ ਜਾਣਾ। ਰਾਏ ਕੱਲੇ ਨੇ ਜਲਦੀ ਕਹਿੰਦੇ ਘੋੜੀ ਦੇ ਕੇ ਭੇਜ ਦਿੱਤਾ। ਚਲਿਆ ਗਿਆ ਤੇ ਮਹਾਰਾਜ ਦੇ ਕੋਲ ਕਹਿੰਦੇ ਰਾਏ ਕੱਲਾ ਦੁੱਧ ਲੈ ਕੇ ਹਾਜ਼ਰ ਹੋਇਆ। ਮਹਾਰਾਜ ਨੇ ਦੁੱਧ ਨਹੀਂ ਪੀਤਾ, ਨਾ ਕਰ ਦਿੱਤੀ। ਮਹਾਰਾਜ ਨੇ ਕਹਿਣ ਲੱਗਾ ਮਹਾਰਾਜ ਸਰਦੀ ਦਾ ਮੌਸਮ ਹੈ। ਮਹਾਰਾਜ ਕਹਿਣ ਲੱਗੇ ਨਹੀਂ। ਭਾਈ ਦਇਆ ਸਿੰਘ ਧਰਮ ਸਿੰਘ ਮਾਨ ਨੇ ਉਹ ਦਿਨ ਕੁਝ ਵੀ ਨਹੀਂ ਖਾਧਾ ਪੀਤਾ। ਇਹਦਾ ਮਤਲਬ ਇੱਕ ਹੋਰ ਵੀ ਹੋਏਗਾ ਕਿ ਜਦੋਂ ਕਨੇਚ ਪਿੰਡ ਮਹਾਰਾਜ ਜੀ ਨੇ ਜਦੋਂ ਭੋਜਨ ਛੱਡਿਆ, ਇਸ ਤੋਂ ਅੱਗੇ ਮਹਾਰਾਜ ਜੀ ਨੇ ਕੁਝ ਵੀ ਸਹੀ ਤਰੀਕੇ ਨਾਲ ਨਹੀਂ ਖਾਧਾ ਹੋਏਗਾ। ਆਪਣੇ ਲਾਲਾਂ ਦੀ ਯਾਦ ਵਿੱਚ ਮਹਾਰਾਜ ਮਗਨ ਹੋਣਗੇ। ਰਾਏ ਕੱਲਾ ਤੁਰ ਪਿਆ, ਇੱਧਰ ਕਲਗੀਧਰ ਨੂਰਾ ਤੁਰ ਪਿਆ ਤੇ ਇੱਧਰ ਦਸਮ ਪਾਤਸ਼ਾਹ ਮੌਨ ਹਨ। ਬਾਰ-ਬਾਰ ਰਾਏ ਕੱਲਾ ਆਵੇ, ਕਹਿਣ ਲੱਗਾ ਮਹਾਰਾਜ ਕੋਈ ਗੱਲ ਕਰੋ। ਮਹਾਰਾਜ ਕਹਿੰਦੇ ਕਰਾਂਗੇ, ਥੋੜਾ ਠਹਿਰਾ ਰੱਖ, ਥੋੜਾ ਸਹਿਜ ਰੱਖ। ਰਾਏ ਕੱਲੇ ਨੇ ਬੜੀਆਂ ਵਾਰਤਾ ਪੁੱਛਣੀਆਂ ਚਾਹੀਆਂ, ਮਹਾਰਾਜ ਅਨੰਦਪੁਰ ਸਾਹਿਬ ਤੋਂ ਕੱਲੀ ਕੱਲੀ ਗੱਲ ਦੱਸੋ। ਮਹਾਰਾਜ ਕਹਿਣ ਲੱਗੇ ਤੈਨੂੰ ਦੱਸਾਂਗੇ ਗੱਲ, ਤੂੰ ਥੋੜਾ ਸਬਰ ਰੱਖ। ਹਾਰ ਕੇ ਚੁੱਪ ਕਰਕੇ ਬੈਠ ਗਿਆ। ਅਜੇ 2-4 ਘੰਟੇ 2-3 ਘੰਟੇ ਬਤੀਤ ਹੋਏ ਤੇ ਗੁਰੂ ਸਾਹਿਬ ਜੀ ਭਾਈ ਦਇਆ ਸਿੰਘ ਨੂੰ ਕਹਿਣ ਲੱਗੇ ਕਿ ਜਰਾ ਖਬਰ ਲਓ ਕਿ ਨੂਰਾ ਆਇਆ ਕਿ ਨਹੀਂ ਆਇਆ। ਰਾਏ ਕੱਲਾ ਵਿੱਚੋਂ ਬੋਲ ਪਿਆ, ਕਹਿਣ ਲੱਗਾ ਮਹਾਰਾਜ 80 ਕੋ ਅੱਜ ਤਾਂ ਉਹ ਨੂਰਾ ਪਹੁੰਚਿਆ ਵੀ ਨਹੀਂ ਹੋਣਾ। ਉੱਥੇ ਆਉਣ ਦੀ ਤਾਂ ਗੱਲ ਛੱਡੋ, ਉੱਥੇ ਖਬਰ ਲੈਂਦਿਆਂ ਸਭ ਗੱਲ ਪਤਾ ਕਰਦੇ ਆ ਵੀ ਘੰਟਾ ਅੱਧਾ ਘੰਟਾ ਲੱਗੇਗਾ। ਮਹਾਰਾਜ ਮੌਨ ਹੋ ਗਏ ਤੇ ਵਾਟ ਮਾਰਦਾ ਹੋਇਆ ਨੂਰਾ ਗੁਰੂ ਦੇ ਪ੍ਰੇਮ ਵਿੱਚ ਭਿੱਜਿਆ ਹੋਇਆ ਸਰਹੰਦ ਆਇਆ। ਜਦੋਂ ਇਹ ਸਰਹੰਦ ਦੇ ਨੇੜੇ ਆ ਰਿਹਾ ਸੀ, ਜਿੱਥੇ ਕਿਤੇ ਰੁਕਦਾ ਸੀ, ਰਾਹ ਪੁੱਛਦਾ ਸੀ ਜਾਂ ਲੋਕਾਂ ਦੇ ਟੋਲਿਆਂ ਕੋਲੋਂ ਕੋਈ ਖਬਰ ਸੁਣਦਾ ਸੀ, ਤੇ ਇਹਨੇ ਬੜੀਆਂ ਅਫਵਾਹਾਂ ਸੁਣੀਆਂ ਇੱਥੇ।
ਬੜੀਆਂ ਲੋਕਾਂ ਦੇ ਮੂੰਹਾਂ ਤੋਂ ਗੱਲਾਂ ਸੁਣੀਆਂ। ਕੋਈ ਕਹਿ ਰਿਹਾ ਸੀ ਗੁਰੂ ਸਾਹਿਬ ਬੜੇ ਵੱਡੇ ਸੂਰਬੀਰ ਨੇ, ਉਹ ਵਜੀਦ ਖਾਨ ਨੂੰ ਸਭ ਤਰ੍ਹਾਂ ਨਾਲ ਚਕਮਾ ਦੇ ਕੇ ਨਿਕਲ ਗਏ ਹਨ। ਕੋਈ ਕਹਿ ਰਿਹਾ ਸੀ ਲਾਲਾ ਇੱਥੇ ਬੜਾ ਪਾਪ ਹੋਇਆ, ਮਤਲਬ ਨਗਰ ਵਿੱਚ ਲੰਘਦੇ ਕਿੰਨੇ ਕੁ ਦਿਨ ਹੋਏ, 2-3 ਦਿਨ ਤਾਂ ਗੱਲ ਹੋਏ। ਜੇ ਸਾਰੀ ਗੱਲ ਹੋਈ ਨੂੰ 13 ਪੋਹ ਨੂੰ ਸਾਕਾ ਹੋਇਆ, 15 ਪੋਹ ਨੂੰ ਨੂਰਾ ਇੱਥੇ ਆ ਕੇ ਖਬਰ ਲੈ ਲੈ। 2 ਦਿਨ ਪੁਰਾਣੀ ਕਿਹੜੀ ਖਬਰ ਹੋ ਜਾਂਦੀ ਹੈ ਜੀ। ਆਪਣੀ ਭੈਣ ਦੇ ਘਰ ਉਤਰਿਆ, ਇਹਦੀ ਭੈਣ ਨੇ ਇਹਦਾ ਕੋਈ ਸਵਾਗਤ ਨਾ ਕੀਤਾ, ਕੋਈ ਬਹੁਤਾ ਉਚੇਚ ਨਾ ਕੀਤਾ ਇਹਦੇ ਆਏ ਦਾ। ਆ ਕੇ ਕਹਿਣ ਲੱਗਾ ਕਿ ਭੈਣ ਮੈਂ ਤੈਨੂੰ ਮੇਰੇ ਆਏ ਦਾ ਕੋਈ ਵਿਚਾਰ ਨਹੀਂ ਹੋਇਆ, ਕੋਈ ਮਨ ਚੋਂ ਮਾਂ ਨਹੀਂ ਉੱਠਿਆ। ਕਹਿਣ ਲੱਗੀ ਉੱਠ ਤਾਂ ਜ਼ਰੂਰ ਜਾਂਦਾ ਨੂਰਿਆ, ਪਰ ਜਿਹੜੇ ਸ਼ਹਿਰ 'ਚ ਤੂੰ ਸਾਨੂੰ ਮਿਲਣ ਆਇਆ ਨਾ, ਇਹ ਸ਼ਹਿਰ ਬੜਾ ਬਦਨਸੀਬ ਹੈ। ਕਹਿਣ ਲੱਗਾ ਕਿਹੜੀ ਗੱਲੋਂ ਬਦਨਸੀਬ ਹੈ? ਇਸ ਨਹਿਰ ਏਡਾ ਵੱਡਾ ਘੁੱਗ ਵਸਦਾ ਸ਼ਹਿਰ ਹੈ ਸਰਹੰਦ। ਕਹਿਣ ਲੱਗੀ ਨਹੀਂ, ਇਹ ਅੱਜ ਤੋਂ 2 ਦਿਨ ਪਹਿਲਾਂ ਠੀਕ ਸੀ, ਪਰ ਹੁਣ ਇਹ ਬਦਨਸੀਬ ਸ਼ਹਿਰ ਹੈ। ਇਹ ਪਾਪ ਦੀ ਧਰਤੀ ਹੈ, ਇੱਥੋਂ ਅਤਿਆਚਾਰ ਦੀ ਬੋ ਆਉਂਦੀ ਹੈ, ਇੱਥੇ ਜ਼ਬਰ ਦੀ ਸੜਾਂਦ ਜਿਹੜੀ ਹੈ ਜੀਵਨ ਨੂੰ ਕਚਿਆਣ ਪੈਦਾ ਕਰਦੀ ਹੈ। ਇੰਨੀ ਵਧੀਆ ਨਗਰੀ ਨਹੀਂ। ਕਹਿਣ ਲੱਗੀ ਚੱਲ ਤੂੰ ਦੱਸ, ਇੰਨੀ ਸਰਦੀ 'ਚ ਤੈਨੂੰ ਕਿਹੜਾ ਐਸਾ ਕਾਰਜ ਪੈ ਗਿਆ ਕਿ ਤੂੰ ਸਰਹੰਦ ਆਇਆ? ਉਹ ਕਹਿਣ ਲੱਗਾ ਕਿ ਮੇਰਾ ਮਾਲਕ ਹੈ ਰਾਏ ਕੱਲਾ, ਉਹਦੇ ਪੀਰੋ ਮੁਰਸ਼ਦ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਉਹ ਅੱਜ ਕੱਲ੍ਹ ਉਹਦੇ ਕੋਲ ਪਹੁੰਚੇ ਹੋਏ ਹਨ ਅਤੇ ਆਪਣੇ ਪੀਰ ਦੀ ਸੇਵਾ ਕਰਨ ਦੇ ਵਿੱਚ ਮੇਰਾ ਮਾਲਕ ਰਾਏ ਕੱਲਾ ਹਾਜ਼ਰ ਹੋਇਆ। ਅਤੇ ਉਹਨਾਂ ਮੇਰੇ ਮਾਲਕ ਦੇ ਪੀਰਾਂ ਨੇ ਮੈਨੂੰ ਹੁਕਮ ਕੀਤਾ ਹੈ ਕਿ ਸਰਹੰਦ ਤੋਂ ਲਾਲਾਂ ਦੀ ਖਬਰ ਲੈ ਕੇ ਆ। ਇਹਦੀ ਭੈਣ ਕਹਿਣ ਲੱਗੀ ਵੀ ਖਬਰ ਕੱਲੀ ਖਬਰ ਨਹੀਂ ਹੈਗੀ, ਇਹ ਕੋਈ ਅਖਬਾਰ ਵਾਲੀ ਖਬਰ ਨਹੀਂ ਹੈਗੀ ਵੀ ਜਿਹਨੂੰ ਪੜ੍ਹੇਗਾ ਤੇ ਬਸ ਕਹੇਗਾ ਹਾਂ ਚੱਲ ਹੋ ਗਈ ਘਟਨਾ, ਗੱਲ ਮੁੱਕੀ। ਕਹਿਣ ਲੱਗੀ ਨਾ ਤਾਂ ਉਹ ਖਬਰ ਮੇਰੇ ਕੋਲੋਂ ਸੁਣਾਈ ਜਾਣੀ ਹੈ ਤੇ ਨਾ ਤੇਰੇ ਕੋਲ ਸੁਣੀ ਜਾਣੀ, ਤੇ ਸੁਣ ਵੀ ਲਈ ਤੇ ਮੁੜ ਕੇ ਤੇਰੇ ਕੋਲੋਂ ਨੂਰਿਆ ਸਫ਼ਰ ਨਹੀਂ ਹੋਣਾ। ਦਿਲਾਂ ਨੂੰ ਧੂ ਪਾ ਦੇਣ ਵਾਲੀ, ਸੀਨਿਆਂ 'ਚ ਛੇਕ ਕਰ ਦੇਣ ਵਾਲੀ, ਹਰੇਕ ਲੂੰ ਕੰਡੇ ਨੂੰ ਖੜੇ ਕਰ ਦੇਣ ਵਾਲੀ, ਬੰਦੇ ਨੂੰ ਬਰਫ਼ ਵਾਂਗ ਜਮਾ ਦੇਣ ਵਾਲੀ ਗੁਰੂ ਲਾਲਾਂ ਦੀ ਗਾਥਾ ਹੈ। ਕਹਿਣ ਲੱਗਾ ਮੈਨੂੰ ਜਲਦੀ ਵਾਪਸ ਜਾਣ ਦਾ ਹੁਕਮ ਹੈ, ਜਲਦੀ ਸੁਣਾ। ਇਹਦੀ ਭੈਣ ਨੇ ਕੋਈ ਚਾਹ ਪਾਣੀ ਬਿਨਾਂ ਪੁੱਛੇ ਲਾਲਾ ਦੀ ਸ਼ਹਾਦਤ ਦਾ ਧਿਆਨ ਧਰ ਕੇ ਸਾਰੇ ਬਿਰਤਾਂਤ ਨੂੰ ਯਾਦ ਕਰਕੇ ਉਹਨੇ ਪਰਤ ਦਰ ਪਰਤ ਸੁਣਾਉਣਾ ਸ਼ੁਰੂ ਕੀਤਾ ਕਿ ਕਿਵੇਂ ਹੱਥਾਂ ਜੰਜੀਰਾਂ ਦੇ ਵਿੱਚ ਜਕੜੇ ਹੋਏ ਲਾਲ, ਗੱਡੇ ਵਿੱਚ ਬਿਠਾਏ ਹੋਏ, ਆਲੇ ਦੁਆਲੇ 40 ਸਿਪਾਹੀ ਸੈਨਿਕ ਲੈ ਕੇ ਜਦੋਂ ਸਰਹੰਦ ਦੇ ਸ਼ਹਿਰ ਅੰਦਰ ਪ੍ਰਵੇਸ਼ ਕੀਤੇ ਤੇ ਉਹਨਾਂ ਸੂਰਤਾਂ ਦੇ ਚਿਹਰਿਆਂ ਦੇ ਜਲਾਓ ਕਿਹੋ ਜਿਹੇ ਸਨ। ਇਹਦੀ ਭੈਣ ਨੇ ਦੱਸਿਆ ਕਿਵੇਂ ਠੰਡੇ ਬੁਰਜ ਵਿੱਚ ਕੈਦ ਰਹੇ, ਅਡੋਲ ਰਹੇ, ਕਿਵੇਂ ਸਾਹਿਬਜ਼ਾਦੇ ਨੇ ਕਚਹਿਰੀ ਵਿੱਚ ਉੱਤਰ ਦਿੱਤੇ, ਸੁੱਚਾ ਆਨੰਦ ਸਮੇਤ, ਗਿਆ ਆਨੰਦ ਸਮੇਤ, ਕਾਜੀ ਰੁਸਤਮਦੀਨ ਅਲੀ ਖਾਨ ਦੇ ਸਮੇਤ, ਨਵਾਬ ਸ਼ੇਰ ਮੁਹੰਮਦ ਖਾਨ ਦੀ ਸਾਰੀ ਇਬਾਰਤ ਇਹਦੀ ਭੈਣ ਨੇ ਨੂੰ ਸੁਣਾਈ। ਜਦੋਂ ਉਹਨੇ ਸੁਣਾਈ ਆਖਰ ਸ਼ਹੀਦੀ ਦੀ ਗਾਥਾ, ਸ਼ਹੀਦੀ ਗਾਥਾ ਸੁਣਾਉਣ ਤੋਂ ਬਾਅਦ ਉਹਦੀ ਭੈਣ ਨੂਰੀ ਜਾਰੋ ਜਾਰ ਰੋਂਦੀ ਰਹੀ। ਕਿੰਨਾ ਚਿਰ ਉਹਦੇ ਮੂੰਹ ਕੋਈ ਲਫ਼ਜ਼ ਨਾ ਆਇਆ। ਆਪਣੇ ਆਪ ਨੂੰ ਸੰਭਾਲ ਕੇ ਨੂਰਾ ਫਿਰ ਕਹਿਣ ਲੱਗਾ ਭੈਣ ਪੂਰੀ ਇਬਾਰਤ ਦੱਸ। ਫਿਰ ਸੰਸਕਾਰ ਕਿਵੇਂ ਹੋਏ, ਦੀਵਾਨ ਟੋਡਰ ਮੱਲ ਸਮੇਤ ਮੋਤੀ ਰਾਮ ਦੀ ਸਾਰੀ ਕਹਾਣੀ ਸੁਣਾਈ। ਖਬਰ ਲੈਣ ਆਇਆ ਸੀ ਪਰ ਖਬਰ ਨਹੀਂ ਹੈ। ਇੱਕ ਸਾਕੇ ਦਾ ਬਿਰਤਾਂਤ ਜਿਹੜਾ ਦੁਨੀਆ 'ਚ ਲਾ ਮਿਸਾਲ ਸਾਕਾ ਹੈ, ਸੁਣ ਬੈਠਾ ਤੇ ਹੁਣ ਸੁੱਧ ਭੁੱਲ ਗਈ ਕਿ ਵਾਪਸ ਰਾਏਕੋਟ ਲੰਮੇ ਜੱਟਪੁਰੇ ਵੀ ਜਾਣਾ ਹੈ। ਬੜੀ ਆਇਆ ਸੀ ਬੜੀ ਤੇਜ਼ੀ ਨਾਲ ਕਿ ਬੜੀ ਤੇਜ਼ੀ ਨਾਲ ਵਾਪਸ ਜਾਵਾਂਗਾ। ਇਹਨਾਂ ਗੱਲਾਂ ਨੂੰ ਮਹਿਸੂਸ ਕਰੋ ਜੀਵਨ ਦੇ ਵਿੱਚ ਕਿ ਜਦੋਂ ਨੂਰਾ ਆਇਆ, ਨੂਰੇ ਨੂੰ ਕੱਖ ਨਹੀਂ ਪਤਾ ਸਰਹੰਦ 'ਚ ਕੀ ਹੋਇਆ, ਪਰ ਜਦੋਂ ਹੁਣ ਆਪਣੀ ਭੈਣ ਕੋਲੋਂ ਸੁਣ ਲਿਆ ਹੈ, ਉਹ ਸਾਰੀਆਂ ਗੱਲਾਂ ਸੁਣ ਲਈਆਂ ਨੇ। 7 ਤੇ 9 ਸਾਲ ਸਾਹਿਬਜ਼ਾਦਿਆਂ ਦੀ ਸ਼ਹਾਦਤ ਸੁਣ ਲਈ ਹੈ, ਬਿਰਧ ਮਾਤਾ ਦੀ ਸ਼ਹਾਦਤ ਸੁਣ ਲਈ ਹੈ, ਮੋਤੀ ਰਾਮ ਦੀ, ਦੀਵਾਨ ਟੋਡਰ ਮੱਲ ਵਰਗਿਆਂ ਦੀ। ਹੁਣ ਜਿੰਨੇ ਏਡੀ ਵੱਡੀ ਇਬਾਰਤ ਸੁਣ ਲਈ ਹੋਵੇ, ਕੀ ਉਹ ਮਨੁੱਖ ਆਮ ਰਹਿ ਜਾਏਗਾ? ਔਰ ਪਹਿਲੀ ਵਾਰੀ ਸੁਣੀ ਹੈ, ਅਜੇ 2 ਦਿਨ ਪਹਿਲਾਂ ਹੀ ਇਹ ਘਟਨਾ ਵਾਪਰੀ ਹੈ। 15 ਪੋਹ ਨੂੰ ਸੁਣ ਰਿਹਾ ਹੈ, 2 ਦਿਨ ਪਹਿਲਾਂ ਹੀ, 3 ਦਿਨ ਪਹਿਲਾਂ ਘਟਨਾ ਵਾਪਰੀ ਹੈ। ਕੁਝ 16 ਪੋਹ ਦਾ ਜ਼ਿਕਰ ਵੀ ਕਰਦੇ ਨੇ, ਕੁਦਰਤੀ 16 ਪੋਹ ਕੱਲ੍ਹ ਹੈ, 15 ਪੋਹ। ਤੇ ਇਸੇ ਤਰ੍ਹਾਂ ਉਹ ਫਿਰ ਕਹਿਣ ਲੱਗੀ ਸਾਰੀ ਇਬਾਰਤ ਸੁਣਾਈ। ਪਹਿਲਾਂ ਜਦੋਂ ਘੋੜੀ ਦੇ ਚੜ੍ਹਿਆ ਸੀ ਬੜੇ ਉਤਸ਼ਾਹ ਦੇ ਨਾਲ, ਹੁਣ ਦੁਬਾਰਾ ਚੜ੍ਹਨ ਲੱਗਾ ਹੈ। ਦਿਲ ਭਾਰਾ ਹੈ, ਹਿਰਦਾ ਜਿਹੜਾ ਹੈ ਡੁੱਬ ਡੁਬਾਉਂਦਾ ਹੋਇਆ, ਅੱਖਾਂ ਸੇਜਲ ਹੋਈਆਂ ਪਈਆਂ ਨੇ। ਇਉਂ ਲੱਗਿਆ ਜਿਵੇਂ ਸਰੀਰ ਦੇ ਵਿੱਚੋਂ ਕੋਈ ਜਾਨ ਕੱਢ ਕੇ ਲੈ ਗਿਆ ਹੋਵੇ।
ਆਪਣੀ ਸੁੱਧ ਭੁੱਲ ਗਈ ਕਿ ਮੈਂ ਕੌਣ ਹਾਂ, ਕੀ ਕਰਨ ਆਇਆ ਹਾਂ। ਪੂਰਾ ਦਾ ਪੂਰਾ ਧਿਆਨ ਸਾਹਿਬਜ਼ਾਦੇ ਨੇ ਯਾਦ 'ਚ ਮਗਨ ਹੋਇਆ। ਇਹਦੀ ਭੈਣ ਨੇ ਯਾਦ ਕਰਾਇਆ ਕਿ ਤੂੰ ਵਾਪਸ ਜਾਣਾ, ਘੋੜੀ ਤੇ ਬਹਿ ਗਿਆ। ਚੱਲਦਾ ਜਾ ਰਿਹਾ, ਜਾਂਦਿਆਂ ਤਾਂ ਪਤਾ ਸੀ ਤੇਜ਼ੀ ਨਾਲ ਮੈਂ ਸਰਹੰਦ ਪਹੁੰਚਿਆ, ਤੇਜ਼ੀ ਨਾਲ ਵਾਪਸ ਆਉਣਾ। ਆਉਂਦੇ ਵਾਰੀ ਸੁੱਧ ਹੀ ਭੁੱਲ ਗਈ ਵੀ ਮੈਂ ਘੋੜੀ ਨੂੰ ਤੇਜ਼ ਭਜਾਉਣਾ ਹੈ। ਆਉਂਦੇ ਵਾਰੀ ਸੁੱਧ ਹੀ ਭੁੱਲ ਗਈ। ਉਹ ਜਿਵੇਂ ਆਪਣੀ ਚਾਲ ਚੱਲਦੀ ਜਾ ਰਹੀ, ਹੱਥ ਵਿੱਚ ਵਾਗਾਂ ਫੜੀਆਂ, ਰਕਾਬਾਂ ਦੇ ਵਿੱਚ ਪੈਰ ਪਾਏ ਨੇ, ਪਰ ਨੂਰੇ ਨੂੰ ਕੋਈ ਸੁੱਧ ਨਹੀਂ। ਬਾਰ-ਬਾਰ ਮਨ ਵੈਰਾਗਵਾਨ ਹੁੰਦਾ ਹੈ ਕਿ ਆਹ ਖਬਰ ਮੈਨੂੰ ਗੁਰੂ ਨੇ ਸੁਣਨ ਲਈ ਭੇਜਣਾ ਸੀ। ਅਸੀਂ ਜ਼ਿੰਦਗੀ ਵਿੱਚ ਚੰਗੇ ਸੁਨੇਹੇ ਦੇ ਕਿਸੇ ਦੇ ਮੂੰਹ ਤੋਂ ਸੁਣਨੇ ਹੋਣ ਨਾ, ਮਤਲਬ ਕੋਈ ਬੰਦਾ ਸਾਨੂੰ ਸੁਣਾ ਦੇ ਕੋਈ ਚੰਗਾ ਸੁਨੇਹਾ, ਅਸੀਂ ਕਹਿੰਦੇ ਤੇਰੇ ਮੂੰਹ 'ਚ ਘਿਓ ਸ਼ੱਕਰ। ਇੰਝ ਹੀ ਕਹਿੰਦੇ ਨਾ, ਸਾਡੇ ਸਮਾਜ 'ਚ ਚੱਲਦਾ। ਕੋਈ ਕਵੇ ਤੁਹਾਡੇ ਘਰ ਪੁੱਤਰ ਹੋਇਆ ਜੀ, ਭਾਵੇਂ ਉਹ ਸਾਡਾ ਨਾ ਅਸੀਂ ਉਹਨੂੰ ਜਾਣਦੇ ਹੋਈਏ, ਕਦੇ ਨਾ ਮਿਲੇ ਹੋਈਏ, ਕੋਈ ਦੂਰ ਦਾ ਰਿਸ਼ਤੇਦਾਰ ਹੋਵੇ, ਗਵਾਂਢੀ ਹੋਵੇ, ਜਿਹਦੇ ਨਾਲ ਲੱਗਦੀ ਹੋਵੇ, ਉਹ ਵੀ ਕਿਤੇ ਖਬਰ ਸੁਣਾ ਦੇਣਾ ਵੀ ਤੁਹਾਡੇ ਘਰੇ ਪੁੱਤਰ ਹੋਇਆ ਹਸਪੀਟਲ ਤੋਂ ਆ ਕੇ। ਤੇ ਆਪਾਂ ਆਪਣੇ ਦੁਸ਼ਮਣ ਬਾਰੇ ਵੀ ਕਹਿੰਦੇ ਤੇਰੇ ਮੂੰਹ 'ਚ ਘਿਓ ਸ਼ੱਕਰ, ਤੇਰੇ ਮੂੰਹ 'ਚ ਅਥਾਹਾਂ ਦੀ ਮਿਠਾਸ ਭਰਾਂ ਮੇਰਾ ਮਨ ਕਰਦਾ, ਇੰਝ ਕਹਿੰਦੇ। ਨੂਰਾ ਬੜਾ ਹੈਰਾਨ ਵੀ ਆਹ ਖਬਰ ਮਹਾਰਾਜ ਨੇ ਮੈਨੂੰ, ਆਹ ਸਾਕਾ ਮੇਰੇ ਕੋਲ ਸੁਣਾਉਣਾ ਸੀ। ਦਿਲ ਭਾਰਾ ਹੈ। ਯਾਦਾਸ਼ਤ ਦੇ ਵਿੱਚ ਸਾਹਿਬਜ਼ਾਦਿਆਂ ਦੀਆਂ ਜਿਹੜੀਆਂ ਯਾਦਾਂ ਬਾਰ-ਬਾਰ ਘੇਰਾ ਪਾਉਂਦੀਆਂ ਨੇ, ਬੜੀ ਮੁਸ਼ਕਿਲ ਦੇ ਨਾਲ ਪਹੁੰਚਿਆ ਏ। ਇਹ ਚਲਾ ਜਾ ਰਿਹਾ। ਇੱਧਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬੇਕਰਾਰੀ, ਬੇਕਰਾਰੀ ਸ਼ਬਦ ਹੈ ਵੀ ਮਤਲਬ ਜਰਿਆ, ਮਤਲਬ ਝੱਲਿਆ ਨਾ ਜਾਣਾ ਆਪਣੇ ਲਾਲਾਂ ਦਾ ਪਿਆਰ, ਜਿਹੜਾ ਸੀਨੇ 'ਚ ਉਛਾਲੇ ਮਾਰਦਾ ਹੋਵੇ। ਇੱਕ ਉਛਾਲੇ ਵੱਜਦੇ ਨੇ ਸਮੁੰਦਰਾਂ ਦੇ ਕੰਢਿਆਂ ਤੇ, ਇੱਕ ਉਛਾਲੇ ਯਾਦਾਂ ਦੇ ਵੱਜਦੇ ਨੇ। ਜਦੋਂ ਯਾਦਾਂ ਦੇ ਉਛਾਲੇ ਵੱਜਦੇ ਨੇ, ਉਦੋਂ ਬੰਦੇ ਨੂੰ ਆਪਣਾ ਆਪ ਯਾਦ ਨਹੀਂ ਰਹਿੰਦਾ। ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੂਜੀ ਵਾਰੀ ਕਹਿਣ ਲੱਗੇ, ਪਹਿਲਾਂ ਤਾਂ ਭਾਈ ਦਿਆਲ ਸਿੰਘ ਨੂੰ ਕਿਹਾ, ਬਾਅਦ ਰਾਏ ਇਕੱਲੇ ਨੂੰ ਕਿਹਾ ਕਿ ਆਪਣੇ ਨੌਕਰ ਨੂੰ ਕਿਹਾ ਜੰਡ ਤੇ ਚੜਾ। ਉਹ ਕਹਿਣ ਲੱਗਾ ਮਹਾਰਾਜ ਸਫ਼ਰ ਬੜਾ ਲੰਮਾ, ਇੰਨੀ ਜਲਦੀ ਨਹੀਂ ਆ ਸਕਦਾ, ਮੰਨੋ ਮੇਰੀ ਗੱਲ। ਮਹਾਰਾਜ ਕਹਿਣ ਲੱਗੇ ਅਸੀਂ ਤੇਰੇ ਮੁਰਸ਼ਿਦ ਆ, ਤੂੰ ਸਾਡੀ ਗੱਲ ਮੰਨ। ਨੂਰੇ ਉਸੇ ਵਕਤ ਰਾਏ ਇਕੱਲੇ ਨੇ ਫਿਰ ਇੱਕ ਨੌਕਰ ਜਿਹੜਾ ਜੰਡ ਸੀ ਉਹਦੇ ਤੇ ਚੜਾਇਆ। ਕਹਿਣ ਲੱਗਾ ਦੇਖ। ਉਹ ਕਿੰਨਾ ਚਿਰ ਗੌਰ ਨਾਲ ਦੇਖਦਾ ਰਿਹਾ, ਬੜੀ ਲੰਮੀ ਨਜ਼ਰ ਲਾ ਕੇ, ਨਜ਼ਰ ਨਹੀਂ ਆਇਆ। ਹਾਰ ਕੇ ਉੱਤਰ ਕੇ ਨੌਕਰ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕੋਈ ਨਜ਼ਰ ਨਹੀਂ ਆ ਰਿਹਾ, ਤੇ ਮੈਂ ਤੁਹਾਨੂੰ ਬੇਨਤੀ ਕਰਾਂ, ਮੈਂ ਕਹਿਣਾ ਨਹੀਂ ਚਾਹੁੰਦਾ ਆਪ ਜੀ ਜਾਣੀ ਜਾਣ ਹੋ, ਅੰਤਰਜਾਮੀ ਹੋ, ਨੂਰਾ ਇੰਨੀ ਛੇਤੀ ਆਉਣ ਵਾਲਾ ਵੀ ਨਹੀਂ ਜੀ, ਸਫ਼ਰ ਬੜਾ ਲੰਬਾ ਮਹਾਰਾਜ, ਸਰਦੀ ਦੇ ਦਿਨ ਨੇ। 2 ਵਾਰੀ ਹੋ ਗਿਆ। ਤੀਜੀ ਵਾਰੀ ਮਹਾਰਾਜ ਨੇ ਥੋੜੇ ਸਮੇਂ ਬਾਅਦ ਫਿਰ ਕਹਿਣ ਲੱਗੇ ਜੰਡ ਤੇ ਚੜਾ। ਭਾਈ ਦਿਆਲ ਸਿੰਘ ਕਹਿਣ ਲੱਗੇ ਮਹਾਰਾਜ ਇੰਨੀ ਬੇਕਰਾਰੀ। ਇਹ ਚੀਜ਼ਾਂ ਨੂੰ ਮਹਿਸੂਸ ਕਰੋ ਵੀ ਨਿਰਮੋਹਾ ਨਹੀਂ ਹੈ ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਦੇ ਅੰਦਰ ਮੋਹ ਹੈ। ਕਿਹੜਾ ਮੋਹ ਹੈ? ਜਿਹੜਾ ਮੋਹ ਆਪਣੇ ਲਾਲਾਂ ਨੂੰ ਸ਼ਹਾਦਤਾਂ ਦੀ ਖਬਰ 'ਚ, ਸ਼ਹਾਦਤਾਂ ਦੇ ਸਫ਼ਰਾਂ 'ਚੋਂ ਕਿਵੇਂ ਗੁਜ਼ਰੇ, ਇਸ ਗੱਲ ਦੇ ਲਈ ਸੁਣਨ ਲਈ ਬੇਤਾਬ ਹੈ। ਸੂਰਬੀਰ ਸਤਿਗੁਰੂ ਇਸ ਕਰਕੇ ਨਹੀਂ ਬੇਤਾਬ ਹੈਗਾ ਵੀ ਪਤਾ ਲੱਗੇ ਵੀ ਮੇਰੇ ਲਾਲਾਂ ਨਾਲ ਕੀ ਵਾਪਰੇ, ਇਸ ਗੱਲ ਲਈ ਬੇਤਾਬ ਹੈ ਕਿ ਦੋਵਾਂ ਦੀ ਜ਼ਿੰਮੇਵਾਰੀ ਮੈਂ ਲਈ ਸੀ, ਉਹ ਤਾਂ ਪੁਗਾ ਦਿੱਤੇ, ਉਹ ਤਾਂ ਅਮਾਨਤ ਅਦਾ ਕਰਾ ਦਿੱਤੀ। ਦੋਵਾਂ ਦੀ ਜਿਹੜੀ ਜ਼ਿੰਮੇਵਾਰੀ ਸੀ ਮਾਤਾ ਗੁਜਰੀ ਜੀ ਨੂੰ ਦੇ ਕੇ ਭੇਜਿਆ, ਮੈਂ ਸਰਬੰਸਦਾਨੀ ਬਣਨਾ ਹੈ। ਮੇਰੇ ਦੋਵੇਂ ਲਾਲ ਜਿਹੜੇ ਹਨ, ਪਤਾ ਤੇ ਸ਼ਹਾਦਤਾਂ 'ਚੋਂ ਗੁਜ਼ਰ ਗਏ ਨੇ, ਪਰ ਕਿਵੇਂ ਗੁਜ਼ਰੇ ਨੇ, ਉਹਨਾਂ ਦੀ ਅਮਾਨਤ ਪੂਰੀ ਉਸ ਅਕਾਲ ਪੁਰਖ ਨੂੰ ਅਦਾ ਹੋ ਗਈ ਕਿ ਨਹੀਂ ਹੋ ਗਈ, ਇਸ ਗੱਲ ਦੇ ਲਈ ਮਹਾਰਾਜ ਬੇਤਾਬ ਨੇ। ਜਦੋਂ ਤੀਜੀ ਵਾਰੀ ਮਹਾਰਾਜ ਕਹਿਣ ਲੱਗੇ ਜੰਡ ਤੇ ਫੇਰ ਚੜ, ਉਹ ਨੌਕਰ ਵੀ ਹੈਰਾਨ, ਭਾਈ ਦਇਆ ਸਿੰਘ ਵੀ ਹੈਰਾਨ ਕਿ ਦੁਨੀਆ ਦੇ ਕੁੱਲ ਸੰਸਾਰ ਦਾ ਪਸਾਰਾ ਰਚ ਕੇ ਵੀ ਉਹਦੇ ਤੋਂ ਨਿਰਲੇਪ ਰਹਿਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਮਨ 'ਚ ਇੰਨੀ ਬੇਕਰਾਰੀ। ਪੰਚਮ ਪਾਤਸ਼ਾਹ ਨੇ ਕਿਹਾ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਐ ਪਰੇ ਤੁਧ ਭਗਵੰਤਾ, ਮੋਹਿ ਰਹਿਣ ਨਾ ਵਿਹਾਵੇ, ਨੀਂਦ ਨਾ ਆਵੇ ਬਿਨ ਦੇਖੇ ਗੁਰ ਦਰਬਾਰੇ ਜੀਓ। ਜਿਨ੍ਹਾਂ ਸਾਹਿਬਜ਼ਾਦਿਆਂ ਦੇ ਛੋਟੇ ਛੋਟੇ ਜਕਾਰੇ, ਜਿਨ੍ਹਾਂ ਦੀਆਂ ਕਲਕਾਰੀਆਂ, ਜਿਨ੍ਹਾਂ ਦੀਆਂ ਗੂੰਜਦੀਆਂ ਹੋਈਆਂ ਫਤਿਹ ਮਹਾਰਾਜ ਦੇ ਚੇਤਿਆਂ ਵਿੱਚ ਆ ਰਹੀਆਂ ਨੇ। ਇੱਕ ਫਤਿਹ ਮਹਾਰਾਜ ਨੇ ਉਦੋਂ ਗਜਾਈ, ਜਕਾਰੇ ਉਦੋਂ ਗਜਾਏ ਜਦੋਂ ਅਨੰਦਪੁਰ ਸਾਹਿਬ ਨਗਰ ਛੱਡਿਆ, ਤੇ ਛੋਟੇ ਸਾਹਿਬਜ਼ਾਦਿਆਂ ਨੇ ਵੀ ਆਪਣੀ ਦਾਦੀ ਮਾਂ ਨਾਲ ਬੈਠਿਆਂ ਹੋਇਆਂ ਨੇ ਜਕਾਰੇ ਲਾਏ। ਉਹ ਆਖਰੀ ਜਕਾਰੇ ਮਹਾਰਾਜ ਨੇ ਆਪਣੀ ਛੋਟੀ ਸੰਤਾਨ ਦੇ ਸੁਣੇ ਨੇ, ਪਰ ਇੱਕ ਉਹ ਜਕਾਰੇ ਜਿਹੜੇ ਸਰਹੰਦ ਦੀਆਂ ਦੀਵਾਰਾਂ ਵਿੱਚ ਲਾਏ, ਉਹਨਾਂ ਦੀ ਗਾਥਾ ਸੁਣ ਲਈ ਮਹਾਰਾਜ ਬੜੇ ਬੇਤਾਬ ਨੇ। ਮਹਾਰਾਜ ਨੇ ਨੌਕਰ ਨੂੰ ਕਿਹਾ ਫਿਰ ਚੜ। ਉਹ ਬੜਾ ਹੈਰਾਨ ਮਹਾਰਾਜ ਦੇ ਅੱਗੇ ਵੀ
ਵੀ ਪਤਾ ਨਹੀਂ ਮਹਾਰਾਜ ਕੀ ਐਸਾ ਹੋ ਗਿਆ ਮਹਾਰਾਜ ਦੀ। ਇਹ ਦਿਲਾਂ ਦੀ ਗੱਲ, ਦਿਲਾਂ ਦੀ, ਇਹ ਅਕਲਾਂ ਦੀ ਗੱਲ ਨਹੀਂ ਹੈਗੀ ਜੀ, ਇਹ ਦਿਲਾਂ ਦੀ ਗੱਲ ਹੈ। ਵਿਦੇਸ਼ ਤੋਂ ਪੁੱਤਰ ਨੇ ਆਉਣਾ ਹੋਵੇ ਨਾ, ਦੱਸਿਆ ਹੋਵੇ ਵੀ ਇੰਨੇ ਵਜੇ ਫਲੈਟ ਹੈ, ਲੈਂਡ ਹੋਣੀ ਹੈ, ਤੇ ਇੰਨਾ ਕੁ ਸਫ਼ਰ ਹੈ, ਤੇ ਇੰਨੇ ਕੁ ਵਜੇ ਪੁੱਜ ਜਾਵਾਂਗਾ। 6 ਵਜੇ ਦਾ ਸਮਾਂ ਦਿੱਤਾ, ਅਸੀਂ ਸਮਝ ਲੈਂਦੇ ਵੀ 6:30 ਤਾਂ ਇਹਨੇ ਪੁੱਜ ਹੀ ਜਾਣਾ ਹੈ, ਤੇ 6:30 ਹੋ ਜਾਣ ਤੇ ਪੁੱਜਿਆ ਨਾ ਹੋਵੇ, ਤੇ ਦਿਲ ਵਿੱਚ ਫਿਰ ਯਾਦਾਂ ਤੇ ਫਿਰ ਫਿਕਰ ਤੇ ਇੰਨਾ ਜ਼ਿਆਦਾ ਤੂਫਾਨ ਚੜ੍ਹਦਾ ਹੈ ਨਾ, ਬੰਦਾ ਪਛੇਮਾਨ ਹੋ ਜਾਂਦਾ। ਬਾਕ ਤੀਸਰੇ ਭੇ ਕਹਿਓ, ਸਤਿਗੁਰੂ ਬਾਕ ਸੁਨਾਇਓ, ਚੜੋ ਬ੍ਰਿਸ਼ ਉੱਪਰ ਮਾਹੀ, ਪਿੱਖੋ ਮਾਹੀ ਆਇਓ, ਕੇ ਨਾ ਆਇਓ। ਕਵੀ ਸੰਤੋਖ ਸਿੰਘ ਨੇ ਲਿਖਿਆ ਵੀ ਤੀਜੀ ਵਾਰੀ ਮਹਾਰਾਜ ਨੇ ਫਿਰ ਉਸ ਜੰਡ ਤੇ ਚੜਾ ਦਿੱਤਾ ਵੀ ਪਿੱਖੋ ਮਾਹੀ ਆਇਓ, ਕੇ ਨਾ ਆਇਓ। ਬਾਣੀ ਵਿੱਚ ਵਾਕ ਆਉਂਦਾ ਹੈ, ਆਓ ਸੱਜਣਾ ਹੋ ਦੇਖਾਂ ਦਰਸ਼ਨ ਤੇਰਾ ਰਾਮ। ਜਾਂ ਬਾਣੀ ਵਿੱਚ ਵਾਕ ਆਉਂਦਾ ਹੈ, ਉਹ ਗੁਰੂ ਸਾਹਿਬ ਜੀ ਦਾ ਵਾਕ ਹੈ, ਸਾ ਨੇਹੜੇ ਦਿਨ ਦੀ ਜ਼ਿਕਰ ਮਿਲਦਾ ਹੈ। ਤਾਂ ਗੁਰੂ ਸਾਹਿਬ ਜੀ ਨੇ ਤੀਜੀ ਵਾਰੀ ਉਹ ਨੌਕਰ ਚੜ੍ਹ ਗਿਆ, ਉਹ ਨੌਕਰ ਤੇ ਚੜ੍ਹਿਆ ਵੀ ਨੂਰਾ ਅਜੇ ਕਿੱਥੇ ਆਉਣ ਵਾਲਾ ਹੈ। ਨੌਕਰ ਚੜ੍ਹਿਆ, ਦੇਖਿਆ, ਬੜੀ ਨਜ਼ਰ ਲਾਈ ਤੇ ਇੱਕ ਨੂਰਾ ਚੱਲਿਆ ਆ ਰਿਹਾ। ਉਹਨੇ ਜੰਡ ਤੋਂ ਖਲੋਤਿਆਂ ਨੂੰ ਮਹਾਰਾਜ ਨੂੰ ਆਵਾਜ਼ ਦਿੱਤੀ, ਮਹਾਰਾਜ ਨੂਰਾ ਆ ਗਿਆ। ਨੂਰਾ ਆ ਗਿਆ ਮਹਾਰਾਜ ਨੂੰ। ਉਸੇ ਵਕਤ ਜਦੋਂ ਪਹੁੰਚਿਆ ਮਹਾਰਾਜ ਜੀ ਦੇ ਹਜ਼ੂਰ, ਬੜੇ ਪਹਿਲਾਂ ਸਰੀਰ ਬੜਾ ਚੁਸਤ ਫੁਰਤ ਸੀ ਜਦੋਂ ਚੱਲਿਆ ਸੀ ਇੱਥੋਂ, ਤੇ ਰਾਏ ਕੱਲਾ ਵੀ ਹੈਰਾਨ ਵੀ ਏਡੀ ਛੇਤੀ ਸਫ਼ਰ ਕਿਵੇਂ ਮੁੱਕ ਗਿਆ। ਗੁਰੂ ਆਪਣੀ ਕਲਾ ਆਪ ਵਰਤਾ ਲੈਂਦਾ ਜੀ। ਮਹਾਰਾਜ ਦੇ ਚਰਨਾਂ ਤੇ ਆ ਕੇ ਡਿੱਗ ਕੇ ਨਮਸਕਾਰ ਕੀਤੀ। ਕਿੰਨਾ ਚਿਰ ਮਹਾਰਾਜ ਦੇ ਚਰਨਾਂ ਤੋਂ ਨੂਰਾ ਉੱਠਿਆ ਹੀ ਨਹੀਂ। ਜਾਰੋ ਜਾਰ ਕਹਿੰਦੇ ਜ਼ਿਕਰ ਮਿਲਦਾ ਸਾਡੇ ਇਤਿਹਾਸ ਵਿੱਚ ਵੀ ਉਹਨੇ ਮਹਾਰਾਜ ਦੇ ਚਰਨ ਧੋ ਦਿੱਤੇ ਆਪਣੇ ਹੰਝੂਆਂ ਦੇ ਨਾਲ। ਮਹਾਰਾਜ ਨੇ ਉਹਨੂੰ ਮੋਢਿਆਂ ਤੋਂ ਫੜ ਕੇ ਸੰਭਾਲਿਆ ਵੀ ਨੂਰੇ, ਅਸੀਂ ਤਾਂ ਤੈਨੂੰ ਖਬਰ ਲੈਣ ਲਈ ਭੇਜਿਆ ਸੀ ਲਾਲਾਂ ਦੀ, ਵੀ ਵਿਰਲਾਪ ਕਰਨ ਲਈ ਥੋੜਾ ਭੇਜਿਆ ਸੀ ਤੈਨੂੰ, ਅਸੀਂ ਤਾਂ ਤੈਨੂੰ ਖਬਰ ਲੈਣ ਲਈ ਭੇਜਿਆ ਸੀ। ਨੂਰੇ ਨੇ ਡੁਸਕਦੇ ਹੋਏ ਨੇ ਕਿਹਾ, ਮਹਾਰਾਜ 100 ਖਬਰਾਂ ਮੰਗਵਾਓ ਜ਼ਿੰਦਗੀ 'ਚ, 1000 ਖਬਰਾਂ ਮੰਗਵਾਓ, ਦਾਸ ਕਦੇ ਤੁਹਾਡੇ ਬਚਨ ਤੋਂ ਪਰਾਂ ਨਹੀਂ, ਪਰ ਜਿਹੜੀ ਖਬਰ ਲੈਣ ਲਈ ਮੈਨੂੰ ਭੇਜਿਆ, ਦੁਨੀਆ ਦਾ ਕੋਈ ਸ਼ਖਸ ਇਹਨਾਂ ਖਬਰਾਂ ਨੂੰ ਸੁਣ ਕੇ ਦਿਲ ਪਸੀਜੇ ਬਿਨਾਂ ਮਹਾਰਾਜ ਨਹੀਂ ਰਹਿ ਸਕਦਾ। ਮਹਾਰਾਜ ਨੇ ਇਹਨੂੰ ਥਾਪੜਾ ਦਿੱਤਾ। ਮਹਾਰਾਜ ਕਹਿਣ ਲੱਗੇ, ਇੱਥੇ ਮਹਾਰਾਜ ਨੇ ਕਹਿੰਦੇ ਇੱਕ ਮੂੜਾ ਮੰਗਵਾਇਆ। ਮੂੜਾ ਬਹਿਣ ਵਾਲਾ ਹੁੰਦਾ ਨਾ, ਕਾਨਿਆਂ ਜਿਹਦਾ ਬਣਿਆ ਹੁੰਦਾ। ਕਹਿੰਦੇ ਮਹਾਰਾਜ ਨੇ, ਦੇਖੋ ਇਹ ਗੱਲਾਂ ਆਪਾਂ ਇਤਿਹਾਸ 'ਚ ਨਹੀਂ ਕਰਦੇ, ਮੈਂ ਬਚਪਨ ਤੋਂ ਸੁਣਦਾ ਆ ਰਿਹਾ ਜੀ, ਸਾਰੀਆਂ ਗੱਲਾਂ ਮੈਨੂੰ ਸਭ ਪਤਾ, ਮੈਂ ਇਹ ਐਸੀ ਕੋਈ ਗੱਲ ਨਹੀਂ, ਗੁਰਮੁਖ ਪਰਿਵਾਰ 'ਚ ਪੈਦਾ ਹੋਏ, ਸਭ ਇਤਿਹਾਸ ਸੁਣੇ, ਨਹੀਂ ਗੱਲਾਂ ਕਰਦੇ। ਜਦੋਂ ਮਹਾਰਾਜ ਨੇ, ਅੰਤਰਜਾਮੀ ਸਤਿਗੁਰੂ ਨੂੰ ਸਭ ਗੱਲਾਂ ਪਤਾ ਨੇ, ਮਹਾਰਾਜ ਨੇ ਮੂੜਾ ਮੰਗਵਾਇਆ। ਹੈ ਤਾਂ ਨੌਕਰ ਸੀ ਇਹ, ਮਾਲਕ ਇਹਦਾ। ਮਹਾਰਾਜ ਜੀ ਨੇ ਕਿਹਾ ਵੀ ਰਾਏ ਗੱਲੇ ਨੂੰ ਕਿਹਾ ਮੂੜਾ ਮੰਗਾਓ। ਕਹਿੰਦੇ ਮੂੜਾ ਮੰਗਵਾਇਆ ਮਹਾਰਾਜ ਨੇ ਬਹਿਣ ਵਾਲਾ। ਉਹਦੇ ਤੇ ਮਹਾਰਾਜ ਨੇ ਕੱਪੜਾ ਵਿਛਾਇਆ ਤੇ ਕਹਿਣ ਲੱਗੇ ਵੀ ਬਹਿ ਜਾ, ਤੇ ਹੁਣ ਤੂੰ ਨਾ ਮੂਲ ਮੰਤਰ ਦਾ ਜਾਪ ਕਰਕੇ ਤੇ ਜਿਹੜਾ ਸਾਕਾ ਨਾ ਸਾਰਾ ਸੁਣਾ ਦੇ। ਕਹਿਣ ਲੱਗਾ, ਮਹਾਰਾਜ ਮੇਰੇ ਕੋਲ ਓਡਾ ਦਿਲ ਨਹੀਂ ਹੈਗਾ, ਓਡੀ ਜ਼ੁਬਾਨ ਨਹੀਂ ਹੈਗੀ, ਓਡੇ ਵਾਕ ਨਹੀਂ ਹੈਗੇ ਕਿ ਮੈਨੂੰ ਲੱਗਦਾ ਇਹ ਸਾਕਾ ਸੁਣਾਉਣ ਤੋਂ ਪਹਿਲਾਂ ਮੈਂ ਪਿਘਲ ਜਾਵਾਂਗਾ ਤੇ ਪਿਘਲ ਕੇ ਇਸ ਮਿੱਟੀ ਵਿੱਚ ਮਿਲ ਜਾਵਾਂਗਾ। ਮੇਰੇ ਕੋਲ ਐਡੇ ਵੱਡੇ ਸਾਕੇ ਦੀ ਇਬਾਰਤ ਨਹੀਂ ਸੁਣਾਈ ਜਾਣੀ। ਮਹਾਰਾਜ ਜੀ ਨੇ ਫਿਰ ਇਹਨੂੰ ਥਾਪੜਾ ਦਿੱਤਾ। ਮਹਾਰਾਜ ਕਹਿਣ ਲੱਗੇ, ਤੂੰ ਸ਼ੁਰੂ ਕਰ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਬੈਠੇ ਹੋਏ ਹਨ, ਇੱਕ ਬਾਂਹ ਆਪਣੇ ਗੋਡੇ ਤੇ ਰੱਖੀ ਕੂਹਣੀ ਮੋੜ ਕੇ, ਤੇ ਜਿਹੜਾ ਹੱਥ ਹੈ ਉਹ ਆਪਣੇ ਚਿਹਰੇ ਨਾਲ ਲਾਇਆ ਹੋਇਆ ਮਹਾਰਾਜ ਨੇ, ਜਿਵੇਂ ਆਪਾਂ ਕਈ ਵਾਰੀ ਵੇਟਿੰਗ ਦੀ ਪੋਜੀਸ਼ਨ 'ਚ ਬੈਠੇ ਹੁੰਦੇ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਰਾਏ ਕੱਲਾ, ਹੋਰ ਸਾਰੇ ਦੇਖ ਰਹੇ ਹਨ। ਨੂਰੇ ਨੇ ਸ਼ੁਰੂ ਕੀਤੀ ਗਾਥਾ ਲਾਲਾਂ ਦੇ ਪਕੜੇ ਜਾਣ ਦੀ, ਵੀ ਕਿੱਥੋਂ ਪਕੜੇ ਗਏ, ਗੰਗੂ ਦੇ ਘਰ ਤੋਂ। ਸੁਣਾਈ ਜਾ ਰਿਹਾ, ਨੈਣਾ 'ਚੋਂ ਨੀਰ ਵਗੀ ਜਾ ਰਿਹਾ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ, ਰਾਏ ਕੱਲਾ ਜਿਉਂ-ਜਿਉਂ ਸਾਹਿਬਜ਼ਾਦਿਆਂ ਦੀ ਗਾਥਾ ਸੁਣਦੇ ਜਾ ਰਹੇ ਨੇ, ਆਪਣੀਆਂ ਦੇਹਾਂ ਦੀ ਸੁਰਤ ਭੁਲਾ ਬੈਠੇ ਨੇ। ਸਰਦੀ ਸਰੀਰਾਂ ਨੂੰ ਪੋਣਾ ਛੱਡ ਚੁੱਕੀ ਹੈ, ਇੰਨਾ ਜ਼ਿਆਦਾ ਯਾਦ 'ਚ ਮਗਨ ਹੋ ਗਏ। ਕਈ ਵਾਰੀ ਡੁਸਕਿਆ ਵਿੱਚ, ਕਈ ਵਾਰੀ ਹੌਕੇ ਲਏ, ਲੰਬੇ ਲੰਬੇ ਸਾਹ ਭਰੇ। ਦਸਮ ਪਾਤਸ਼ਾਹ ਅਡੋਲ ਮਹਾਰਾਜ ਬਿਨਾਂ ਅੱਖ ਝਮਕਿਆਂ, ਬਿਨਾਂ ਆਪਣੇ ਸਰੀਰ ਦੀ ਜਰਾ ਜਿੰਨੀ ਹਰਕਤ ਕੀਤਿਆਂ, ਮਹਾਰਾਜ ਬੜੇ ਇਕਾਗਰਤਾ ਦੇ ਨਾਲ ਨੂਰੇ ਵਰਗਿਆਂ ਦੇ ਲਈ ਗਾਥਾ ਸੁਣਾਉਣੀ ਮੁਹਾਲ ਹੋਈ ਪਈ ਹੈ। ਬਾਰ-ਬਾਰ ਗਲਾ ਭਰਦਾ, ਬਾਰ-ਬਾਰ ਕਰਦੇ ਨੇ। ਦਸਮ ਪਾਤਸ਼ਾਹ ਅਡੋਲ
ਜਿਹੜੇ ਹਨ ਸੁਣੀ ਜਾ ਰਹੇ ਨੇ। ਕਹਿੰਦੇ ਜਦੋਂ ਮਹਾਰਾਜ ਜੀ ਦੀ ਸਾਹਿਬਜ਼ਾਦਿਆਂ ਦੀ ਗਾਥਾ ਦੀ ਸ਼ਹੀਦੀ ਦੀ ਖਬਰ ਆਈ ਨਾ, ਜਦੋਂ ਦੀਵਾਰਾਂ ਦਾ ਸਾਕਾ ਸੁਣਾਇਆ ਨੂਰੇ ਨੇ, ਤੇ ਮਹਾਰਾਜ ਜੀ ਨੇ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੁਚੇਤ ਹੋ ਗਏ। ਮਹਾਰਾਜ ਨੇ ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਨੇ ਵੀ ਨਮਸਕਾਰ ਕੀਤੀ ਵੀ ਜੇ ਸਾਡੇ ਮਹਾਰਾਜ ਇਹ ਕੰਮ ਕਰ ਰਹੇ ਨੇ ਆਪਾਂ ਕਿਉਂ ਕੀਤੀ ਜੀ, ਇਹ ਵੀ ਮੈਂ ਜ਼ਿਕਰ ਕਰ ਦਵਾਂ। ਕਹਿੰਦੇ ਜਦੋਂ ਮਹਾਰਾਜ ਚਮਕੌਰ ਗੜੀ ਵਿੱਚੋਂ ਲੰਘੇ ਨਾ ਤੇ ਮਹਾਰਾਜ ਨੇ ਜੋੜਾ ਲਾਤਾ ਸੀ, ਤੇ ਚਮਕੌਰ ਗੜੀ ਦੇ ਵਿੱਚੋਂ ਮਹਾਰਾਜ ਨੇ ਥੋੜੀ ਜੀ ਪਾਕ ਸ਼ਹੀਦੀਆਂ ਦੀ ਮਿੱਟੀ ਜਿਹੜੀ ਹੈ ਨਾ ਉਹ ਆਪਣੇ ਮਸਤਕ ਨੂੰ ਲਾਈ ਸੀ। ਮਹਾਰਾਜ ਨੇ ਨਮਸਕਾਰ ਕੀਤੀ। ਆਹੋ ਜਿਹਾ ਗੁਰੂ ਤੁਹਾਨੂੰ ਲੱਭਣਾ ਕਿਤੇ, ਆਪਣੇ ਲਾਲ ਵਾਰੇ ਤੇ ਆਪ ਹੀ ਨਮਸਕਾਰ ਕਰੇ। ਤਾਂ ਹੀ ਤੇ ਬਾਣੀ 'ਚ ਕਿਹਾ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਇੱਥੇ ਮਹਾਰਾਜ ਨੇ ਜਦੋਂ ਇਹ ਸੁਣਿਆ ਤੇ ਮਹਾਰਾਜ ਨੇ ਬਾਣੀ ਦਾ ਇੱਕ ਵਾਕ ਕਿਹਾ, ਗੁਰਮੁਖ ਨਾਮ ਲਿਆ ਜੋਤੀ ਜੋਤ ਰਲੇ। ਵੀ ਮੇਰੀ ਜੋਤ ਤੋਂ ਇਹ ਚਾਰ ਦੀਵੇ ਪੈਦਾ ਹੋਏ, ਚਾਰ ਦੀਵਿਆਂ ਦੀਆਂ ਲਾਟਾਂ ਇਕੱਠੀਆਂ ਕਰਦੀ ਏ, ਫਿਰ ਇੱਕ ਲਾਟ ਬਣ ਜਾਂਦੀ ਏ। ਮਹਾਰਾਜ ਨੇ ਧਿਆਨ ਧਰਿਆ। ਫਿਰ ਇਸ ਤੋਂ ਅੱਗੇ ਦੀਵਾਨ ਟੋਡਰਮਲ ਦੀ, ਮੋਤੀ ਰਾਮ ਦੀ ਸਾਰੀ ਗਾਥਾ ਸੁਣਾਈ, ਮਲੇਰ ਕੋਟਲੀਆਂ ਦੀ ਵੀ ਗੱਲ ਸੁਣਾਈ ਨੂਰੇ ਨੇ। ਸਾਕਾ ਸਮਾਪਤ ਹੋਇਆ। ਨੂਰੇ ਦੇ ਵੀ ਵਸਤਰ ਭਿੱਜੇ ਪਏ ਨੇ। ਭਾਈ ਦਇਆ ਸਿੰਘ, ਧਰਮ ਸਿੰਘ, ਮਾਨ ਸਿੰਘ ਵੀ ਵੈਰਾਗ ਦੇ ਨਾਲ, ਪ੍ਰੇਮ ਨਾਲ ਭਿੱਜੇ ਹੋਏ ਨੇ। ਨੂਰਾ ਵੀ ਭਿੱਜਿਆ ਹੋਇਆ ਹੈ। ਹੰਝੂਆਂ ਦੀ ਗਾਥਾ ਸੁਣਨ ਵਾਲਾ, ਜਿਹਦੇ ਨਾਲ ਸਾਰੀ ਗਾਥਾ ਜੁੜੀ ਹੈ, ਉਹਦੀ ਜਰਾ ਜਿੰਨੀ ਅੱਖ ਨਮ ਹੋਈ ਤੇ ਅੱਖ ਦੇ ਕੋਏ ਦੇ ਵਿੱਚੋਂ ਇੱਕ ਬੂੰਦ ਕਹਿੰਦੇ ਉੱਭਰੀ, ਇੱਕ ਹੰਝੂ ਦੀ ਹੰਝੂ ਉੱਭਰਿਆ। ਉੱਭਰ ਕੇ ਭਾਈ ਦਇਆ ਸਿੰਘ ਬੜੀ ਗੌਰ ਨਾਲ ਦੇਖ ਰਹੇ ਸਨ। ਅੱਖ ਦੇ ਇੱਕ ਕੋਏ ਚੋਂ ਇੱਕ ਹੰਝੂ ਉੱਭਰਿਆ। ਉੱਭਰ ਕੇ ਉਹ ਡਿੱਗਣ ਦੀ ਬਜਾਏ ਅੱਖ ਦੇ ਕੋਏ 'ਚ ਹੀ ਸਮਾਪਤ ਹੋ ਗਿਆ। ਇਹਨੂੰ ਇੱਕ ਕਵੀ ਨੇ ਕਿਹਾ ਕਿ ਦੁਨੀਆ ਦੇ ਜਦ ਹੰਝੂ ਅੱਖਾਂ 'ਚੋਂ ਡਿੱਗਦੇ ਨੇ ਤੇ ਪਤਾ ਲੱਗ ਜਾਂਦਾ ਕਿ ਬੰਦਾ ਦਰਦ ਵਿੱਚ ਹੈ, ਬੰਦਾ ਪੀੜ ਵਿੱਚ ਹੈ, ਬੰਦਾ ਕਿਸੇ ਵਿਛੋੜੇ ਦੇ ਸੱਲ ਵਿੱਚ ਹੈ। ਕਹਿਣ ਲੱਗਾ ਪਾਤਸ਼ਾਹ ਏਡੀ ਤੇਰੀ ਕਲਾ ਵੀ ਤੇਰੀ ਅੱਖ ਦੇ ਵਿੱਚੋਂ ਇੱਕ ਹੰਝੂ ਉੱਭਰਿਆ ਤੇ ਤੇਰਾ ਐਡਾ ਵੱਡਾ ਜ਼ਬਤ ਕਿ ਉਸ ਹੰਝੂ ਨੇ ਅੱਖ 'ਚੋਂ ਨਿਕਲ ਕੇ, ਅੱਖ ਦੇ ਕੋਏ 'ਚੋਂ ਨਿਕਲ ਕੇ ਝਿਮਣੀਆਂ ਤੋਂ ਡਿੱਗਣ ਦੀ ਬਜਾਏ ਉੱਥੇ ਹੀ ਸਮਾਪਤ ਹੋ ਗਿਆ। ਮਹਾਰਾਜ ਜੇ ਦੁਨੀਆ ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਅਜ਼ਮਤ ਨੂੰ ਜਾਣੇਗੀ ਤੇ ਇਸ ਹੰਝੂ ਦੀ ਕੀਮਤ ਵੀ ਨਹੀਂ ਪਾ ਸਕਦੀ ਜਿਹੜਾ ਮਹਾਰਾਜ ਦੀ ਅੱਖ ਦੇ ਵਿੱਚੋਂ ਨਿਕਲਿਆ ਤੇ ਉੱਥੇ ਹੀ ਸਮਾਪਤ ਹੋ ਗਿਆ, ਹੇਠਾਂ ਨਹੀਂ ਡਿੱਗਿਆ। ਸਾਕੇ ਦੀ ਵਾਰਤ ਪੂਰੀ ਹੋਈ। ਹੁਣ ਇੱਥੇ ਜਿਹੜੀ ਮਹਾਰਾਜ ਜਦੋਂ ਸ਼ਹੀਦੀ ਦਾ ਨੇੜਾ ਆਇਆ ਨਾ ਤੇ ਕਹਿੰਦੇ ਮਹਾਰਾਜ ਨੇ ਤੀਰ ਫੜ ਲਿਆ ਸੀ, ਇੱਕ ਬਰੀਕ ਨੋਕ ਵਾਲਾ ਤੀਰ ਮਹਾਰਾਜ ਨੇ। ਤੇ ਜ਼ਿਕਰ ਕਰ ਕਰਾਂ ਕਿ ਇੱਥੇ ਇੱਕ ਬੜੀ ਕਮਾਲ ਦੀ ਕਲਾ ਹੈ। ਬਰੀਕ ਛੋਟੀ ਨੋਕ ਵਾਲਾ ਮਹਾਰਾਜ ਨੇ ਤੀਰ ਫੜਿਆ ਹੋਇਆ ਸੀ। ਤੇ ਸਾਹਿਬਜ਼ਾਦਾ ਜੋਰਾਵਰ ਸਿੰਘ, ਫਤਿਹ ਸਿੰਘ ਨੂੰ ਮਹਾਰਾਜ ਨੇ ਛੇਤੀ ਕਿਤੇ ਤਲਵਾਰ ਨਹੀਂ ਸੀ ਦਿੰਦੇ ਹੁੰਦੇ, ਕਿਉਂਕਿ ਹੱਥਾਂ 'ਚ ਪਕੜ ਨਹੀਂ ਨਾ ਹੋਵੇ। ਮਹਾਰਾਜ ਇਹਨਾਂ ਨੂੰ ਤੀਰ ਦਿੰਦੇ ਹੁੰਦੇ ਸੀ। ਤੇ ਇਹਨਾਂ ਦੇ ਜਦੋਂ ਫਿਰ ਮਹਾਰਾਜ ਇਹਨਾਂ ਨੂੰ ਨਿੱਕੇ ਹੁੰਦੇ ਕੀ ਖੇਡਾਂ ਕਰਾਉਂਦੇ ਹੁੰਦੇ ਸਨ, ਜਦੋਂ ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ ਤੀਰ ਚਲਾਉਂਦੇ ਸਨ ਤੇ ਇਹ ਕਹਿੰਦੇ ਸੀ ਸਾਨੂੰ ਵੀ ਸਿਖਾਓ। ਮਹਾਰਾਜ ਕਹਿੰਦੇ ਨੇ ਤੁਸੀਂ ਤੀਰ ਚੁੱਕ ਕੇ ਲਿਆਇਆ ਕਰੋ। ਇਹ ਫਿਰ ਦੋਵੇਂ ਆਪਣੇ ਵੱਡੇ ਭਰਾਵਾਂ ਦੇ ਨਾਲ ਪਿਆਰ ਲਾੜ ਦੇ ਵਿੱਚ ਤੀਰ ਚੁੱਕ ਚੁੱਕ ਕੇ ਲਿਆਉਂਦੇ ਸਨ, ਦੂਰੋਂ ਭੱਜ ਭੱਜ ਕੇ। ਨਿਆਣੇ ਦੀ ਸਪੀਡ ਬੜੀ ਹੁੰਦੀ, ਮੈਂ ਅੱਗੇ ਵੀ ਕਿਹਾ। ਉਹੀ ਮਹਾਰਾਜ ਨੇ ਜਿਹੜਾ ਤੀਰ ਕਦੇ ਸਾਹਿਬਜ਼ਾਦਾ ਜੀ ਜੋਰਾਵਰ ਸਿੰਘ, ਫਤਿਹ ਸਿੰਘ ਨੂੰ ਦਿੰਦੇ ਸਨ ਮਹਾਰਾਜ, ਉਹੋ ਜਿਹਾ ਤੀਰ ਇਨ ਬਿਨ ਉਹਨਾਂ ਨੂੰ ਵੀ ਛੋਟੀ ਕਾਨੀ ਵਾਲਾ, ਨਿੱਕੀ ਨੋਕ ਵਾਲਾ ਮਹਾਰਾਜ ਤੀਰ ਦਿੰਦੇ ਸਨ, ਇਹਨਾਂ ਨੂੰ ਵੀ ਦਿੰਦੇ ਸਨ। ਜਦੋਂ ਇਹ ਗਾਥਾ ਪੂਰੀ ਹੋਈ, ਸੰਸਕਾਰ ਦੀ ਸਾਰੀ ਗਾਥਾ ਸੁਣਾਈ। ਹੁਣ ਇੱਥੇ ਮੁਕੰਮਲ ਆਤਮ ਦੇਖੋ, ਉਧਰ ਪੂਰਾ ਸਾਕਾ ਵਾਪਰ ਗਿਆ। ਉਸ ਤੋਂ ਬਾਅਦ ਮਹਾਰਾਜ ਨੇ ਖਬਰ ਸੁਣੀ, ਰਾਜ ਨਹੀਂ ਮਹਾਰਾਜ ਨੇ ਖਬਰ ਸੁਣੀ। ਇਹਦਾ ਮਤਲਬ ਹੈ ਗੁਰੂ ਪੂਰੇ ਕਾ ਕੀਆ ਸਭ ਕੁਛ ਪੂਰਾ। ਇਹ ਨਹੀਂ ਕਿ ਜੇ ਸਾਕਾ ਸਰਹੰਦ ਵਾਪਰਨਾ ਸੀ ਤੇ ਮਹਾਰਾਜ ਨੇ ਪਹਿਲਾਂ ਹੀ ਖਬਰ ਮੰਗਾ ਲਈ, ਨਹੀਂ। ਸਾਕਾ ਸਰਹੰਦ ਪੂਰਾ ਵਾਪਰ ਗਿਆ। ਜੋ ਜੋ ਕਿਸੇ ਨੇ ਭੂਮਿਕਾ ਨਿਭਾਉਣੀ ਸੀ, ਗੰਗੂ, ਜਾਨੀ ਮਾਨੀ ਖਾਂ, ਕੁੰਮਾ ਮਾਸ਼ਕੀ, ਜਿੰਨਿਆਂ ਨੇ ਵੀ ਭੂਮਿਕਾ ਨਿਭਾਉਣੀ, ਸ਼ਾਸ਼ਲ ਬਾਸ਼ਲ ਬੇਗ, ਕਾਜੀ ਵਰਗਿਆਂ, ਵਜ਼ੀਰ ਖਾਂ ਵਰਗਿਆਂ, ਜੈਨਾ ਵਰਗਿਆਂ, ਮਲੇਰੀਆਂ ਵਰਗਿਆਂ, ਜਿੰਨਿਆਂ ਨੇ ਵੀ, ਸੁੱਚਾਨੰਦ ਵਰਗਿਆਂ ਨੇ, ਸਾਰਿਆਂ ਦੀ ਭੂਮਿਕਾ ਮਹਾਰਾਜ ਫਿਰ ਸੁਣਦੇ ਨੇ। ਮਹਾਰਾਜ ਨੇ ਉਹ ਤੀਰ ਫੜਿਆ ਤੋਂ ਇੱਕ ਘਾਈ ਦਾ ਬੂਟਾ ਸੀ। ਘਾਈ ਦਾ ਬੂਟਾ ਉੱਪਰੋਂ ਥੋੜਾ ਜਿਹਾ ਹੋਵੇ, ਥੱਲੇ ਕਾਫੀ ਜੜ ਹੁੰਦੀ ਹੈ ਜੀ ਉਹਦੀ। ਮਹਾਰਾਜ ਖੁਰਚਦੇ ਗਏ, ਖੁਰਚਦੇ ਗਏ।
ਜਦੋਂ ਇਹ ਗਾਥਾ ਪੂਰੀ ਹੋਈ ਮਹਾਰਾਜ ਜੀ ਨੇ ਚੰਗੀ ਤਰ੍ਹਾਂ ਨੋਕ ਖੁਭਾ ਕੇ ਤੇ ਖਿੱਚਿਆ ਤੇ ਸਾਰੀ ਜੜ ਬਾਹਰ ਆ ਗਈ ਤੇ ਮਹਾਰਾਜ ਜੀ ਨੇ ਕਿਹਾ ਤੁਰਕੇਸ਼ ਜੜ ਉਖੜ ਗਇਓ। ਤੁਰਕਾਂ ਦੀ ਜੜ ਮਹਾਰਾਜ ਨੇ ਕਿਹਾ ਉਖੜ ਗਈ। ਭਾਈ ਦਇਆ ਸਿੰਘ ਸਾਰੀ ਗੱਲ ਦੇ ਗਵਾਹ ਹਨ। ਲਾਗੇ ਰਾਏ ਇਕੱਲਾ ਖਲੋਤਾ ਸੀ। ਕਹਿਣ ਲੱਗਾ ਮਹਾਰਾਜ ਵੀ ਅਸੀਂ ਵੀ ਭਾਵੇਂ ਮੇਰਾ ਤੁਰਕਾਂ ਨਾਲ ਕੋਈ ਸੰਬੰਧ ਨਹੀਂ ਪਰ ਇਸਲਾਮੀ ਹਾਂ, ਅਸੀਂ ਵੀ ਕੀ ਉੱਜੜ ਜਾਵਾਂਗੇ। ਫਿਰ ਮਹਾਰਾਜ ਨੇ ਇੱਥੇ ਉਹ ਵਾਕ ਕਹੇ ਬਖਸ਼ਿਸ਼ਾਂ ਵਾਲੇ। ਮਾਘ ਨੇ ਗੁਰੂ ਸਾਹਿਬ ਜੀ ਨੇ ਦੀਵਾਨ ਟੋਡਰ ਮੱਲ ਬਾਰੇ ਵਾਕ ਕਹੇ ਵੀ ਮਾਇਆ ਉਹ ਪਵਿੱਤ ਹੈ ਜਿਹੜੀ ਸੇਵਾ ਵਿੱਚ ਲੱਗੇ, ਦੂਜੀ ਮਾਇਆ ਬਿੱਖ ਦਾ ਕੀ ਕਰਨਾ ਹੈ। ਸਾਡੇ ਕੋਲ ਵੀ ਅੱਜ ਕੱਲ੍ਹ ਅਮੀਰੀਆਂ ਨੇ ਪਰ ਸੇਵਾ ਦੇ ਅਰਥ ਨਹੀਂ ਆ ਰਹੀਆਂ ਸਾਡੇ ਕੰਮ। ਅਮੀਰੀ ਟੋਡਰ ਮੱਲ ਕੋਲੋਂ ਵੀ ਸੀ ਪਰ ਉਹਦੀ ਅਮੀਰੀ ਗੁਰੂ ਘਰ ਦੀ ਸੇਵਾ ਦੇ ਕੰਮ ਆਈ ਤੇ ਉਹ ਅਮੀਰੀ ਅਮਰ ਹੋ ਗਈ। ਇੱਕ ਨਵਾਂ ਸਿਲਸਿਲਾ ਚੱਲ ਪਿਆ। ਮੈਂ ਬੜਾ ਹੈਰਾਨ ਹੁੰਦਾ ਕਈ ਵਾਰੀ, ਆਪਾਂ ਨੂੰ ਨਾ ਤਮੀਜ਼ ਘਟਦੀ ਜਾ ਰਹੀ ਸਾਡੇ 'ਚ ਦਿਨੋਂ ਦਿਨ। ਕਹਿੰਦੇ ਜੀ ਇੰਨੇ ਦੀਆਂ ਮੋਹਰਾਂ ਸੀ, ਕੋਈ ਕਹਿੰਦਾ ਜੀ ਅਰਬ ਦੀਆਂ, ਕੋਈ ਕਹਿੰਦਾ ਕਰੋੜ ਦੀਆਂ। ਇਹ ਗੱਲਾਂ ਕਰਨ ਵਾਲੀਆਂ ਨਹੀਂ ਹੈਗੀਆਂ ਸਾਡੇ ਵੀ ਇੰਨੇ ਕਰੋੜ ਦੀਆਂ ਮੋਹਰਾਂ ਵਿਛਾਤੀਆਂ, ਇੰਨੇ ਅਰਬ ਦੀਆਂ ਵਿਛਾ ਦਿੱਤੀਆਂ। ਜੇ ਉਹਦੀ ਹੁਣ ਕੀਮਤ ਮੰਨ ਲਓ ਆਪਾਂ ਕੱਢ ਵੀ ਲਈ, ਮੇਰੇ ਕੋਲ ਰੋਜ਼ ਕੋਈ ਨਾ ਕੁਝ ਆਉਂਦਾ ਹੀ ਰਹਿੰਦਾ ਇਹੋ ਜਿਹਾ। ਉਹ ਕੱਲ੍ਹ ਕੋਈ ਕਹਿ ਰਿਹਾ ਸੀ 2 ਅਰਬ ਦੀਆਂ। ਮੈਂ ਕਿਹਾ 2 ਅਰਬ ਕਿਹਦੇ ਕੋਲ ਨਹੀਂ ਹੈਗਾ, ਇੰਡੀਆ 'ਚ ਇੰਨੇ ਅਰਬਪਤੀ ਪਏ ਨੇ। ਇਹ ਗੱਲਾਂ ਨਾ ਕਰੋ ਵੀ 2 ਅਰਬ ਦੀਆਂ ਲੱਗ ਗਈਆਂ, 4 ਅਰਬ ਦੀਆਂ ਲੱਗ ਗਈਆਂ। ਇਹਦੇ ਨਾਲ ਅਸੀਂ ਉਹਨਾਂ ਦੀਆਂ ਵੱਡੀਆਂ ਗੱਲਾਂ ਨੂੰ ਖਿੱਚ ਕੇ ਨੀਵੀਆਂ ਕਰ ਰਹੇ ਹਾਂ, ਗਲਤ ਗੱਲ ਕਰ ਰਹੇ ਹਾਂ। ਕਦੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਫੱਟ ਗਿਣਨ ਲੱਗ ਪੈਂਦੇ। ਪੋਸਟਮਾਰਟਮ ਕੀਤਾ ਸੀ ਉੱਥੇ ਆਪਾਂ। ਜਿੰਨੇ ਆਪਣੀ ਜਾਨ ਹੀ ਤਲੀ ਤੇ ਰੱਖ ਲਈ। ਮੈਂ ਤੇ ਕਹਿੰਦਾ ਸ਼ਹੀਦ ਦੇ ਸਰੀਰ ਤੇ ਜਿੰਨੇ ਰੋਮ ਹਨ ਇਹਦੇ ਨੂੰ ਦੁੱਗਣੇ ਫੱਟ ਉਹਨੂੰ ਵੱਜ ਸਕਦੇ ਨੇ। ਅਸੀਂ ਆਖਦੇ ਹਾਂ 392 ਫੱਟ ਆਏ ਉਹਨੂੰ। ਅਸੀਂ ਸ਼ਹੀਦ ਦੀ ਅਜ਼ਮਤ ਘਟਾ ਨਹੀਂ ਰਹੇ। ਅਸੀਂ ਦੀਵਾਨ ਟੋਡਰ ਮੱਲ ਦੀਆਂ ਮੋਹਰਾਂ ਦੀ ਗਿਣਤੀ ਕਰ ਕਰਕੇ ਸਾਨੂੰ ਪਤਾ ਨਹੀਂ ਕੀ ਹਾਲਤ ਪੈ ਗਈ। ਅਸੀਂ ਗੁਰੂ ਨਾਨਕ ਦੇ ਕਿਲੋਮੀਟਰ ਮਿਲ ਲਏ ਨੇ ਵੀ ਗੁਰੂ ਨਾਨਕ ਇੰਨੇ ਕਿਲੋਮੀਟਰ ਚੱਲਿਆ। ਕੀ ਸਾਨੂੰ ਹਾਲਤਾਂ ਪੈ ਗਈਆਂ ਭੈੜੀਆਂ ਭੈੜੀਆਂ ਨੈੱਟ ਦੇ ਜ਼ਮਾਨੇ 'ਚ। ਉਸ ਸਮੇਂ ਦੇ ਵਿੱਚ ਜਦੋਂ ਉਹਨੂੰ ਪਤਾ ਸੀ ਵੀ ਸੰਸਕਾਰ ਕਰਨਾ ਹੈ ਤੇ ਮੈਂ ਕੰਗਾਲ ਹੋ ਜਾਵਾਂਗਾ, ਮੇਰੀ ਸਾਰੀ ਸੰਪત્ਤੀ ਲੱਗ ਜਾਣੀ ਹੈ। ਅੱਜ ਨਾ ਮਾਪੋ ਉਹਨਾਂ ਚੀਜ਼ਾਂ ਨੂੰ, ਇੰਜ ਮਾਪੋ ਵੀ ਉਹ ਦਿਲ ਕਿਹੜੇ ਹੋਣਗੇ, ਉਹ ਭਾਵਨਾਵਾਂ ਕਿਹੜੀਆਂ ਹੋਣਗੀਆਂ। ਜਿਹੜੀਆਂ ਭਾਵਨਾਵਾਂ ਨੇ ਰਾਜਿਆਂ ਤੋਂ ਕੰਗਾਲ ਹੋ ਗਏ ਪਰ ਸੇਵਾ ਨਹੀਂ ਛੱਡੀ। ਉਹ ਭਾਵਨਾਵਾਂ ਨੂੰ ਪਛਾਣੋ, ਉਹਨਾਂ ਦੀ ਗਿਣਤੀਆਂ ਮਿਣਤੀਆਂ ਨਾ ਕਰੋ। ਬਾਣੀ 'ਚ ਤੇ ਵਾਕ ਆਉਂਦਾ ਆਸ ਕਿਹੇ ਨਾ ਆਖੀ ਹੈ ਜੇ ਲੇਖੈ ਵਰਤੈ ਸੋਏ। ਵੀ ਜਿਹੜਾ ਗਿਣਤੀ ਮਿਣਤੀ ਚਾਹੁੰਦਾ ਨੇ ਉਹ ਆਸ਼ਕ ਹੁੰਦਾ ਸਿੱਖੀ ਦਾ। ਮਹਾਰਾਜ ਨੇ ਫਿਰ ਦੀਵਾਨ ਟੋਡਰ ਮੱਲ ਮੋਤੀ ਰਾਮ ਦੇ ਬਾਰੇ ਬਖਸ਼ਿਸ਼ਾਂ ਭਰੇ ਵਾਕ ਕਹੇ। ਜਦੋਂ ਮਲੇਰਕੋਟਲੇ ਦੀ ਗੱਲ ਸੁਣੀ, ਮਹਾਰਾਜ ਨੇ ਕਿਹਾ ਇਨ ਮਲੇਰੀਅਨ ਕੀ ਜੜ ਰਹਿ, ਇਹਨਾਂ ਦੀ ਜੜ ਮਾਰਨ ਕਿਹਾ ਰਹਿ ਜਾਏਗੀ, ਇਹੀ ਵਸੇਗਾ ਬਾਕੀ ਉੱਜੜ ਜਾਣਗੇ। ਸਾਰੇ ਵਾਕ ਕਹਿ ਦਿੱਤੇ ਮਹਾਰਾਜ ਜੀ ਨੇ, ਬਖਸ਼ਿਸ਼ਾਂ ਕਰ ਦਿੱਤੀਆਂ। ਫਿਰ ਗੰਗੂ ਵਰਗਿਆਂ ਦਾ। ਫਿਰ ਇੱਥੇ ਰਾਏ ਕੱਲੇ ਨੇ ਇੱਕ ਸਵਾਲ ਕੀਤਾ। ਕਹਿਣ ਲੱਗਾ ਮਹਾਰਾਜ ਇੱਥੇ ਇੰਨੀ ਜ਼ੁਲਮੋ ਗਾਰਤ ਹੋਈ ਹੈ, ਆਪ ਜੀ ਇੱਥੇ ਆ ਕੇ ਬਹਿ ਗਏ ਹੋ, ਕੀ ਇਹ ਜ਼ੁਲਮ ਦਾ ਮਹਾਰਾਜ ਆਪਣੇ ਹੱਥੀਂ ਨਾਸ਼ ਕਰੋਗੇ? ਮਹਾਰਾਜ ਨੇ ਕਿਹਾ ਅਸੀਂ ਖਾਲਸਾ ਸਾਜਿਆ ਤੇ ਹੁਣ ਇਹ ਜ਼ਿੰਮੇਵਾਰੀ ਖਾਲਸਾ ਨਿਭਾਏਗਾ। ਖਾਲਸਾ ਨਿਭਾਏਗਾ। ਕੁਝ ਸਾਲ ਰੁਕੋ, ਖਾਲਸੇ ਦਾ ਤੇਜ ਪ੍ਰਤਾਪ ਇੰਨਾ ਹੋਏਗਾ ਕਿ ਜਿੰਨੀਆਂ ਕਰੂਰ ਸ਼ਹਾਦਤਾਂ ਹੋਈਆਂ ਇਹਨਾਂ ਤੋਂ ਕਰੂਰ ਜ਼ਿਆਦਾ ਇਹਨਾਂ ਸਾਰੀਆਂ ਘਟਨਾਵਾਂ ਦੇ ਜਿਹੜੇ ਗਵਾਹ ਮਾਰੇ ਜਾਣਗੇ। ਹੁਣ ਗੰਗੂ ਦੀ ਗੱਲ ਅਰਜ਼ ਕਰ ਦੇਵਾਂ। ਗੰਗੂ ਜਦੋਂ ਪਕੜਾ ਬੈਠਾ ਸਾਰਾ ਕੁਝ, ਬਾਅਦ ਲੋਕਾਂ ਦੇ ਕੋਲੋਂ ਅਫਵਾਹ ਉੜਦੀ ਪਹੁੰਚੀ ਜਾਨੀ ਮਾਨੀ ਖਾਂ ਕੋਲੋਂ ਵੀ ਇਹਨੇ ਮਾਤਾ ਜੀ ਨੂੰ ਤਾਂ ਪਕੜਾਇਆ ਵੀ ਇਹਨੇ ਧਨ ਦੀ ਖੁਰਜੀ ਦਾ ਲੁਕਾ ਲਈ ਸੀ ਤੇ ਮਾਤਾ ਜੀ ਨੇ ਇਹਨੂੰ ਕਿਹਾ ਵੀ ਕਿੱਥੇ ਲੁਕਾਈ ਤੇ ਮੁੱਕਰ ਗਿਆ ਤੇ ਤਾਂ ਜਾਨੀ ਮਾਨੀ ਖਾਂ ਹੁੰਦੇ ਨਾ ਜੀ। ਵੇਖੋ ਟਾਊਟ ਚੁਗਲਖੋਰ ਇਹ ਹੁੰਦੇ ਸਾਧ ਸਮਾਜ 'ਚ ਹੁੰਦੇ ਨੇ। ਉਹਨਾਂ ਜਾ ਕੇ ਦੱਸਤਾ ਜਾ ਕੇ ਜਾਨੀ ਮਾਨੀ ਖਾਂ ਨੂੰ ਵੀ ਤੁਸੀਂ ਤਾਂ 200 ਰੁਪਈਆ ਰਿਸ਼ਵਤ ਦੇ ਕੇ ਬਹਿ ਗਏ ਜੇ ਤੇ ਇੰਨੇ ਤੇ ਤੁਹਾਡੇ ਕੋਲ ਵੀ 200 ਝਾੜ ਲਿਆ ਤੇ ਮਾਤਾ ਗੁਜਰੀ ਜੀ ਕੋਲ ਵੀ ਮੋਹਰਾਂ ਦੀ ਸੋਨੇ ਦੀ ਮੋਹਰਾਂ ਦੀ ਖੁਰਜੀ ਇਹਨੇ ਚੁਕਾ ਲਈ ਵੀ ਇਹ ਤਾਂ ਜ਼ਿਆਦਾ ਫਾਇਦੇ 'ਚ ਰਿਹਾ। ਤੁਹਾਨੂੰ ਕੀ ਮਿਲਿਆ? ਤੁਹਾਨੂੰ ਤੇ ਉਹੀ ਮਹੀਨੇ ਭਰ ਦੀ ਤਨਖਾਹ ਹੀ ਮਿਲਣੀ ਹੈ ਨਾ ਮਰਿੰਡੇ ਥਾਣੇ ਰਹਿਣ ਦੀ। ਉਹ ਚੜ ਕੇ ਆਏ, ਕਹਿਣ ਲੱਗੇ ਮੋਹਰਾਂ ਦੀ ਖੁਰਜੀ ਕਿੱਥੇ? ਕਹਿਣ ਲੱਗਾ ਕਿਹੜੀ ਖੁਰਜੀ? ਕਹਿਣ ਲੱਗੇ ਉਹੀ ਜਿਹੜੀ ਮਾਤਾ ਜੀ ਦੀ ਲੁਕਾਈ ਹੈ। ਇਹਨੇ ਜਿੱਥੇ ਉਹ ਉਹਨਾਂ ਨੇ ਦਬਕਾ ਮਾਰਿਆ, ਜਿੱਥੇ ਲੁਕਾਈ ਉੱਥੇ ਲੱਭੀ ਨਾ। ਮਹਾਰਾਜ ਨੇ ਕਿਹਾ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ। ਉਹਨੂੰ ਖਾ ਜਾਂਦੀ ਹੈ ਜਿਹੜੀ ਮਾਇਆ ਦਾ ਲਾਲਚ ਕਰਕੇ ਗੁਰੂ ਲਾਲਾ ਨੂੰ 2 ਰਾਤ ਭਟਕਾਈ ਰੱਖਿਆ ਇਹਨੇ ਰਸਤੇ ਵਿੱਚ। ਬਾਅਦ ਨਿਮਕ ਹਰਾਮੀ ਵੀ ਕੀਤੀ, ਉਹ ਮਾਇਆ ਇਹਦੀ ਮਿੱਤ ਨਹੀਂ ਬਣੀ। ਜਿੱਥੇ ਖੁਰਜੀ ਰੱਖੀ ਸੀ ਉੱਥੇ ਲੱਭੀ ਨਾ, ਫੋਲ ਕੇ ਮਰ ਗਿਆ। ਜਾਨੀ ਮਾਨੀ ਖਾਂ ਨੂੰ ਲੱਗਿਆ ਵੀ ਇਹ ਝੂਠ ਮਾਰਦਾ ਹੈ।
ਉਹਨਾਂ ਨੇ ਫੜ ਕੇ ਥਾਣੇ ਲੈ ਕੇ ਕਹਿੰਦੇ ਰਾਤ ਇੰਨੀ ਛਿੱਲ ਕੁੱਟ ਕੀਤੀ, ਸਵੇਰ ਤੱਕ ਵੈਸੇ ਹੀ ਮਰ ਗਿਆ ਹੈ। ਇਤਿਹਾਸ 'ਚ ਜ਼ਿਕਰ ਮਿਲਦਾ। ਉਸ ਤੋਂ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਾਜਿਆ, ਫਿਰ ਉਹਨਾਂ ਨੇ ਵਜ਼ੀਰ ਖਾਂ ਵਰਗਿਆਂ ਦਾ ਬੇਨਤ ਕੀਤਾ। ਜਦੋਂ ਚੱਪੜਚਿੜੀ ਦੇ ਮੈਦਾਨ 'ਚ ਯੁੱਧ ਹੋ ਰਿਹਾ ਸੀ ਨਾ, ਭਾਈ ਫਤਿਹ ਸਿੰਘ ਨੇ ਇੰਨੀ ਜ਼ੋਰ ਦੀ ਗੁੱਸੇ ਵਿੱਚ ਆ ਕੇ, ਕਹਿੰਦੇ ਜਦੋਂ ਵਜ਼ੀਰ ਖਾਂ ਦੇ ਨੇੜੇ ਚਲ ਗਿਆ ਨਾ ਭਾਈ ਫਤਿਹ ਸਿੰਘ ਬਾਬਾ ਬੰਦਾ ਸਿੰਘ ਦੇ ਬਹਾਦਰ, ਇੰਨੀ ਜ਼ੋਰ ਦੀ ਉਹਨੇ ਗੁੱਸੇ ਵਿੱਚ ਆ ਕੇ ਕਿਰਪਾਨ ਮਾਰੀ ਕਿ ਮੋਢਾ ਵੱਢ ਦਿੱਤਾ ਤੇ ਅੱਧੇ ਪੇਟ ਤੱਕ ਚੀਰ ਦਿੱਤਾ ਵਜ਼ੀਰ ਖਾਂ ਨੂੰ, 80 ਸਾਲ ਦੇ ਘੜਸੁੱਕ ਬੁੱਢੇ ਨੂੰ। ਤੇ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ 2 ਘੋੜਿਆਂ ਮਗਰ ਬੰਨ ਕੇ ਤੇ ਕਹਿੰਦੇ ਚੱਪੜਚਿੜੀ ਦੇ ਮੈਦਾਨ ਤੋਂ ਧੂ ਕੇ ਸਰਹੰਦ ਲਾਏ ਤੇ ਇੱਕ ਰੁੱਖ ਦੇ ਹੇਠਾਂ ਟੰਗ ਦਿੱਤਾ, ਤਾਂ ਕਿ ਸਾਰੇ ਸਰਹੰਦ ਵਾਸੀਆਂ ਨੂੰ ਪਤਾ ਲੱਗ ਜਾਏ ਵੀ ਜਿਨ੍ਹਾਂ ਦੀ ਹੁਕਮ ਦੀ ਸੱਤਾ ਚੱਲਦੀ ਸੀ, ਅੱਜ ਉਹਨਾਂ ਦੇ ਹਾਲ ਦੇਖ ਲਓ। ਸੁੱਚਾਨੰਦ ਵਰਗਿਆਂ ਨੂੰ ਨੱਕ 'ਚ ਨਕੇਲ ਪਾ ਕੇ ਮਾਰਿਆ। ਜਾਨੀ ਖਾਂ ਮਾਨੀ ਖਾਂ ਵਰਗਿਆਂ ਦੇ ਨਗਰ ਤੇ ਚੜ੍ਹ ਕੇ ਗਾ ਬਾਬਾ ਬੰਦਾ ਬਹਾਦਰ ਡਰਦੇ ਮਾਰੇ ਨਿਕਲ ਗਏ। ਉਹਦੀ ਗੰਗੂ ਦਾ ਪਿੰਡ ਵੀ ਉਜਾੜਿਆ। ਸਹੇੜੀ ਨੂੰ ਲੋਕ ਉਖੇੜੀ ਕਹਿਣ ਲੱਗ ਪਏ। ਸਮਾਣੇ ਦੇ ਰਹਿਣ ਵਾਲੇ ਜਿਹੜੇ ਜਲਾਦ ਸਨ, ਸ਼ਾਸ਼ਲ ਬਾਸ਼ਲ ਬੇਗ ਤੇ 9ਵੇਂ ਪਾਤਸ਼ਾਹ ਨੂੰ ਸ਼ਹੀਦ ਕਰਨ ਵਾਲਾ ਜਲਾਦ ਜਲਾਲੂਦੀਨ, ਉਹ ਵੀ ਨਗਰ ਉਜਾੜਿਆ। ਉਹਨਾਂ ਜਲਾਦਾਂ ਨੂੰ ਵੀ ਸੋਧਾ ਲਾਇਆ। ਖਾਲਸੇ ਨੇ ਆਪਣਾ ਪੂਰਾ ਪਰਾਕਰਮ ਵਿਖਾਇਆ। ਇਸ ਤੋਂ ਬਾਅਦ ਮਹਾਰਾਜ ਜਦੋਂ ਹੁਣ ਲੰਮੇ ਜੱਟ ਪੁਰੇ, ਮਹਾਰਾਜ ਨੇ ਵਾਕ ਕਹਿ ਦਿੱਤੇ। ਰਾਏ ਕੱਲਾ ਕਹਿਣ ਲੱਗਾ ਮਹਾਰਾਜ ਅਸੀਂ ਵੀ ਮੁਸਲਮਾਨ ਹਾਂ। ਫਿਰ ਅਸੀਂ ਵੀ, ਮਹਾਰਾਜ ਕਹਿਣ ਲੱਗੇ, ਮਹਾਰਾਜ ਨੇ ਇੱਕ ਤਲਵਾਰ ਤੇ ਇੱਕ ਢਾਲ ਦਿੱਤੀ ਇਹਨਾਂ ਨੂੰ, ਤੇ ਇੱਕ ਗੰਗਾ ਸਾਗਰ ਦਿੱਤਾ। ਮਹਾਰਾਜ ਨੇ ਕਿਹਾ ਵੀ ਜਿੰਨਾ ਚਿਰ ਬਖਸ਼ਿਸ਼ਾਂ ਤੁਹਾਡੇ ਕੋਲ ਰਹਿਣਗੀਆਂ ਬਚੇ ਰਹੋਗੇ, ਜਿੱਦਣ ਤੁਸੀਂ ਇਹਨਾਂ ਬਖਸ਼ਿਸ਼ਾਂ ਨੂੰ ਵਿਸਾਰ ਦਿੱਤਾ ਤੁਹਾਡਾ ਜੀਵਨ ਖਤਮ ਹੋ ਜਾਏ। ਬੜਾ ਚਿਰ ਸੰਭਾਲ ਕੇ ਰੱਖੇ। ਫਿਰ ਕਹਿੰਦੇ ਰਾਏ ਕੱਲੇ ਦੀ ਸੰਤਾਨ 'ਚ ਉਹ ਵੀ ਪੈਦਾ ਹੋਏ ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਤਲਵਾਰ ਨੂੰ ਆਪਣੇ ਗਾਤਰੇ ਪਾਲਿਆ ਤੇ ਮਰ ਗਏ। ਫਿਰ ਦੁਬਾਰਾ ਸੰਭਾਲ ਕੀਤੀ। ਰਾਏ ਕੱਲੇ ਦੀਆਂ ਸੰਤਾਨ ਦੀਆਂ ਚਿੱਠੀਆਂ ਮਿਲ ਜਾਂਦੀਆਂ ਨੇ ਜੀ, ਪੜ੍ਹਨੀਆਂ ਹੋਣ। ਉਹਨਾਂ ਸਾਰਾ ਕੁਝ ਦੱਸਿਆ ਵੀ ਕਿਵੇਂ ਸਾਡੇ ਕੋਲ ਬਖਸ਼ਿਸ਼ਾਂ ਆਈਆਂ, ਕਿਵੇਂ ਆਪਾਂ ਉਹਨਾਂ ਨੂੰ ਭੁੱਲ ਗਏ, ਫਿਰ ਛਿੱਤਰ ਖਾਧੇ ਮਹਾਰਾਜ ਦੀ ਬਖਸ਼ਿਸ਼ ਨੂੰ ਭੁੱਲ ਕੇ, ਖੁਆਰ ਹੋਏ, ਫਿਰ ਕਿਵੇਂ ਸੰਭਾਲੀਆਂ, ਹੁਣ ਫਿਰ ਸੰਭਾਲਦੇ ਨੇ। ਕੈਨੇਡਾ ਪਾਕਿਸਤਾਨ 'ਚ ਬੜੇ ਆਰਾਮ ਨਾਲ ਚੜ੍ਹਦੀ ਕਲਾ ਨਾਲ ਵਸ ਰਹੇ ਨੇ, ਅੱਜ ਤੱਕ ਸੰਗਤਾਂ ਮਾਣ ਕਰਦੀਆਂ ਨੇ। ਇੱਥੋਂ ਬਾਹਰ ਮਹਾਰਾਜ ਚੱਲ ਗਏ ਫਿਰ ਬਸੀਆਂ ਤੋਂ ਹੋ ਕੇ ਮਹਾਰਾਜ ਮਾਣੂਕੋ ਹੋ ਗਏ, ਮਾਣੂਕੇ ਤੋਂ ਹੋ ਕੇ ਮਹਾਰਾਜ ਅੱਗੇ ਚੱਲਦੇ ਹੋਏ ਗੁਰੂ ਸਾਹਿਬ ਜੀ ਚੱਕਰ ਪਿੰਡ ਤੋਂ ਹੋ ਕੇ ਤਖਤੂਪੁਰੇ ਚਲੇ ਗਏ। ਮਹਾਰਾਜ ਤਖਤੂਪੁਰੇ ਗੁਰੂ ਨਾਨਕ ਦੇਵ ਸਾਹਿਬ ਸਿੱਧ ਜੋਗੀਆਂ ਨਾਲ ਚਰਚਾ ਹੋਈ। 6ਵੇਂ ਪਾਤਸ਼ਾਹ ਵੀ ਆਏ ਸਨ ਤੇ ਹੁਣ 10ਵੇਂ ਪਾਤਸ਼ਾਹ ਇੱਥੇ ਆਏ। ਇੱਥੇ ਕੁਝ ਸੰਗਤਾਂ ਨੇ ਸੇਵਾ ਕੀਤੀ। 6ਵੇਂ ਪਾਤਸ਼ਾਹ ਦੇ ਵੇਲੇ ਇੱਥੇ ਸਿੱਖ ਰਹਿੰਦਾ ਸੀ ਭਾਈ ਜੱਕੋ, ਉਹਦੀ ਸੰਤਾਨ ਦੇ ਪੋਤਰੇ ਰਹਿੰਦੇ ਸਨ। ਉਹਨਾਂ ਜਦੋਂ 10ਵੇਂ ਪਾਤਸ਼ਾਹ ਦਾ ਆਉਣਾ ਸੁਣਿਆ, ਉੱਚ ਦੇ ਪੀਰ ਦੇ ਲਿਬਾਸ 'ਚ ਨੇ ਮਹਾਰਾਜ ਅਜੇ ਵੀ ਆਉਣਾ ਸੁਣਿਆ ਤੇ ਮਹਾਰਾਜ ਦੀ ਆ ਕੇ ਅਦਬ ਕੀਤਾ, ਬੜੀ ਸੇਵਾ ਕੀਤੀ। ਮਹਾਰਾਜ ਨੇ ਇੱਥੇ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਆਮਦ ਦੇ ਵਿੱਚ ਉਹ ਨਿੱਕਾ ਜਿਹਾ ਚੱਪੜੀ ਬਣੀ ਹੋਈ ਸੀ, ਉੱਥੇ ਮਹਾਰਾਜ ਨੇ ਕਹਿੰਦੇ ਆਪਣੇ ਵਸਤਰ ਧੋਤੇ। ਮਹਾਰਾਜ ਜ਼ਿਕਰ ਮਿਲਦਾ ਹੈ। ਇੱਥੋਂ ਮਹਾਰਾਜ ਤਖਤੂਪੁਰੇ ਚੱਕਰ ਹੁੰਦੇ ਹੋਏ ਮਹਾਰਾਜ ਮਧੇਰ ਨਗਰ ਆ ਗਏ। ਮਧੇਰ ਨਗਰ ਦੇ ਵਿੱਚ ਮਹਾਰਾਜ ਜੀ ਨੇ ਜਿਹੜਾ ਸੀ ਗੁਰੂ ਸਾਹਿਬ ਜੀ ਦਾ ਜਿਹੜਾ ਹੱਥ ਨੂੰ ਇੱਕ ਪੱਟੀ ਕੀਤੀ ਹੋਈ ਸੀ, ਜਿਹੜਾ ਜ਼ਖਮ ਆ ਗਿਆ ਸੀ, ਤੇ ਜਿਹੜਾ ਮਹਾਰਾਜ ਨੇ ਮੋਹੀ ਪਿੰਡ ਇੱਕ ਮੁੰਦਰੀ ਲਵਾਈ ਸੀ ਨਾ, ਮਹਾਰਾਜ ਨੇ ਆਪਣੀ ਜਿਹੜੀ ਖੁੱਭ ਗਈ ਸੀ, ਹੱਥ ਸੁੱਜਿਆ ਹੋਣ ਕਰਕੇ ਮਹਾਰਾਜ ਦੀ ਪੱਟੀ ਸੀ ਤੇ ਉਹ ਪੱਟੀ ਬਿਲਕੁਲ ਜੰਮ ਗਈ ਸੀ, ਦੁਬਾਰਾ ਕਰਨੀ ਸੀ। ਉਹ ਜ਼ਖਮ ਜਿਹੜਾ ਗਲ ਗਿਆ ਸੀ ਹੱਥ ਦਾ ਥੋੜਾ ਜਿਹਾ, ਤੇ ਮਹਾਰਾਜ ਕਹਿਣ ਲੱਗੇ ਕਿਸੇ ਹਿਕਮਤ ਵਾਲੇ ਨੂੰ ਬੁਲਾ ਕੇ ਲਿਆਓ। ਤੇ ਲਾਗੋਂ ਲੋਕ ਕਹਿਣ ਲੱਗੇ ਮਹਾਰਾਜ ਸਾਡੇ ਪਿੰਡ 'ਚ ਇੱਕ ਹਕੀਮ ਉਮਰਦੀਨ ਹੈ, ਉਹ ਪਰ ਉਹ ਮੁਸਲਮਾਨ ਹੈ। ਮਹਾਰਾਜ ਆਏਗਾ ਕਿ ਪਤਾ ਨਹੀਂ, ਤੁਹਾਡਾ ਨਾਮ ਸੁਣ ਕੇ ਤੇ ਨਹੀਂ ਆਏਗਾ। ਉਹ ਮਹਾਰਾਜ ਕਹਿਣ ਲੱਗੇ ਜਾ ਕੇ ਸਾਡਾ ਨਾਮ ਲਿਓ, ਜ਼ਰੂਰ ਆਏਗਾ। ਉਹਨੂੰ ਜਾ ਕੇ ਨਾਮ ਲਿਆ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੈਨੂੰ ਬੁਲਾ ਰਹੇ ਨੇ। ਤੇ ਉਹ ਉਸੇ ਵਕਤ ਉੱਠ ਕੇ ਤੁਰ ਪਿਆ। ਮਹਾਰਾਜ ਨੂੰ ਅੱਗੇ ਨਮਸਕਾਰ ਕੀਤੀ ਉਸ ਵੈਦ ਉਮਰਦੀਨ ਨੇ, ਤੇ ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਕਹਿਣ ਲੱਗਿਆ ਪੱਟੀ ਉਤਾਰ ਦੇ, ਜ਼ਖਮ ਸਹੀ ਹੋ ਜੇ ਸਾਰਾ। ਸੇਵਾ ਦੇਣੀ ਮਹਾਰਾਜ ਨੇ ਜੋ ਭਾਵਨਾ ਜੀ, ਜ਼ਖਮਾਂ ਦੇ ਮੁਤਾਜ ਥੋੜਾ ਮਹਾਰਾਜ। ਉਹਨੇ ਫਿਰ ਪਹਿਲਾਂ ਪਾਣੀ ਗਰਮ ਕਰ ਲਗਾ, ਕਹਿਣ ਲੱਗਾ ਮਹਾਰਾਜ ਭਾਫ ਦੇਵਾਂ, ਭਾਫ ਦੇ ਕੇ ਪਹਿਲਾਂ ਪੱਟੀ ਨਰਮ ਕਰਾਂ। ਮਹਾਰਾਜ ਕਹਿਣ ਲੱਗੇ ਨਹੀਂ। ਉਹਨੇ ਫਿਰ ਮਹਾਰਾਜ ਦੀ ਕਹਿੰਦੇ ਪੱਟੀ ਦੇ ਨੇੜੇ ਮੂੰਹ ਦੀ ਭਾਫ ਦੇ ਕੇ ਕਿੰਨਾ ਚਿਰ, ਤੇ ਮਹਾਰਾਜ ਨੇ ਫਿਰ ਥੋੜਾ ਜਿਹਾ ਗਰਮ ਜਲ ਪਾ ਕੇ ਪੱਟੀ ਨੂੰ ਥੋੜਾ ਨਰਮ ਕਰਕੇ ਫਿਰ ਉਹ ਖੇੜਿਆ, ਸਾਰਾ ਜ਼ਖਮ ਸਾਫ਼ ਕੀਤਾ। ਮਹਾਰਾਜ ਨੇ ਪੱਟੀ ਉਹਨੂੰ ਬਖਸ਼ ਦਿੱਤੀ। ਤੇ ਮਹਾਰਾਜ ਨੇ ਕਿਹਾ ਕਿ ਤੂੰ ਸਾਡੀ ਇਹ ਸੇਵਾ ਕੀਤੀ ਹੈ, ਤੇਰੇ ਜਿਵੇਂ ਤੂੰ ਸਾਡੇ ਜ਼ਖਮ ਦੀ ਸੰਭਾਲ ਕੀਤੀ ਹੈ, ਤੇਰੇ ਜੀਵਨ ਦੀ ਸੰਭਾਲ, ਤੇਰੀਆਂ ਪੁਸ਼ਤਾਂ ਦੀ ਸੰਭਾਲ ਅੱਲਾ ਕਰੇਗਾ। ਇੱਥੋਂ ਮਹਾਰਾਜ ਦੇ ਮਧੇ ਪਿੰਡ ਖਲੋਤੇ ਹੀ ਸਨ। ਮਹਿਦੀਆਣਾ ਸਾਹਿਬ ਥਾਣੀ ਹੋ ਕੇ ਮਹਾਰਾਜ ਇੱਥੇ ਪਹੁੰਚੇ ਸਨ।
ਇੱਥੇ ਮਹਾਰਾਜ ਜਦੋਂ ਪਹੁੰਚੇ ਸਨ ਮਧੇ ਪਿੰਡ, ਤੇ ਉਸ ਤੋਂ ਬਾਅਦ ਅੱਗੇ ਜਦੋਂ ਮਹਾਰਾਜ ਚੱਲਣ ਵਾਲੇ ਸਨ ਤੇ ਇੱਥੇ ਭਾਈ ਦੇਸਾ ਸਿੰਘ ਤਖਣੇਟਾ ਦੀਨੇ ਦਾ ਰਹਿਣ ਵਾਲਾ, ਰਾਮਗੜੀਆ ਸਿੱਖ, ਤਰਖਾਣ ਸਿੱਖ ਮਹਾਰਾਜ ਤੇ ਉਹਦਾ ਭਰਾ ਹਰਦਿੱਤ ਸਿੰਘ ਤੇ ਨਾਲ ਇੱਕ ਹੋਰ, ਇਹ ਤਿੰਨੇ ਆਏ। ਇਹਨਾਂ ਨੂੰ ਪਤਾ ਲੱਗਾ, ਇਹਨਾਂ ਨੇ ਆਪਣੇ ਘਰ ਦੇ ਅੰਦਰ ਇੱਕ ਚੁਬਾਰਾ ਬਣਾਇਆ ਸੀ ਲਿਪ ਪੋਚ ਕੇ ਵੀ ਮਹਾਰਾਜ ਨੂੰ ਉੱਥੇ ਰੱਖਣਾ। ਇਹ ਬੇਨਤੀ ਕਰਕੇ ਮਹਾਰਾਜ ਨੇ ਇੱਕ ਰੱਥ ਦੇ ਵਿੱਚ ਉੱਥੇ ਲੈ ਗਏ। ਜਦੋਂ ਹੀ ਮਹਾਰਾਜ ਦੀਨੇ ਪਹੁੰਚੇ ਤੇ ਦੀਨੇ ਪਹੁੰਚ ਕੇ ਗੁਰੂ ਸਾਹਿਬ ਜੀ ਦੇ ਕੋਲ ਜਦੋਂ ਤਿੰਨਾਂ ਭਰਾਵਾਂ ਨੂੰ ਸ਼ਮੀਰ, ਲਖਮੀਰ ਤੇ ਤਖਤ ਮੱਲ ਨੇ ਦੇਖਿਆ, ਉਹ ਤਿੰਨੇ ਭਰਾ ਭੱਜੇ ਆਏ। ਮੁਸਲਮਾਨ ਹਨ ਇਹ ਵੀ ਤਿੰਨੇ, ਭੱਜੇ ਆਏ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੂੰ ਇੱਥੋਂ ਹੋਣ ਦੀ ਬਜਾਏ ਆਪਣੇ ਪਿੰਡ ਲੈ ਗਏ, ਆਪਣੀ ਹਵੇਲੀ ਅੰਦਰ। ਮਹਾਰਾਜ ਕੋਲ ਬੈਠੇ ਸ਼ਮੀਰ, ਲਖਮੀਰ, ਤਖਤ ਮੱਲ, ਸਾਰੀ ਵਾਰਤਾ ਇਹਨਾਂ ਨੂੰ ਪਤਾ ਲੱਗ ਗਈ। ਤੇ ਮਹਾਰਾਜ ਅਜੇ ਬੈਠਿਆਂ ਨੂੰ ਥੋੜਾ ਸਮਾਂ, ਹੁਣ ਸ਼ਮੀਰ, ਲਖਮੀਰ, ਤਖਤ ਮੱਲ ਕੌਣ ਨੇ? ਛੇਵੇਂ ਪਾਤਸ਼ਾਹ ਦਾ ਇੱਕ ਸਿੱਖ ਹੋਇਆ ਭਾਈ ਰਾਏ ਜੋਧ, ਉਹ ਦੀਨੇ ਦਾ ਰਹਿਣ ਵਾਲਾ ਸੀ। 500 ਘੋੜ ਸਵਾਰ ਸਨ। ਗੁਰੂ ਸਰ ਮਹਾਰਾਜ ਦੀ ਜੰਗ ਜਦੋਂ ਹੋਈ ਨਾ ਛੇਵੇਂ ਪਾਤਸ਼ਾਹ ਦੀ, ਰਾਏ ਜੋਧ ਗੁਰੂ ਸਾਹਿਬ ਜੀ ਵੱਲੋਂ ਲੜਿਆ ਸੀ ਤੇ ਇਹਨੇ ਮੁਗਲ ਜਰਨੈਲ ਜਿਹੜੇ ਸਨ ਲੱਲਾ ਬੇਗ ਤੇ ਕਮਰ ਬੇਗ ਮਾਰੇ ਸਨ। ਤੇ ਮਹਾਰਾਜ ਨੇ ਉਦੋਂ ਇਹਨੇ ਕਿਹਾ ਸੀ ਕਿ ਮਹਾਰਾਜ ਮੈਨੂੰ ਬਾਕੀ ਜੰਗਾਂ 'ਚ ਵੀ ਯਾਦ ਕਰਿਓ, ਵੀ ਮਹਾਰਾਜ ਮੈਨੂੰ ਦੁਬਾਰਾ ਸੇਵਕ। ਮਹਾਰਾਜ ਤੋਂ ਬਾਅਦ ਮਹਾਰਾਜ ਜਲਦੀ ਛੇਵੇਂ ਪਾਤਸ਼ਾਹ ਵਾਪਸ ਆ ਗਏ ਸਨ ਤੇ ਰਾਏ ਜੋਧ ਨੇ ਕਿਹਾ ਸੀ ਕਿ ਮਹਾਰਾਜ ਵੀ ਮੈਨੂੰ ਹੋਰ ਸੇਵਾ ਦਾ ਮੌਕਾ ਦਿਓ। ਤੇ ਮਹਾਰਾਜ ਨੇ ਕਿਹਾ ਵੀ ਤੈਨੂੰ ਅਣਖ ਦੀ ਸੇਵਾ ਦਾ ਮੌਕਾ ਦੇਵਾਂਗੇ। ਮਹਾਰਾਜ ਨੇ ਉਸ ਵਕਤ ਕਿਹਾ ਸੀ ਵੀ ਹੁਣ ਜਿਵੇਂ ਤੇਰੇ ਸੂਰਮੇ ਸਾਡੇ ਵੱਲੋਂ ਲੜੇ ਨਾ ਛੇਵੇਂ ਪਾਤਸ਼ਾਹ ਨੇ ਕਿਹਾ ਕਮਰ ਬੇਗ ਤੇ ਲੱਲਾ ਬੇਗ ਨੂੰ ਤੂੰ ਮਾਰਿਆ, ਤੈਨੂੰ ਇੱਕ ਸੇਵਾ ਦੇਵਾਂਗੇ ਜਿਹੜੀ ਸੇਵਾ ਮਿਸਾਲ ਬਣੇਗੀ ਦੁਨੀਆ ਵਿੱਚ। ਜਦੋਂ ਸ਼ਮੀਰ, ਲਖਮੀਰ, ਤਖਤ ਮੱਲ ਦੇ ਕੋਲ ਆ ਕੇ ਮਹਾਰਾਜ ਹਵੇਲੀ ਅੰਦਰ ਬੈਠੇ, ਅਜੇ ਬੈਠਿਆਂ ਮਹਾਰਾਜ ਨੂੰ 2-4 ਘੜੀਆਂ ਹੋਈਆਂ ਸਨ ਤੇ ਕੋਈ ਉੜਦੀ ਖਬਰ ਵਜ਼ੀਰ ਖਾਨ ਤੱਕ ਪਹੁੰਚੀ ਤੇ ਇਹ ਉਹਦੇ ਸਾਰੇ ਅੱਗੇ ਅਹਿਲਕਾਰ ਸਨ ਇਲਾਕਿਆਂ ਦੇ ਵਿੱਚ। ਸ਼ਮੀਰ, ਲਖਮੀਰ, ਤਖਤ ਮੱਲ ਚੌਧਰੀ ਭਰਾ ਰਾਏ ਜੋਧ ਦੇ ਪੋਤਰੇ। ਕਹਿੰਦੇ ਵਜ਼ੀਰ ਖਾਨ ਨੇ ਇੱਕ ਪੱਤਰ ਲਿਖਿਆ ਇਹਨਾਂ ਨੂੰ ਵੀ ਮੈਨੂੰ ਗੁਰੂ ਗੋਬਿੰਦ ਸਿੰਘ ਚਕਮਾ ਦੇ ਕੇ ਚਮਕੌਰ ਗੜੀ ਚੋਂ ਨਿਕਲ ਗਿਆ, ਬੜੇ ਰਾਹ ਉਹਨੇ ਬਦਲੇ, ਬੜੇ ਭੇਸ ਬਦਲੇ, ਹੁਣ ਮੈਨੂੰ ਪਤਾ ਲੱਗਾ ਤੁਹਾਡੇ ਕੋਲੋਂ ਪਹੁੰਚ ਗਿਆ। ਕਹਿਣ ਲੱਗਾ ਤੁਸੀਂ ਮੇਰੇ ਅਧੀਨ ਹੋ, ਕਿਉਂਕਿ ਮੇਰਾ ਏਰੀਆ ਸਾਰਾ ਹੈ ਤੇ ਤੁਸੀਂ ਮੁਗਲਿਆ ਸਲਤਨਤ ਦੇ ਵੀ ਅਧੀਰ, ਉਹਨੂੰ ਹਰਜਾਨਾ ਟੈਕਸ ਭਰਦੇ ਹੋ ਸਾਰਾ ਕੁਝ, ਤੇ ਬਾਗੀ ਨੂੰ ਪਨਾਹ ਦੇਣਾ ਚੰਗੀ ਨਹੀਂ। ਇੱਥੇ ਮਹਾਰਾਜ ਨੇ ਖੁਦ ਵੀ ਕਿਹਾ, ਜਦੋਂ ਮਹਾਰਾਜ ਉੱਠਣ ਲੱਗੇ ਨਾ ਭਾਈ ਦੇਸੇ ਦੇ ਘਰ ਜਾਣ ਲੱਗੇ, ਦੀਨਾ ਕਾਂਗੜ ਨੇੜੇ ਨੇ ਜੀ, ਤੇ ਮਹਾਰਾਜ ਜਦੋਂ ਇੱਥੋਂ ਜਾਣ ਲੱਗੇ ਮਹਾਰਾਜ ਕਹਿਣ ਲੱਗੇ ਨਹੀਂ ਤੁਸੀਂ ਮੁਗਲ ਸਰਕਾਰ ਦੇ ਅਹਿਲਕਾਰ ਹੋ, ਤੁਹਾਡੇ ਘਰ ਨਹੀਂ ਰਹਿਣਾ। ਕਿ ਨਹੀਂ ਮਹਾਰਾਜ ਪਰਵਾਹ ਨਾ ਕਰੋ। ਇਹ ਜੇ ਮਹਾਰਾਜ ਉੱਠਣ ਲੱਗੇ ਇੰਨੇ ਚ ਇਹਨੂੰ ਫਰਮਾਨ ਆ ਗਿਆ, ਮੂੰਹ ਜ਼ਬਾਨੀ ਲਿਖਤੀ ਵੀ। ਵਜ਼ੀਰ ਖਾਨ ਨੇ ਕਿਹਾ ਪਕੜਾ ਦਿਓ। ਪੱਤਰ ਆਇਆ ਮਹਾਰਾਜ ਜੀ ਦੇ ਸਾਹਮਣੇ, ਇਹਨਾਂ ਨੇ ਦੋਵਾਂ ਭਰਾਵਾਂ ਨੇ, ਤਿੰਨਾਂ ਨੇ ਪੱਤਰ ਪੜ੍ਹਿਆ। ਮਹਾਰਾਜ ਕਹਿਣ ਲੱਗੇ ਆ ਗਿਆ ਨਾ ਫਰਮਾਨ ਤੁਹਾਨੂੰ ਵਜ਼ੀਰ ਖਾਨ ਦਾ? ਕਹਿਣ ਲੱਗੇ ਹਾਂ। ਮਹਾਰਾਜ ਕਹਿਣ ਲੱਗੇ ਇਸ ਕਰਕੇ ਤੁਹਾਡੀ ਸਲਾਮਤ ਰਹੇ, ਅਸੀਂ ਇੱਥੋਂ ਚੱਲਦੇ ਹਾਂ। ਇਹਨਾਂ ਮਹਾਰਾਜ ਨੂੰ ਉੱਠ ਪਏ, ਕਹਿੰਦੇ ਮਹਾਰਾਜ ਨੂੰ ਬਾਂਹ ਤੋਂ ਪਕੜ ਕੇ ਰੋਕ ਲਿਆ, ਮਹਾਰਾਜ ਨਹੀਂ ਜਾਣਾ। ਉਸੇ ਵਕਤ ਸ਼ਮੀਰ ਨੇ ਕਾਗਜ਼ ਫੜਿਆ, ਪੱਤਰ ਲਿਖਿਆ ਤੇ ਉਹਦੇ ਵਿੱਚ ਉਹਨੇ ਲਿਖਿਆ ਉੱਪਰ, ਕਹਿਣ ਲੱਗਾ ਉਹਨੇ ਵਜ਼ੀਰ ਖਾਨ ਨੂੰ ਲਿਖਿਆ ਕਿ ਵਜ਼ੀਰ ਖਾਨ ਅਸੀਂ ਭਾਵੇਂ ਤੇਰੇ ਅਧੀਨ ਆਉਂਦੇ ਹਾਂ, ਪਰ ਅੱਜ ਸਾਡੇ ਘਰੇ ਸਾਡਾ ਪੀਰੋ ਮੁਰਸ਼ਿਦ ਆਇਆ ਹੈ। ਇਹਦੇ ਦਾਦੇ ਨੇ, ਭਾਵ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਿੱਖ ਸਾਡਾ ਦਾਦਾ ਰਿਹਾ ਰਾਏ ਜੋਧ, ਅਸੀਂ ਉਹਦੇ ਪੋਤਰੇ ਹਾਂ ਤੇ ਇਹ ਵੀ ਉਹਨਾਂ ਦਾ ਪੋਤਰਾ ਹੈ। ਅਸੀਂ ਆਪਣੇ ਪਿਤਾ ਪੁਰਖਾਂ ਵਾਲਾ ਧਰਮ ਨਿਭਾਵਾਂ। ਕਦੇ ਸਾਡਾ ਦਾਦਾ ਰਾਏ ਜੋਧ ਇਹਨਾਂ ਦੇ ਦਾਦੇ ਦੀ ਜੰਗ ਵਿੱਚ ਲੜਿਆ ਸੀ ਤੇ ਮਹਾਰਾਜ ਨੂੰ ਜੰਗ ਦੀ ਜਿੱਤ ਵਿੱਚ ਸਹਾਇਕ ਹੋਇਆ, ਤੇ ਅੱਜ ਸਾਡੇ ਘਰ ਉਹੀ ਮੁਰਸ਼ਿਦ ਆਇਆ ਤੇ ਮੁਰਸ਼ਿਦ ਵੀ ਉਹੀ ਹੈ ਤੇ ਉਹ ਵੀ ਉਹੀ ਪੀੜ੍ਹੀ ਹੈ ਤੇ ਅਸੀਂ ਵੀ ਉਹੀ ਪੀੜ੍ਹੀ ਹਾਂ। ਅਸੀਂ ਤੈਨੂੰ ਲਿਖਦੇ ਹਾਂ, ਭਾਵੇਂ ਤੂੰ ਜਿੰਨੀ ਮਰਜ਼ੀ ਸੈਨਾ ਚੜ੍ਹਾ ਕੇ ਲਿਆ, ਅਸੀਂ ਨਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਪਕੜਾਵਾਂਗੇ, ਜੇ ਤੂੰ ਚੜ੍ਹ ਕੇ ਆਇਆ ਤੇ ਤੇਰੇ ਨਾਲ ਯੁੱਧ ਵੀ ਕਰਾਂਗੇ। ਇਸ ਕਰਕੇ ਭੁੱਲ ਜਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੈਨੂੰ ਪਕੜਾ ਦੇਵਾਂਗੇ ਜਾਂ ਫੜਵਾ ਦੇਵਾਂਗੇ ਜਾਂ ਕਿਸੇ ਤਰੀਕੇ ਨਾਲ ਤੇਰੇ ਅਧੀਨ ਹੋ ਜਾਵਾਂਗੇ। ਉਹਨਾਂ ਪੱਤਰ ਲਿਖਿਆ, ਮਹਾਰਾਜ ਦੇ ਸਾਹਮਣੇ ਲਿਖ ਕੇ ਪੱਤਰ ਕਰ ਦਿੱਤਾ ਉਹਨਾਂ ਨੇ। ਜਦੋਂ ਮਹਾਰਾਜ ਨੇ ਪੱਤਰ ਪੜ੍ਹਿਆ ਤੇ ਮਹਾਰਾਜ ਨੇ ਕਿਹਾ ਕਿ ਜਿਹੜੀ ਸਿੱਖੀ ਛੇਵੇਂ ਪਾਤਸ਼ਾਹ ਕੋਲ ਨਿਕਲੀ ਹੋਵੇ ਨਾ, ਉਹ ਕੱਚੀ ਨਹੀਂ ਹੋ ਸਕਦੀ। ਇੱਕ ਪਾਸੇ ਕਿਰਪਾਲ ਦਾਸ ਵਰਗੇ, ਗੁਲਾਬੇ ਵਰਗੇ, ਫੱਤੇ ਵਰਗਿਆਂ ਨੇ ਕਹਿ ਤਾ ਮਹਾਰਾਜ ਗਾਂਹ ਜਾਓ ਵੀ ਸਾਡਾ ਘਰ ਨਾ ਉੱਜੜ ਜੇ ਤੁਹਾਡੇ ਕਰਕੇ। ਇੱਕ ਸ਼ਮੀਰ, ਲਖਮੀਰ, ਤਖਤ ਮੱਲ ਤਿੰਨਾਂ ਭਰਾਵਾਂ ਨੇ ਕਹਿ ਦਿੱਤਾ ਵਜ਼ੀਰ ਖਾਨ ਵਰਗੇ ਨੂੰ ਪੱਤਰ ਲਿਖ ਕੇ ਵੀ ਜਿੰਨੀ ਮਰਜ਼ੀ ਸੈਨਾ ਚੜ੍ਹਾ ਕੇ ਲੈ, ਇੱਕ ਚਮਕੌਰ ਤੂੰ ਉੱਥੇ ਵੇਖੀ, ਇੱਕ ਚਮਕੌਰ ਦੀ ਜੰਗ ਕਰਨੀ, ਅਸੀਂ ਇੱਥੇ ਵੀ ਤਿਆਰ ਹਾਂ। ਵਜੀਦ ਖਾਨ ਵਰਗੇ ਦੇ ਮੂੰਹ ਚੋਂ ਘੁੰਗਣੀਆਂ ਪੈ ਗਈਆਂ ਵੀ ਕੀ ਕਰਾਂ ਜੀ। ਇਹੋ ਜਿਹੇ ਵੀ ਗੁਰੂ ਸਾਹਿਬ ਜੀ ਸਾਂਝੇ ਰਹਿਬਰ ਨੇ ਜੀ, ਤਿੰਨੇ ਮੁਸਲਮਾਨ ਭਰਾ।
ਹੁਣ ਮਹਾਰਾਜ ਦੀਨੇ पहुँच गए। इत्थों बाद महाराज जी कोल फिर भाई देसा सिंह तखनेटा ते हरदित सिंह आए, कहण लगे महाराज जी भी रथ बैली च तां असीं लैके आए तुहानूं, ते सानूं तां सेवा दा मौका नहीं दिता महाराज तुसीं। फिर महाराज ने तिन्नां भरावां नूं बख्शिश कीती ते महाराज फिर उही चबारे च गए जिहड़ा लिप पोच के बनाया सी उन्हां ने। इत्थों तक जिहड़ी अदीने कांगड़ दी गाथा, हुण इत्थे महाराज जी ने बह के जफरनामा लिखिया। ਉਹਦੀ ਇਬਾਰਤ ਕੱਲ੍ਹ ਆਪ ਜੀ ਦੇ ਸਨਮੁਖ ਕਹਾਂਗਾ। ਇੱਕ ਨਵੇਕਲੀ ਗੱਲ ਵੈਸੇ ਆਪ ਜੀ ਨੂੰ ਮਾਲੂਮ ਹੋਏਗੀ। ਇੱਕ ਦੁਨੀਆ ਦੇ ਵਿੱਚ ਅਨੋਖੀ ਅਰਦਾਸ ਵੀ ਹੋਈ। ਉਸ ਅਨੋਖੀ ਅਰਦਾਸ ਦਾ ਮੈਂ ਜ਼ਿਕਰ ਕਰ ਦੇਵਾਂ। ਜਦੋਂ ਚਮਕੌਰ ਸਾਹਿਬ ਦੀ ਗੜੀ ਸ਼ਹੀਦ ਹੋ ਗਈ ਤਾਂ ਬੜਾ ਚਿਰ ਬੇਆਬਾਦ ਰਹੀ। ਇਹਦੇ ਬਾਰੇ ਬੜੀਆਂ ਕਥਾਵਾਂ ਪ੍ਰਚਲਿਤ ਵੀ ਹਨ। ਜਦੋਂ ਨਵਾਬ ਕਪੂਰ ਸਿੰਘ ਦਾ ਭਰਾ ਹੋਇਆ ਖੁਸ਼ਹਾਲ ਸਿੰਘ, ਖੁਸ਼ਹਾਲ ਸਿੰਘ ਦਾ ਅੱਗੇ ਇੱਕ ਪੁੱਤਰ ਸੀ ਬੁੱਧ ਸਿੰਘ, ਉਹਦੇ 7 ਬੇਟੇ ਸਨ। 7 ਬੇਟਿਆਂ ਚੋਂ ਇੱਕ ਸੀ ਹਰਦਿਆਲ ਸਿੰਘ ਬੇਲਾ। ਉਹ ਬੜਾ ਗੁਰੂ ਪ੍ਰੀਤ ਵਾਲਾ ਸੀ। ਹਰ ਸਾਲ ਸੰਗਤਾਂ ਇਕੱਠੀਆਂ ਕਰਕੇ ਪੈਦਲ ਚੱਲਦਾ ਨਾ ਹਜੂਰ ਸਾਹਿਬ ਦੀ ਯਾਤਰਾ ਜਾਇਆ ਕਰਦਾ। ਹਜੂਰ ਸਾਹਿਬ ਦੀ ਯਾਤਰਾ ਜਾਇਆ ਕਰਦਾ ਸੀ ਤੇ ਇੱਕ ਵਾਰੀ ਹਜੂਰ ਸਾਹਿਬ ਦੀ ਯਾਤਰਾ ਆਪਣੀ ਪਤਨੀ ਸਾਰੀ ਸੰਗਤ ਸਮੇਤ ਗਿਆ। ਬੜੀ ਪ੍ਰੇਮੀ ਭਾਵਨਾ ਵਾਲਾ ਸੀ ਭਾਈ ਹਰਦਿਆਲ ਸਿੰਘ ਬੇਲਾ। ਉੱਥੇ ਜਦੋਂ ਇਹਨੇ 1831 'ਚ ਕੋਈ ਯਾਤਰਾ ਪੂਰੀ ਕੀਤੀ, 30 ਦੇ ਵਿੱਚ ਜਦੋਂ ਯਾਤਰਾ ਗਿਆ 1830 ਦੇ ਵਿੱਚ ਉਹਨੇ ਉੱਥੇ ਯਾਤਰਾ ਕੀਤੀ। ਕਈ ਦਿਨ ਹਜੂਰ ਸਾਹਿਬ ਸੇਵਾ ਕਰਦਾ ਰਿਹਾ ਤੇ ਆਖਰ ਦਿਨ ਅਰਦਾਸ ਕਰਵਾ ਕੇ ਉੱਥੋਂ ਕਿਹਾ ਕਿ 10ਵੇਂ ਪਾਤਸ਼ਾਹ ਮਹਾਰਾਜ ਮੈਨੂੰ ਕੋਈ ਸੇਵਾ ਬਖਸ਼ੋ। ਰਾਤ ਹਜੂਰ ਸਾਹਿਬ ਦੀ ਸਰਦਲ ਪ੍ਰਕਰਮਾਂ ਦੇ ਵਿੱਚ ਸੁੱਤਾ ਹੋਇਆ ਇਹ ਹਰਦਿਆਲ ਸਿੰਘ ਬੇਲਾ, ਇਹਨੂੰ ਕਹਿੰਦੇ ਨੇ, ਇਹਨੂੰ ਸੁਪਨ ਦੇ ਵਿੱਚ ਆਈ ਵੀ ਤੂੰ ਸੇਵਾ ਕਿਹੜੀ ਮੰਗਦਾ ਫਿਰਦਾ, ਜਿਹੜੇ ਇਲਾਕੇ 'ਚ ਤੂੰ ਆਇਆ ਉਸ ਇਲਾਕੇ ਦੀ ਮਾਲਕੀ ਤੇਰੇ ਕੋਲ ਹੈ। ਉੱਥੇ ਤੇ ਅਸੀਂ ਬੜਾ ਵੱਡਾ ਚਮਕੌਰ ਗੜੀ ਦਾ ਸਾਕਾ ਵਪਰਾਇਆ ਹੈ, ਤੂੰ ਉੱਥੇ ਜਾ ਕੇ ਉਹਦੀ ਸੰਭਾਲ ਕਰ। ਇਹਨੇ ਆਪਣੀ ਪਤਨੀ ਨਾਲ ਸਾਂਝਾ ਕੀਤਾ। ਆਇਆ ਵਾਪਸ। ਜਦੋਂ 1831 'ਚ ਵਾਪਸ ਆ, ਜਿੱਥੇ ਅੱਜ ਗੁਰਦੁਆਰਾ ਕਤਲਗੜ੍ਹ ਸਾਹਿਬ, ਗੜੀ ਸਾਹਿਬ, ਰੂੜੀਆਂ ਦੇ ਢੇਰ ਲੱਗੇ ਪਏ ਸਨ। ਉਹ 2 ਨਾਮ ਮਿਲਦੇ ਨੇ, ਦੇਸੂ ਤੇ ਸੋਢੂ, ਉਹਨਾਂ ਦੇ ਘਰ ਸਨ। ਇੱਥੇ ਜ਼ਿਕਰ ਮਿਲਦਾ, ਨਿੱਕੀਆਂ ਜਿਹੀ ਛੰਨਾਂ ਪਾਈਆਂ ਹੋਈਆਂ ਸਨ। ਇਹਨੇ ਵੇਖਿਆ ਵੀ ਪੁਰਾਣੇ ਬਜ਼ੁਰਗਾਂ ਨੂੰ ਪੁੱਛਿਆ ਕਿੱਥੇ ਜੀ 1704 ਤੇ ਕਿੱਥੇ 1831। ਭਾਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਕਹਿੰਦੇ ਇੱਥੇ ਥੜਾ ਬਣਾ ਕੇ ਨਿਸ਼ਾਨ ਸਾਹਿਬ ਲਵਾ ਦਿੱਤਾ ਸੀ, ਪਰ ਤੁਹਾਨੂੰ ਪਤਾ ਲੋਕ ਅਣਜਾਣ ਹਨ ਗੜੀ ਤੋਂ ਸਾਰ ਕੁਝ ਤੋਂ। ਉਹਨੇ ਪਹਿਲਾਂ 2-4 ਦਿਨ ਲਾ ਕੇ ਸਾਰੀਆਂ ਰੂੜੀਆਂ ਚੁਕਵਾਈਆਂ ਇਸ ਥਾਂ ਤੋਂ। ਬੜੇ ਦੂਰੋਂ ਪੁਰਾਣੀ ਉਮਰ ਦੇ ਬਜ਼ੁਰਗ ਲੱਭੇ ਵੀ ਕੋਈ ਤਾਂ ਥਾਂ ਦੱਸੋ ਕਿੱਥੇ ਪਤਾ ਹੋ ਜਿੱਥੇ ਸ਼ਹੀਦਾਂ ਦੀ ਜਿਹੜੇ ਹਨ ਭਾਈ ਰਾਮੇ ਤੇ ਤਲੋਕੇ ਨੇ ਅਸਥੀਆਂ ਦਬਾਈਆਂ ਨੇ। ਕਈ ਦਿਨ ਪੁੱਟ ਪੁਟਈਆ ਖੁਦਾਈ ਚੱਲਦੀ ਰਹੀ, ਰੋਜ਼ ਸਵੇਰੇ ਅਰਦਾਸ ਹੁੰਦੀ। ਕਈ ਦਿਨ ਕਹਿੰਦੇ ਜ਼ਿਕਰ ਮਿਲਦਾ, 1.5 ਮਹੀਨਾ ਚੱਲਦਾ ਰਿਹਾ, ਕੁਝ ਨਹੀਂ ਮਿਲਿਆ। ਆਖਰ ਇੱਕ ਦਿਨ ਇਹਨੇ ਫਿਰ ਅਰਦਾਸ ਕੀਤੀ ਕਿ ਜੇ ਮਹਾਰਾਜ ਮੈਨੂੰ ਸੇਵਾ ਬਖਸ਼ੀ ਹੈ ਤੇ ਮੇਰੀ ਸੇਵਾ ਹੁਣ ਤਣ ਪੱਤਣ ਵੀ ਲੱਗੇ ਕਿਸੇ। ਕਹਿੰਦੇ ਜ਼ਿਕਰ ਕਰਦਿਆਂ ਹੋਇਆਂ ਜਦੋਂ ਖੁਦਾਈ ਕਾਫੀ ਚੱਲ ਰਹੀ ਸੀ, ਕਿਉਂਕਿ ਹੁਣ ਢੇਰ ਚੜ੍ਹਦਾ ਜਾਵੇ ਤੇ ਉਹ ਕਈ ਲੱਗ ਜਾਂਦੇ ਨੇ ਦਿਨ ਬੰਦੇ ਨੂੰ। ਬਾਅਦ ਦੇ ਵਿੱਚ ਥੱਲੇ ਜਦੋਂ ਪੁੱਟਿਆ ਗਿਆ ਕਿ ਬੜੀ ਵੱਡੀ ਗਾਗਰ ਨਿਕਲੀ। ਉਹਨੂੰ ਜਦੋਂ ਪੁੱਟਿਆ ਗਿਆ, ਉਹਨੂੰ ਝਾੜਿਆ ਗਿਆ, ਸਾਫ਼ ਕੀਤਾ, ਵਿੱਚੋਂ ਅਸਥੀਆਂ ਨਿਕਲੀਆਂ ਸ਼ਹੀਦਾਂ ਦੀਆਂ, ਚਮਕੌਰ ਗੜੀ ਦੇ ਸ਼ਹੀਦਾਂ ਦੀਆਂ, ਜਿਹਦਾ ਸੰਸਕਾਰ ਭਾਈ ਰਾਮੇ ਤੇ ਤਲੋਕੇ ਨੇ ਕੀਤਾ ਸੀ। ਫਿਰ ਚੰਗੀ ਤਰ੍ਹਾਂ ਆਲੇ ਦੁਆਲੇ ਸਾਫ਼ ਕਰਕੇ ਜਿਹੜੇ ਇੱਥੇ ਪਰਿਵਾਰ ਸਨ ਇਹਨਾਂ ਨੂੰ ਉਠਾ ਕੇ ਲਾਗੇ ਜਟਾਣਾ ਹੋਰ ਜਿਹੜੇ ਪਿੰਡ ਸਨ ਉਹਨਾਂ ਪਿੰਡਾਂ 'ਚ ਵਸਾ ਦਿੱਤਾ ਗਿਆ। ਇਹ ਥਾਂ ਕਾਫੀ ਖਾਲੀ ਕਰਾ ਲਈ ਭਾਈ ਹਰਦਿਆਲ ਸਿੰਘ ਨੇ। ਵੈਸੇ ਵੀ ਇੱਕ ਇਲਾਕੇ ਦਾ ਉਹ ਮਾਲਕ ਸੀ, ਇਸ ਇਲਾਕੇ ਦਾ ਸਿੰਘ ਵਾਲੀਆਂ ਮਿਸਲ ਦਾ ਇਹ ਇਲਾਕਾ ਬਣਦਾ ਸੀ। ਉਸ ਹਿਸਾਬ ਨਾਲ 1831 ਦੇ ਵਿੱਚ ਜਦੋਂ ਸਾਰੀ ਨਿਕਲ ਆਈ, ਫਿਰ ਚੰਗੀ ਤਰ੍ਹਾਂ ਉਹਨੇ ਫਸੀਲ ਬਣਾਈ। ਗੜੀ ਗੁਰਦੁਆਰਾ ਗੜੀ ਸਾਹਿਬ, ਉਹ ਜਿਹੜੀ ਬੌਲੀ, ਉਹ ਵੀ ਸਾਰਾ ਕੁਝ ਬਣਵਾ ਕੇ ਸਾਰੀ ਤਿਆਰ ਹੋ ਗਈ। 3 ਮੰਜ਼ਲਾ ਇਮਾਰਤ, ਗੁੰਬਦ ਬਣਾਇਆ, ਬੁਰਜ ਬਣਾਇਆ, ਨਿਸ਼ਾਨ ਸਭ ਕੁਝ ਲਾਇਆ। ਉਰੋਂ ਕਹਿੰਦੇ ਗੁਰਦੁਆਰੇ ਦਾ ਨਾਮ ਗੰਜੇ ਸ਼ਹੀਦਾਂ ਰੱਖਿਆ ਗਿਆ ਸੀ। ਬਾਅਦ 'ਚ ਕਤਲਗੜ੍ਹ ਪੈ ਗਿਆ ਇਹਦਾ ਨਾਮ। ਜਦੋਂ ਸਾਰੀ ਹੋ ਗਈ ਤੇ ਜਿੱਦਣ ਆਰੰਭਤਾ ਦੀ ਅਰਦਾਸ ਕਰਨੀ ਸੀ ਤੇ ਜਦੋਂ ਅਰਦਾਸੀਆ ਸਿੰਘ ਅਰਦਾਸ ਕਰਨ ਲੱਗਾ ਤੇ ਭਾਈ ਹਰਦਿਆਲ ਸਿੰਘ ਬੇਲਾ ਉਹਦੇ ਕੋਲ ਗਿਆ। ਉਹਨੇ ਜਾ ਕੇ ਅਰਦਾਸੀਆ ਸਿੰਘ ਨੂੰ ਕਿਹਾ ਵੀ ਅਰਦਾਸ ਕਰਨੀ ਤੇ ਉਹਦੇ ਵਿੱਚ ਇੱਕ ਗੱਲ ਜ਼ਰੂਰ ਕਹਿ ਦਿਓ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੂੰ ਆਪ ਦਇਆ ਤਰਸ ਮਿਹਰ ਬਖਸ਼ਿਸ਼ ਕਰਕੇ ਗਰੀਬ ਨਵਾਜ਼ਿਸ਼ ਕਰਕੇ ਸਾਡੇ ਕੋਲੋਂ ਆਪਣੇ ਚਮਕੌਰ ਗੜੀ ਦੇ ਸ਼ਹੀਦਾਂ ਦੀ ਯਾਦਗਾਰ ਬਣਾਈ। ਪਰ ਹਰਦਿਆਲ ਸਿੰਘ ਬੇਲਾ ਇਹ ਅਰਦਾਸ ਕਰਵਾਉਂਦਾ ਕਿ ਉਹਦੇ ਘਰ ਅੱਗੇ ਕੋਈ ਸੰਤਾਨ ਨਾ ਹੋਵੇ। ਅਰਦਾਸੀ ਨੇ ਗੱਲ ਸੁਣੀ, ਕਹਿਣ ਲੱਗਾ ਸਰਦਾਰ ਹਰਦਿਆਲ ਸਿੰਘ ਜੀ ਇਹ ਕਿਹੜੀ ਗੱਲ ਕਹਿ ਰਹੇ ਹੋ? ਕਹਿਣ ਲੱਗਾ ਮੈਨੂੰ ਪਤਾ ਮੈਂ ਕੀ ਕਹਿ ਰਿਹਾ। ਕਹਿਣ ਲੱਗਾ ਤੁਸੀਂ ਇਹ ਕਿਹਾ ਆ ਵੀ ਮੇਰੇ ਘਰ 10ਵੇਂ ਪਾਤਸ਼ਾਹ ਕੋਈ ਸੰਤਾਨ ਨਾ ਹੋਵੇ, ਮੇਰੀ ਵੰਸ਼
ਇੱਥੇ ਖਤਮ ਹੋ ਜਾਏ। ਭਾਈ ਹਰਦਿਆਲ ਸਿੰਘ ਦੀ ਅਰਦਾਸ ਕਦੇ ਹੋਈ ਨਹੀਂ ਜੇ ਨਾ ਇਹ ਕਦੇ ਕੀਤੀ, ਨਾ ਕਦੇ ਸੁਣੀ, ਨਾ ਕਦੇ ਮਿਲੀ। ਕਹਿਣ ਲੱਗਾ ਨਹੀਂ, ਤੁਸੀਂ ਅਰਦਾਸ ਕਰੋ। ਜਿਹੜੇ ਆਲੇ ਦੁਆਲੇ ਉਹਦੇ, ਕਿਉਂਕਿ ਨੇਮੀ ਬੰਦਾ ਸੀ, ਪ੍ਰੇਮੀ ਸ਼ਰਧਾਲੂ ਬੰਦਾ ਸੀ, ਜਿਹੜੇ ਉਹਦੀ ਇੱਜ਼ਤ ਕਰਨ ਵਾਲੇ ਸਾਨੂੰ ਸਾਰੇ ਹੈਰਾਨ ਕਿ ਕਿਹੜੀ ਅਰਦਾਸ ਕਰਵਾ ਰਿਹਾ ਹਰਦਿਆਲ ਸਿੰਘ ਬੇਲਾ। ਗ੍ਰੰਥੀ ਸਿੰਘ ਨੇ ਅਰਦਾਸ ਕੀਤੀ ਕਿ ਮਹਾਰਾਜ ਆਪ ਜੀ ਨੇ ਸੇਵਾ ਰੱਖ ਕੇ ਗੁਰਦੁਆਰਾ ਕਤਲਗੜ੍ਹ ਗਾਂਝੇ ਸ਼ਹੀਦਾਂ ਦੀ ਸੇਵਾ ਭਾਈ ਹਰਦਿਆਲ ਸਿੰਘ ਬੇਲਾ ਕੋ ਕਰਾਈ। ਉਹਦੀ ਜ਼ਮੀਨ ਸੀ ਨਾ ਇਹ ਅਸਲ 'ਚ, ਇਸ ਇਲਾਕੇ ਦਾ ਉਸ ਵਕਤ ਉਹ ਮਾਲਕ ਸੀ। ਤੇ ਮਹਾਰਾਜ ਇਹ ਤੁਹਾਡੇ ਸੇਵਕ ਦੀ ਅਰਦਾਸ ਹੈ ਵੀ ਇਹ ਕਹਿੰਦਾ ਮੇਰੇ ਘਰ ਕੋਈ ਸੰਤਾਨ ਨਾ ਹੋਵੇ, ਮੇਰੀ ਵੰਸ਼ ਅੱਗੇ ਨਾ ਵਧੇ। ਬੜੇ ਲੋਕ ਹੈਰਾਨ, ਇਹੋ ਜਿਹੀਆਂ ਅਰਦਾਸਾਂ ਵੀ ਹੋਣਗੀਆਂ। ਇੱਥੇ ਸਾਰੇ ਮੰਗਦੇ ਆ। ਜਿਹੜੇ ਬਾਪੂ ਨੇ 4 ਪੀੜ੍ਹੀਆਂ ਦੇਖ ਲਈਆਂ, ਉਹ ਵੀ ਕਹਿੰਦਾ ਬਾਬਾ ਜੀ ਵੀ ਨਕੜ ਪੋਤੇ ਦਾ ਮੂੰਹ ਦੇਖ ਜਾਵਾਂ, ਥੋੜਾ ਜਿਹਾ ਕਰੋ ਅਰਦਾਸ ਮਾੜੀ ਜੀ। ਤੇ ਹਰਦਿਆਲ ਸਿੰਘ ਬੇਲੇ ਵਰਗੇ ਕਹਿ ਰਹੇ ਮੇਰੀ ਵੰਸ਼ ਨਾ ਵਧੇ, ਮੇਰੇ ਘਰ ਸੰਤਾਨ ਨਾ ਹੋਵੇ। ਜਦੋਂ ਅਰਦਾਸ ਹੋ ਗਈ, ਖੁਦ ਜਕਾਰੇ ਲਾਏ, ਉਹਦੀ ਪਤਨੀ ਨੇ ਜਕਾਰੇ ਲਾਏ। ਬਾਅਦ 'ਚ ਕਈਆਂ ਨੇ ਪੁੱਛਿਆ, ਇੱਕ ਉਹ ਸਿੱਖ ਫੁਲਵਾੜੀ ਦੇ ਅੰਕ ਵਿੱਚ ਛਪਿਆ ਵੀ ਸੀ ਵੀ ਕਿਉਂ ਭਾਈ ਹਰਦਿਆਲ ਸਿੰਘ ਬੇਲਾ ਤੂੰ ਇਹ ਗੱਲ ਕਹੀ। ਉਹ ਕਹਿਣ ਲੱਗਾ ਅੱਜ ਮੇਰੀ ਜ਼ਮੀਨ ਦੀ ਮਾਲਕੀ ਹੈ, ਮੇਰੇ ਘਰ ਸੰਤਾਨ ਹੋਗੀ, ਕੱਲ ਨੂੰ ਮੇਰੀ ਸੰਤਾਨ ਕਹੂਗੀ ਸਾਡੇ ਭਾਪੇ ਦੀ ਜਾਇਦਾਦ ਹੈ, ਕਬਜ਼ਾ ਸਾਡੇ ਕੋਲ ਚਾਹੀਦਾ। ਇਹ ਕਬਜ਼ੇ ਦਾ ਰੌਲਾ ਨਾ ਪਵੇ। 10ਵੇਂ ਪਾਤਸ਼ਾਹ ਦੇ ਸ਼ਹੀਦਾਂ ਦਾ ਸਥਾਨ ਹੈ, ਉਹਦੇ ਲਾਲਾਂ ਦੀ, ਉਹਦੇ ਪਿਆਰਿਆਂ ਦੀ, ਉਹਦੇ ਮਰਜੀਵੜਿਆਂ ਦੀ ਸ਼ਹੀਦੀ ਦਾ ਸਥਾਨ ਹੈ। ਇਹ ਜਿਹੜੀ ਯਾਦਗਾਰ ਸਦਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਵੱਜਣੀ ਚਾਹੀਦੀ ਹੈ। ਹਰਦਿਆਲ ਸਿੰਘ ਬੇਲਾ ਜਾਂ ਉਹਦੀ ਕੋਈ ਸੰਤਾਨ ਦਾ ਜ਼ਿਕਰ ਹੀ ਨਹੀਂ ਆਉਣਾ ਚਾਹੀਦਾ। ਪੰਥ ਦੀ ਅਮਾਨਤ ਹੈ, ਪੰਥ ਕੋਲ ਰਹੇ। ਇਸ ਕਰਕੇ ਕਹਿਣ ਲੱਗਾ ਮੈਂ ਅਰਦਾਸ ਕਰੀ, ਔਰ ਵਾਕ ਸੱਚੇ ਵੀ ਹੋਏ। ਕਹਿੰਦੇ ਉਹਦੇ ਘਰ ਦੁਬਾਰਾ ਸੰਤਾਨ ਨਹੀਂ ਹੋਈ। ਇਹ ਇੱਕ ਅਨੋਖੀ ਅਰਦਾਸ ਵੀ ਹੋਈ। ਇਹ ਵੀ ਇਤਿਹਾਸ ਦਾ ਹਿੱਸਾ ਹੈ ਜੀ ਸਾਡੇ ਦਾ। ਫਤਿਹਗੜ੍ਹ ਸਾਹਿਬ, ਬਵਾਨਗੜ੍ਹ ਇਹ ਕਿਵੇਂ ਬਣੇ, ਇਹ ਵੀ ਸਾਡੇ ਇੱਕ ਇਤਿਹਾਸ ਦਾ ਹਿੱਸਾ ਹੈ। ਇੰਝ ਗੁਰੂ ਸਾਹਿਬ ਮਹਾਰਾਜ ਦੀਨੇ ਕਾਂਗੜ ਪੁੱਜੇ। ਹੁਣ ਦੀਨੇ ਕਾਂਗੜ ਭਾਈ ਦੇਸੂ ਦੇ ਘਰ ਬਹਿ ਕੇ, ਭਾਈ ਦੇਸਾ ਸਿੰਘ ਤਕਨੇਟਾ, ਭਾਈ ਹਰਦਿੱਤ ਸਿੰਘ ਦੇ ਘਰ ਬਹਿ ਕੇ ਚਵਾਰੇ 'ਚ ਕਿਵੇਂ ਮਹਾਰਾਜ ਫਿਰ ਜਫਰਨਾਮਾ ਲਿਖਦੇ ਨੇ। ਤੇ ਉਸ ਜਫਰਨਾਮੇ ਅੰਦਰ ਮਹਾਰਾਜ ਆਪਣੀ ਜਿੱਤ ਦਾ, ਫਤਿਹ ਦਾ ਐਲਾਨ ਕਰਦੇ ਨੇ। ਤੇ ਕੱਲ 31 ਦਸੰਬਰ ਹੈ। ਤੇ ਕੱਲ ਜਿਹੜੀ ਹੈ ਇਹ ਸਾਰੀ ਇਬਾਰਤ ਮੈਂ ਜਿੱਦਣ ਆਰੰਭ ਕੀਤੀ ਸੀ, ਉਸ ਬਹੁਤਾ ਵਿਚਾਰ ਨਹੀਂ ਸੀ ਕੀਤੀ। ਸੋਚਿਆ ਸੀ ਵੀ ਰਾਏਕੋਟ ਤੱਕ ਹੀ ਸੁਣਾਵਾਂਗਾ, ਪਰ ਉਹ ਕੁਦਰਤੀ ਜਿਹੜਾ ਉਹ ਪੋਸਟਰ ਜਿਹਾ ਬਣਾਇਆ, ਉਹਦੇ ਵਿੱਚ ਦੀਨਾ ਕਾਂਗੜ ਲਿਖਿਆ ਗਿਆ ਕਿਤੇ ਕਾਲੀ ਕਾਲੀ 'ਚ। ਤੇ ਗੁਰੂ ਨੇ ਕਿਰਪਾ ਕੀਤੀ, ਦੀਨੇ ਤੱਕ ਦੀ ਕਥਾ ਹੁਣ ਕੱਲ ਗੁਰੂ ਸਾਹਿਬ ਜੀ ਦੇ ਜਫਰਨਾਮੇ ਦੀ, ਫਤਿਹਨਾਮੇ ਦੀ ਕਥਾ ਕੀ ਉਹ 'ਚ ਮਹਾਰਾਜ ਨੇ ਲਿਖਿਆ ਤੇ ਕਿਵੇਂ ਗੁਰੂ ਸਾਹਿਬ ਜੀ ਦੀ ਫਤਿਹ ਹੋਈ, ਸੱਚ ਕਿਵੇਂ ਜਿੱਤਦਾ ਹੈ। ਤੇ ਉਸ ਤੋਂ ਬਾਅਦ ਮਹਾਰਾਜ ਜੀ ਨੇ ਜਿਵੇਂ ਜਫਰਨਾਮਾ ਭੇਜਿਆ। ਤੇ ਕੱਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਖਸੀਅਤ ਦਾ ਜਿੰਨੀ ਸਮਰੱਥਾ ਬਖਸ਼ੀ, ਅਕੱਥ ਸ਼ਖਸੀਅਤ ਨੂੰ ਕਥਣ ਦਾ ਯਤਨ ਕਰਾਂਗੇ। ਕੱਲ ਹੀ ਕਥਾ ਦੀ ਸੰਪੂਰਨਤਾ ਹੋਵੇਗੀ। ਸਾਰੀਆਂ ਸੰਗਤਾਂ ਦਾ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ਼ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।